ਕਿ ਮੈਂ એનર્ਜੀਜ਼ ਇੰਨੀਆਂ ਜ਼ਿਆਦਾ ਆਪਣੇ ਚ ਪਾ ਲਈਆਂ ਕਿ ਮੈਂ ਹੁਣ ਮਦਰ ਅਰਥ ਤੇ ਹੈ ਹੀ ਨਹੀਂ ਆ, ਆਮ ਜਸਟ ਫਲਾਈਂਗ। ਹਰ ਚੱਕਰਾ ਪ੍ਰੋਪਰ ਹੋਣਾ ਜ਼ਰੂਰੀ ਹੈ ਕਿ ਕੋਈ ਇੱਕ ਚੱਕਰਾ ਅਗਰ ਲੋ ਹੈ ਤਾਂ ਦੂਸਰਾ ਉਹਨੂੰ ਬੈਲੈਂਸ ਕਰਨ 'ਚ ਹੈਲਪ ਕਰਦਾ। ਅਸੀਂ ਸਾਰੇ ਮਦਰ ਅਰਥ ਤੇ ਰਹਿ ਰਹੇ ਹਾਂ, ਇਸ ਦੀ એનર્ਜੀਜ਼ ਦੇ ਨਾਲ ਹੀ ਤੇ ਅਸੀਂ ਚੱਲ ਰਹੇ ਹਾਂ। ਹਰ ਇੱਕ ਚੱਕਰਾ ਬੈਲੈਂਸਡ ਹੋਣਾ ਚਾਹੀਦਾ। ਕਿ ਇਹ ਚੀਜ਼ ਗਲਤ ਹੈ ਆਪਣੇ ਆਪ ਨੂੰ ਪਹਿਲਾਂ ਰੱਖਣਾ? ਕਿਉਂਕਿ ਜੇ ਤੁਸੀਂ ਹੈਲਦੀ ਨਹੀਂ ਹੋ, ਜੇ ਤੁਸੀਂ ਹੈਪੀ ਨਹੀਂ, ਤਾਂ ਪਰਿਵਾਰ ਨੂੰ ਕਿਵੇਂ ਵੇਖੋਗੇ? ਸੋਸਾਇਟੀ ਹਮੇਸ਼ਾ ਜੋ ਵੂਮਨ ਦੂਜਿਆਂ ਬਾਰੇ ਜ਼ਿਆਦਾ ਸੋਚ ਰਹੀ ਉਹਨੂੰ ਇੱਕ ਪੈਡੈਸਟਲ ਤੇ ਰੱਖਦੀ ਹੈ, ਐਂਡ ਜਿਹੜੀ ਵੂਮਨ ਆਪਣੇ ਬਾਰੇ ਸੋਚਦੀ ਹੈ ਉਹਨੂੰ ਨਹੀਂ। ਮੈਂ ਇੱਕੋ ਚੀਜ਼ ਕਵਾਂਗੀ ਇੱਥੇ ਕਿ ਚੈਰਿਟੀ ਬਿਗਨਸ ਐਟ ਹੋਮ। ਆਪਾਂ ਜੇ ਕਿਸੇ ਹੋਰ ਨੂੰ ਕਈ ਵਾਰ ਪਨਿਸ਼ ਕਰਨ, ਰਿਵੈਂਜ ਮੋਡ ਵਿੱਚ ਜਾਂਦੇ ਆ, ਡੂ ਯੂ ਥਿੰਕ ਉਹਦੇ ਨਾਲ ਆਪਣੀ એનર્ਜੀ ਵੀ ਕਾਫੀ ਖਰਾਬ ਹੋ ਰਹੀ ਹੈ? ਉਹਦੀਆਂ ਇਮੋਸ਼ਨਸ, ਉਹਦੇ ਹਾਲਾਤਾਂ ਕਰਕੇ ਉਹ ਪਰਸਨ ਨੈਗੇਟਿਵ ਹੋ ਸਕਦਾ ਹੈ। ਆਪਾਂ ਕਹਿੰਦੇ ਨਾ ਸਵੇਰੇ ਬ੍ਰਹਮ ਮੁਹੂਰਤ ਤੇ ਲੋਕੀ ਉੱਠਦੇ ਸੀ ਪਹਿਲਾਂ, ਹੁਣ ਕਿਉਂ ਨਹੀਂ ਉੱਠਦਾ? ਕਿਉਂਕਿ ਅਸੀਂ ਰਾਤੀ 2-2 ਵਜੇ ਤੱਕ ਕੰਮ ਕਰੀਦਾ। ਸੈਲਫਲੈਸ ਹੋਣਾ ਤੇ ਸੈਲਫਿਸ਼ ਹੋਣਾ ਦੋਨੋਂ ਕਰੈਕਟ ਹੈ ਕਿ ਦੋਨੋਂ ਇਨਕਰੈਕਟ ਹੈ? ਵਾਟ ਆਰ ਯਰ ਥਾਟਸ ਔਨ ਦਿਸ? ਕਿਉਂਕਿ ਜਿੰਨੀ ਦੇਰ ਮੇਰਾ ਇਹ ਸਰੀਰ ਹੈਗਾ, ਮੈਨੂੰ ਹੈਲਦੀ ਰਹਿਣਾ। ਤੁਹਾਨੂੰ ਲੱਗਦਾ ਹੈ ਕਿ ਮੋਸਟ ਆਫ ਦਾ ਪੀਪਲ ਆਪਣੇ ਇਮੋਸ਼ਨਸ ਅਵੋਇਡ ਕਰਨ ਵਾਸਤੇ ਬਿਜ਼ੀ ਰਹਿਣਾ ਬਹੁਤ ਪਸੰਦ ਕਰਦੇ ਆ? ਇਹਦਾ ਨਾ ਇੱਕੋ ਸਿੰਪਲ ਜਿਹਾ ਜਵਾਬ ਹੈ ਮੁਸਕਾਨ, ਜੇ ਉਹ ਖੁਸ਼ ਨੇ ਬਿਜ਼ੀ ਰਹਿ ਕੇ, ਬਹੁਤ ਵਧੀਆ। ਕਿਸੇ ਰੂਮ 'ਚ ਐਂਟਰ ਕਰਕੇ ਥੋੜਾ ਜਿਹਾ ਵੀ ਅਨਕੰਫਰਟੇਬਲ ਫੀਲ ਹੋਇਆ ਬਿਨਾਂ ਕਿਸੇ ਰੀਜ਼ਨ ਤੋਂ, ਜਾਂ ਕਿਸੇ ਨੂੰ ਮਿਲ ਕੇ 10 ਮਿੰਟ ਬੈਠਣ ਨਾਲ ਵੀ ਤੁਹਾਨੂੰ ਡਰੇਨਡ ਫੀਲ ਹੋਇਆ, ਔਰ ਵਾਈਸ ਵਰਸਾ, ਜਾਂ ਕਿਸੇ ਨੂੰ ਮਿਲ ਕੇ ਬਹੁਤ ਅੱਛਾ ਲੱਗਣ ਲੱਗਾ ਜਸਟ 10 ਮਿੰਟ ਬੈਠ ਕੇ, ਦੈਟ ਇਜ਼ ਆਰ એનર્ਜੀਜ਼ ਦੈਟ ਵੀ ਆਰ ਟਾਕਿੰਗ ਅਬਾਊਟ। ਅੱਜ ਦੇ ਜੋ ਸਾਡੇ ਗੈਸਟ ਹੈ ਮਿਸਿਸ ਤਰਵਿੰਦਰ ਕੌਰ, ਜੋ ਕਿ ਇੱਕ ਸਰਟੀਫਾਈਡ ਪ੍ਰਾਣਿਕ ਹੀਲਰ ਨੇ, ਇੱਕ ਐਂਟਰਪ੍ਰੈਨਿਓਰ ਨੇ, ਪਲੱਸ ਮਿਸਿਸ ਇੰਡੀਆ ਇੰਸਪੀਰੇਸ਼ਨ 2019, ਜੋ ਕਿ ਕੰਮ ਕਰ ਰਹੇ ਨੇ ਇਮੋਸ਼ਨਸ, ਵੈਲਨੈਸ ਐਂਡ ਮੈਂਟਲ ਹੀਲਿੰਗ ਤੇ ਵੀ। ਆਈਏ ਆਪਾਂ ਉਹਨਾਂ ਤੋਂ ਜਾਣਦੇ ਹਾਂ what actually energies are। ਹੈਲੋ ਤਰਵਿੰਦਰ ਮੈਮ, ਵੈਲਕਮ ਟੂ ਮੁਸਕਾਨ ਸਪੀਕਸ। ਥੈਂਕ ਯੂ ਸੋ ਮਚ। ਤਰਵਿੰਦਰ ਮੈਮ, ਜਦ ਤੁਹਾਨੂੰ ਕੋਈ ਵੀ ਮਿਲਦਾ ਹੈ, ਪੀਪਲ ਕੁਐਸਚਨ ਯੂ ਕਿ ਪ੍ਰਾਣਿਕ ਹੀਲਿੰਗ ਹੁੰਦਾ ਕੀ ਹੈ? ਇਜ਼ ਇਟ ਰੀਅਲ ਔਰ ਫੇਕ ਔਰ ਸਮਥਿੰਗ ਲਾਈਕ ਦੈਟ? ਨਾਟ ਰੀਅਲੀ। ਇਨ ਦਾ ਫਰਸਟ ਪਲੇਸ ਹੁੰਦਾ ਕੀ ਹੈ ਕਿ ਵੈਨ ਦੇ ਜਸਟ ਕਮ ਐਂਡ ਅਸੀਂ ਬੈਠੇ ਹਾਂ, ਜਿਵੇਂ ਗਰੁੱਪ 'ਚ ਬੈਠੇ ਹਾਂ, ਜਾਂ ਨਹੀਂ ਵੀ ਕੋਈ ਆਇਆ, ਉਵੇਂ ਵੀ ਅਸੀਂ ਮਿਲ ਰਹੇ ਹਾਂ, ਕਿਤੇ ਵੀ ਮਿਲ ਰਹੇ ਹਾਂ, ਅਤੇ ਥੋੜ੍ਹੀ ਦੇਰ ਬਾਅਦ ਗੱਲਾਂ ਹੁੰਦੇ ਅਕਸਰ ਪੁੱਛੀਦਾ ਨਹੀਂ ਜਦੋਂ ਤੁਸੀਂ ਕੀ ਕਰਦੇ ਹੋ, ਸੋ ਆਈ ਜਸਟ ਸੇ ਆਮ ਐਨ ਐਨਰਜੀ ਹੀਲਰ। ਜੇ ਕੋਈ ਪੁੱਛਦਾ ਹੈ ਤਾਂ ਦੈਨ ਸੇ ਓਕੇ ਐਨਰਜੀਜ਼, ਓਕੇ ਉਹ ਕਿਵੇਂ ਤੁਸੀਂ ਫੀਲ ਕਰਦੇ ਹੋ? ਸੋ ਆਈ ਸੈਡ ਓਕੇ ਵੀ ਕੈਨ ਸਕੈਨ, ਆਪਾਂ ਦੇਖ ਸਕਦੇ ਹਾਂ ਕਿਵੇਂ ਦੀ ਐਨਰਜੀ ਸਾਡੀਆਂ ਹੈਗੀਆਂ। ਬਟ ਬੜਾ ਸਿੰਪਲ ਜਿਹਾ ਤਰੀਕਾ ਬਿਊਟੀਫੁਲੀ ਇਹ ਹੈਗਾ ਕਿ ਜਦੋਂ ਅਸੀਂ ਕਿਸੇ ਨਾਲ ਕਨੈਕਟ ਕਰਦੇ ਹਾਂ, ਉਸਦੀ ਕੋਈ ਚੀਜ਼ ਸਾਨੂੰ ਅਟਰੈਕਟ ਕਰਦੀ ਹੈ, ਉਸਦੀ ਮੁਸਕਰਾਹਟ, ਉਸਦੀ ਅੱਖਾਂ ਦੀ ਰੋਸ਼ਨੀ, ਉਸਦਾ ਜਨਰਲ ਇੱਕ ਡੈਮੀਨੀਅਰ, ਹੈ ਨਾ। ਸੋ ਦੈਨ ਵੀ ਸੇ ਉਹ ਪੋਜ਼ੀਟਿਵਿਟੀ ਆਈ, right? But if somebody is sitting in a group and he's very sad, he's dejected, ਤੇ ਫਿਰ ਆਪਾਂ ਨੂੰ ਕੀ ਲੱਗਦਾ ਕਿ ਨਹੀਂ ਕੁਝ ਤੇ ਵੀ ਗੜਬੜ ਹੈ। ਸੋ ਅਕਸਰ ਲੋਕੀ ਕੀ ਕਹਿਣਗੇ, ਅੱਛਾ ਤੁਸੀਂ ਫੀਲ ਕਰ ਸਕਦੇ ਹੋ ਔਰਾ, ਹੈ ਨਾ। ਔਰਾ ਇਜ਼ ਸਮਥਿੰਗ ਜਿਹੜਾ ਅੱਜ ਕੱਲ੍ਹ ਸਭ ਯੂਜ਼ ਕਰਦੇ ਨੇ ਵਰਡ, ਅਤੇ ਮੈਂ ਕਹਿੰਦੀ ਹਾਂ ਹਾਂਜੀ ਅਸੀਂ ਕਰ ਸਕਦੇ ਹਾਂ। ਕਈ ਵਾਰੀ ਮੁਸਕਾਨ ਇਟਸ ਸੋ ਅਮੇਜ਼ਿੰਗ ਕਿ ਅਸੀਂ ਗਰੁੱਪ 'ਚ ਵੀ ਬੈਠੇ ਹਾਂ, ਗੈਟ ਟੂਗੇਦਰ 'ਚ ਵੀ ਬੈਠੇ ਹਾਂ, ਇੱਕ ਸਟ੍ਰੇਂਜਰ ਆ ਕੇ ਮੈਨੂੰ ਕਹੇਗਾ ਓਕੇ ਇੱਥੇ ਹੀ ਡੈਮੋ ਦੇ ਕੇ ਦੱਸੋ ਨਾ ਕਿ ਮੇਰੇ ਅੰਦਰ ਕੀ ਹੈ, ਤੁਹਾਨੂੰ ਕੀ ਲੱਗਦਾ? ਸੋ ਦੈਟਸ ਦੈਟ। I would really want you to tell audience ਐਕਚੁਅਲ 'ਚ ਪ੍ਰਾਣਿਕ ਹੀਲਿੰਗ ਹੈ ਕੀ, ਅਗਰ ਆਪਾਂ ਇੱਕ ਲੇਮੈਨ ਨੂੰ ਐਕਸਪਲੇਨ ਕਰਨਾ ਸਭ ਤੋਂ ਪਹਿਲਾਂ, ਤਾਂ ਕਿ ਉਹਨਾਂ ਨੂੰ ਕੁਝ ਟਰਮਸ ਪਤਾ ਹੋਣ। ਜੇ ਆਪਾਂ ਪੋਡਕਾਸਟ ਵਿੱਚ ਆਪਾਂ ਟਰਮਸ ਯੂਜ਼ ਕਰਾਂਗੇ ਲਾਈਕ ਡਿਪਲੀਸ਼ਨ, ਕੰਜਸਟਡ ਐਂਡ ਆਲ ਦੈਟ, ਇੱਕ ਵਾਰ ਪਲੀਜ਼ ਐਕਸਪਲੇਨ ਐਵਰੀਬਡੀ। ਦੇਖੋ, ਇਟਸ ਸੱਚ ਅ ਬਿਊਟੀਫੁਲ ਟੈਕਨੀਕ ਜਿਹੜੀ ਸਾਡੇ ਕੋਲ ਬਹੁਤ ਏਂਸ਼ੀਅੰਟ ਟਾਈਮ ਤੋਂ ਹੈਗੀ ਹੈ। ਤਾਂਹੀਓ ਅਸੀਂ ਇਹਨੂੰ ਇਹ ਕਹਿੰਦਾ ਹੈਗਾ, ਜੋ ਸਾਨੂੰ ਇੱਕ ਜਿਹੜਾ ਸਾਨੂੰ ਇਹ ਮਿਲਿਆ ਹੈਗਾ, ਸਾਡੇ ਇੱਕ ਮਾਸਟਰ ਸੀ, ਮਾਸਟਰ ਚੋਆ ਕੁਕਸੂਈ। ਹੀ ਵਾਜ਼ ਅ ਬੁੱਧਿਸਟ ਪ੍ਰੈਕਟੀਸ਼ਨਰ, ਉਹਨਾਂ ਦੇ ਮਦਰ ਬੁੱਧਿਸਟ ਸੀ। ਉਹ ਚਾਈਨਾ ਤੋਂ ਸੀ, ਫਿਲੀਪੀਨਸ ਵਿੱਚ ਆਏ। ਫਿਲੀਪੀਨਸ ਜਦੋਂ ਪਹੁੰਚੀ ਉਹ ਪੂਰੀ ਫੈਮਿਲੀ, ਐਂਡ ਹੀ ਵਾਜ਼ ਅ ਕੈਮੀਕਲ ਇੰਜੀਨੀਅਰ, ਜਿੱਦਾਂ ਆਪਾਂ ਕਹਿੰਦਾ ਕਿ ਸੇਂਟਸ, ਜਾਂ ਸੋ ਹੀ ਵਾਜ਼ ਅ ਕੈਮੀਕਲ ਇੰਜੀਨੀਅਰ। ਹੀ ਯੂਜ਼ ਟੂ ਡੂ ਲੋਟ ਆਫ ਪ੍ਰੈਕਟਿਸਿਸ। ਉਹਨਾਂ ਨੇ ਸਾਨੂੰ ਪ੍ਰਾਣਿਕ ਹੀਲਿੰਗ ਇੰਟਰੋਡਿਊਸ ਕੀਤੀ, ਕਿਉਂਕਿ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਇਹ ਅੰਡਰਸਟੈਂਡਿੰਗ ਦਿੱਤੀ ਕਿ ਡਿਜ਼ਾਈਨ ਸਮਥਿੰਗ ਵਿਚ ਕੈਨ ਬੀ ਅੰਡਰਸਟੂਡ ਬਾਈ ਦ ਕਮਿੰਗ ਜਨਰੇਸ਼ਨਸ, which is scientific as well as artistic. So pranic healing ਕੀ ਹੈ? If you understand prana, what is prana? Prana is energy, right? So energy ਕੀ ਹੈ? Molecules, atoms, right? So ਆਪਾਂ ਇਹ ਮੰਨਦੇ ਹਾਂ ਸਾਡੇ ਸਾਰਿਆਂ 'ਚ ਹੈਗਾ, ਐਟਮਸ ਦੇ ਨਾਲ ਸਭ ਕੁਝ ਬਣਿਆ, ਮੋਲੀਕਿਊਲਸ ਨਾਲ ਸਭ ਕੁਝ ਬਣਿਆ, ਪੇੜ ਪਹਾੜ, ਈਵਨ ਜਿਹੜੇ ਨੋਨ ਲਿਵਿੰਗ ਆਈਟਮਸ ਨੇ ਉਹ ਵੀ ਉਹਨਾਂ ਨਾਲ ਬਣੇ ਨੇ। ਸੋ ਵੀ ਕੈਨ ਸੇ ਪ੍ਰਾਣਿਕ ਹੀਲਿੰਗ ਇਜ਼ ਸਾਇੰਟਿਫਿਕ। ਕਰੈਕਟ, ਇਟ ਇਜ਼ ਸਾਇੰਟਿਫਿਕ ਬਿਕਾਜ਼ ਐਨਰਜੀਜ਼ ਨੇ। ਕਿਸੇ ਦਿਨ ਅਸੀਂ ਉਦਾਸ ਹੁੰਦੇ ਹਾਂ, ਸਾਡੀ ਐਨਰਜੀਜ਼ ਕਿਵੇਂ ਹੁੰਦੀਆਂ? ਇੱਕਦਮ ਥੱਕੀਆਂ ਹੋਈਆਂ। ਸੋ ਦੈਟਸ ਐਗਜ਼ੈਕਟਲੀ ਵਾਟ ਆਈ ਸੇ, ਆਈ ਫੀਲ ਵੈਰੀ ਡਿਪਲੀਟਡ। ਇਹ ਵਰਡ ਆਪਾਂ ਬਹੁਤ ਆਮ ਯੂਜ਼ ਕਰੀਦਾ ਨੇ, ਆਈ ਫੀਲ ਵੈਰੀ ਡਿਪਲੀਟਡ ਟੂਡੇ, ਆਈ ਫੀਲ ਵੈਰੀ ਸੈਡ ਟੂਡੇ, ਆਈ ਫੀਲ ਵੈਰੀ ਲੋ ਟੂਡੇ। ਐਂਡ ਜਦੋਂ ਆਪਾਂ ਬਹੁਤ ਖੁਸ਼ ਹੈਗਾ, ਆਪਾਂ ਭਰੇ ਹੋਏ ਹਾਂ, ਸੋ ਵੀ ਵੈਰੀ ਵੈਰੀ ਹੈਪੀ, ਮੇਕਿੰਗ ਦ ਰੂਮਸ ਆਲਸੋ ਬ੍ਰਾਈਟ, ਯਾ ਵੈਨ ਵੀ ਵਾਕ ਇਨ ਵੀ ਆਰ ਬ੍ਰਾਈਟ। ਸੋ ਪ੍ਰਾਣਾ ਜਿਹੜਾ ਹੈ ਉਹ ਪ੍ਰਾਣਾ ਹਾਰਮੋਨਾਈਜ਼ਡ ਹੋਣਾ ਚਾਹੀਦਾ, ਕਰੈਕਟ ਹੋਣਾ ਚਾਹੀਦਾ, ਕਰੈਕਟ ਮਿਕਦਾਰ ਦੇ ਵਿੱਚ। ਜੇ ਮੇਰੇ ਅੰਦਰ ਐਨਰਜੀ ਹੈ
ਤੇ ਮੈਂ ਪਰਫੈਕਟ ਹਾਂ। ਜਿਸ ਤਰ੍ਹਾਂ ਅਸੀਂ ਕੋਈ ਵੀ ਚੀਜ਼ ਬਣਾਉਂਦੇ ਹਾਂ, ਸਾਇੰਟਿਸਟ ਬਣਾਉਂਦੇ ਨੇ, ਉਹਨਾਂ 'ਚ ਕੀ ਹੈ, ਐਵਰੀਥਿੰਗ ਇਜ਼ ਪਰਫੈਕਟਲੀ ਡਿਜ਼ਾਈਨਡ, ਰਾਈਟ? ਸੋ ਦ ਪ੍ਰਾਣਾ ਔਰ ਦ ਐਨਰਜੀ ਔਰ ਦ ਮੋਲੀਕਿਊਲਸ ਵਿਚ ਹੈਵ ਬੀਨ ਸੈਟ ਇਨ ਦੈਟ ਆਰ ਦ ਰਾਈਟ ਕੰਟੈਂਟ, ਰਾਈਟ ਕੁਆਲਿਟੀ। ਸੋ ਸਾਨੂੰ ਪਰਮਾਤਮਾ ਨੇ ਕਰੈਕਟ ਐਨਰਜੀਜ਼ ਨਾਲ ਪੈਦਾ ਕੀਤਾ, ਲੇਕਿਨ ਅਸੀਂ ਉਹਨੂੰ ਹਾਰਮੋਨਾਈਜ਼ ਨਹੀਂ ਰੱਖੀਦਾ ਹੈਗਾ ਆਪਣੀ ਥੋਟਸ ਦੇ ਨਾਲ। ਸੋ ਸਭ ਤੋਂ ਪਹਿਲੋਂ ਜਿਹੜਾ ਪ੍ਰਾਣਾ ਹਿਲਦਾ ਹੈਗਾ ਉਹ ਸਾਡੀਆਂ ਇਮੋਸ਼ਨਲ ਬੋਡੀ 'ਚ ਹਿਲਦਾ। ਜਦੋਂ ਉਹ ਸਾਡੀ ਇਮੋਸ਼ਨਲ ਬੋਡੀ ਦੇ ਵਿੱਚ ਹਿਲਦਾ, ਗ੍ਰੈਜੂਅਲੀ ਉਹ ਜਿਹੜੀਆਂ ਥੋਟ ਫਾਰਮਸ ਨੇ ਉਹ ਇੰਨੀਆਂ ਕੁ ਵੱਧ ਜਾਂਦੀਆਂ, ਥੋਟ ਫਾਰਮਸ ਇੰਨੀਆਂ ਕੁ ਵੱਧ ਜਾਂਦੀਆਂ, ਔਰ ਉਹ ਵੀ ਨੈਗੇਟਿਵ ਥੋਟ ਫਾਰਮਸ, ਕਿ ਉਹ ਸਾਡੀ ਫਿਜ਼ੀਕਲ ਬੋਡੀ ਨੂੰ ਇਫੈਕਟ ਕਰਦੀਆਂ। So pranic healing basically helps us to manage our emotions. Yes, pranic healing helps us to manage our physical body, our emotional body, our mental body, our spiritual body. Through what kind of techniques? So in pranic healing we have various ways of cleaning ourselves, removing the old dirty used up prana and change it with happy prana or healthy prana. वो healthy prana कित्थों आएगा? ਸਾਡੇ ਆਸ-ਪਾਸ ਹੈਗਾ। ਫੋਰ ਐਗਜ਼ਾਮਪਲ, ਜਦੋਂ ਬਹੁਤ ਪੁਰਾਣੀ ਗੱਲ ਦੱਸਦੀ ਹੈਗੀ, ਹੁਣ ਵੀ ਹੁੰਦਾ ਹੈ, ਜਦੋਂ ਕੋਈ ਬਹੁਤ ਬਿਮਾਰ ਹੈ, ਅਕਸਰ ਪਹਿਲੋਂ ਇਹ ਕਿਹਾ ਜਾਂਦਾ ਸੀ, ਪੁਰਾਣੀ ਮੂਵੀਜ਼ ਵਿੱਚ ਵੀ ਜੇ ਤੁਸੀਂ ਦੇਖੋ ਤੇ ਡਾਕਟਰਸ ਕੀ ਕਹਿੰਦੇ ਸੀ, इसका ना हवा पानी बदल दो, इसको ऐसे करो, हिल स्टेशन ले जाओ। हाउ डज इट चेंज? ਆਪਾਂ ਇੱਕ ਜਗ੍ਹਾ ਦੇ ਵਿੱਚ ਵੀ ਆਪਣੀ એનર્ਜੀ ਕਰੈਕਟ। ਤੇ ਤੁਸੀਂ ਇਹ ਦੇਖੋ ਕਿ ਜਦੋਂ ਅਸੀਂ ਬਹੁਤ ਨਾਰਾਜ਼ ਆ, ਬਹੁਤ ਉਦਾਸ ਆ, ਇੱਕ ਕਮਰੇ ਦੇ ਅੰਦਰ ਸਾਨੂੰ ਬਹੁਤ ਸੈਡ ਫੀਲ ਹੋ ਰਿਹਾ, ਅਸੀਂ ਪਾਰਕ ਵਿੱਚ ਵਾਕ ਕਰਨ ਚਲੇ ਜਾਂਦੇ ਹਾਂ, ਸਾਨੂੰ ਮੁਸਕਰਾਉਂਦੇ ਹੋਏ ਚਿਹਰੇ ਮਿਲਦੇ ਨੇ, ਸਾਨੂੰ ਆਸ-ਪਾਸ ਪੇੜ ਮਿਲਦੇ ਨੇ, ਵੀ ਆਰ ਸੋ ਹੈਪੀ, ਵੀ ਸਿਟ ਅੰਡਰ ਅ ਟਰੀ, ਦ ਐਨਰਜੀਜ਼ ਚੇਂਜ। ਡੂ ਯੂ ਬਲੀਵ ਇਨ ਗਰਾਊਂਡਿੰਗ? ਯੈਸ, 100%। ਯੂ ਨੀਡ ਟੂ ਗਰਾਊਂਡ ਯੋਰਸੈਲਫ ਆਲਵੇਜ਼। ਗਰਾਊਂਡਿੰਗ ਇੱਕ ਵਰਡ ਇਸ ਤਰ੍ਹਾਂ ਦਾ ਹੈ ਮੁਸਕਾਨ, ਜਿਹਨੂੰ ਅਸੀਂ ਬਹੁਤ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹਾਂ। ਅਸੀਂ ਸਾਰੇ ਮਦਰ ਅਰਥ 'ਤੇ ਰਹਿ ਰਹੇ ਹਾਂ, ਕਰੈਕਟ? ਇਸ ਦੀ ਐਨਰਜੀਜ਼ ਦੇ ਨਾਲ ਹੀ ਤਾਂ ਅਸੀਂ ਚੱਲ ਰਹੇ ਹਾਂ। ਜੇ ਮੈਂ ਤੁਹਾਨੂੰ ਫੀਲ ਕਰ ਰਹੀ ਹਾਂ, ਤੁਸੀਂ ਮੈਨੂੰ ਫੀਲ ਕਰ ਰਹੇ ਹੋ, ਵਾਈ? ਬਿਕਾਜ਼ ਆਲ ਆਵਰ ਫ੍ਰੀਕੁਐਂਸੀਜ਼ ਆਰ ਆਫ ਦ ਮਦਰ ਅਰਥ। ਸੋ ਇਫ ਆਈ ਹੈਵ ਟੂ ਰੀਚ ਯੂ, ਆਪਾਂ ਕਹਿੰਦੇ ਨਾ ਥੋਟਸ ਟਰੈਵਲ ਹੁੰਦੀਆਂ, ਇੰਟੈਂਸ਼ਨ 'ਚ ਕੀ ਆ ਰਿਹਾ ਸੀ ਕਿ ਆਈ ਨੀਡ ਟੂ ਕਨੈਕਟ ਟੂ ਅ ਪਰਸਨ। ਅੱਜ ਇਹ ਹੋਇਆ ਆਉਣ ਤੋਂ ਪਹਿਲੋਂ, ਐਂਡ ਆਈ ਕਾਲਡ ਅਪ ਦ ਪਰਸਨ ਐਂਡ ਸ਼ੀ ਸੈਡ ਆਈ ਵਾਸ ਥਿੰਕਿੰਗ ਅਬਾਊਟ ਯੂ। ਇੱਦਾਂ ਹੁੰਦਾ ਹੈ ਨਾ? ਸੋ ਗਰਾਊਂਡਿੰਗ ਹੋਣੀ ਕਿਉਂ ਜ਼ਰੂਰੀ ਹੈ? ਇਸ ਲਈ ਜ਼ਰੂਰੀ ਹੈ ਕਿ ਮੈਂ ਐਨਰਜੀਜ਼ ਇੰਨੀਆਂ ਜ਼ਿਆਦਾ ਆਪਣੇ 'ਚ ਪਾ ਲਈਆਂ ਕਿ ਮੈਂ ਹੁਣ ਮਦਰ ਅਰਥ 'ਤੇ ਹੈ ਹੀ ਨਹੀਂ ਹਾਂ, ਆਈ ਐਮ ਜਸਟ ਫਲਾਈਂਗ, ਆਈ ਵਿਲ ਐਂਡ ਅਪ ਇਨਟੂ ਅ ਪ੍ਰੋਬਲਮ। ਸੋ ਸਪਿਰਿਚੁਅਲੀ ਵੀ ਗਰਾਊਂਡਿੰਗ ਬਹੁਤ ਜ਼ਰੂਰੀ ਹੈ, ਫਿਜ਼ੀਕਲੀ ਵੀ ਗਰਾਊਂਡਿੰਗ ਬਹੁਤ ਜ਼ਰੂਰੀ ਹੈ, ਇਮੋਸ਼ਨਲੀ ਵੀ ਗਰਾਊਂਡਿੰਗ ਬਹੁਤ ਜ਼ਰੂਰੀ ਹੈ। ਜਦ ਕੋਈ ਬੰਦਾ ਤੁਹਾਨੂੰ ਪਹਿਲੀ ਵਾਰ ਮਿਲਦਾ, ਵਾਟ ਇਜ਼ ਦ ਫਰਸਟ ਥਿੰਗ ਯੂ ਨੋਟਿਸ? ਦੇਖੋ, ਇੱਕ ਚੀਜ਼ ਜਿਹੜੀ ਸਾਨੂੰ ਆਈ ਥਿੰਕ ਸਭ ਨੂੰ ਇਹ ਸਿਖਾਇਆ ਗਿਆ ਹੈ ਕਿ ਨੈਵਰ ਜੱਜ ਅ ਪਰਸਨ। ਯੂਜੂਅਲੀ ਵੀ ਜੱਜ ਅ ਬੁੱਕ ਬਾਈ ਇਟਸ ਕਵਰ, ਹਮੇਸ਼ਾ ਇਹ ਹੁੰਦਾ। लेकिन after coming into pranic healing, I never judge a person, because sometimes there's lot more than what you're just looking at the cover. ਤੁਹਾਡੇ ਨਾਲ ਕਦੇ ਇਦਾਂ ਹੋਇਆ ਕਿ ਤੁਸੀਂ ਕਿਸੇ ਨੂੰ ਮਿਲ ਰਹੇ ਹੋ ਫਸਟ ਟਾਈਮ, ਬਟ ਰਾਦਰ ਦੈਨ ਨੋਇੰਗ ਦੈਟ ਪਰਸਨ, ਬਟ ਤੁਸੀਂ ਅਨਇੰਟੈਂਸ਼ਨਲੀ ਪਹਿਲਾਂ ਉਹਨਾਂ ਦੀ એનર્ਜੀਜ਼ ਵੱਲ ਫੀਲ ਕਰ ਰਹੇ ਹੋ? ਹੁੰਦਾ ਹੈ, ਬਹੁਤ ਵਾਰੀ ਹੁੰਦਾ ਹੈ ਕਿ ਜਦੋਂ ਤੁਸੀਂ ਜਾਂਦੇ ਹੈਗੇ ਹੋ, ਤੁਸੀਂ ਕਿਸੇ ਨੂੰ ਮਿਲਦੇ ਹੋ, ਨਾਓ ਦੈਟ ਆਈ ਐਮ ਅ ਹੀਲਰ, ਯੂ ਫੀਲ ਦ એનર્ਜੀ ਐਂਡ ਯੂ ਫੀਲ ਇਟ, ਤੁਹਾਨੂੰ ਮਹਿਸੂਸ ਹੋ ਜਾਂਦੀ ਹੈ, ਤੁਹਾਨੂੰ ਦਿਖ ਰਿਹਾ ਹੈ ਕਿ ਉਸ ਦੇ ਅੰਦਰ ਕੀ ਚੱਲ ਰਿਹਾ, ਬਟ ਯੂ ਨੋਟ ਸਪੋਜ਼ ਟੂ ਸੇ ਇਟ, ਲੈਟ ਦ ਪਰਸਨ ਆਸਕ ਯੂ, ਰਾਈਟ? ਦੈਟਸ ਅ ਵੇ ਇਟ ਇਜ਼। ਦੇਖੋ, ਤੁਸੀਂ ਕਿਸੇ ਦੇ ਵੀ ਕੌਨਫੀਡੈਂਸ਼ੀਅਲਿਟੀ ਦੇ ਵਿੱਚ ਨਹੀਂ ਜਾਓਗੇ ਜਦ ਤੱਕ ਉਹ ਪਰਸਨ ਨਹੀਂ ਚਾਹੁੰਦਾ। ਮੇਬੀ ਦ ਪਰਸਨ ਇਜ਼, ਕਈ ਵਾਰੀ ਕਈ ਲੋਕ ਆਉਣਗੇ, ਉਹ ਸਿਰਫ ਇਹੀ ਪੁੱਛਣ ਆਉਣਗੇ ਕਿ ਮੈਨੂੰ ਕੀ ਪ੍ਰੋਬਲਮ ਹੈ, ਉਹ ਤੁਹਾਨੂੰ ਦੱਸਣਗੇ ਵੀ ਨਹੀਂ, ਬਿਕੋਜ਼ ਦਿਸ ਇਜ਼ ਜਸਟ ਅ ਸਾਇੰਸ। ਇਹਦੇ ਵਿੱਚ ਅਸੀਂ ਜੇ ਕਿਸੇ ਕੋਈ ਬਿਮਾਰ ਹੈ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਵੀ ਗੋ ਵਿਦ ਦ ਡਾਕਟਰਸ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਸਾਨੂੰ ਪਲੀਜ਼ ਰਿਪੋਰਟਸ ਦਿਓ, ਕਿਉਂਕਿ ਆਫਕੋਰਸ ਮੈਂ ਸਕੈਨ ਕਰਕੇ ਦੱਸਦਾ ਕਿ ਇਹਦਾ ਥਰੋਟ ਚੱਕਰਾ ਬਹੁਤ ਵੀਕ ਹੈ ਇਸ ਪਰਸਨ ਦਾ। ਫੋਰ ਐਗਜ਼ਾਮਪਲ, ਹੁਣ ਜੇ ਥਰੋਟ ਚੱਕਰਾ ਵੀਕ ਹੈ ਕਿਉਂਕਿ ਅਸੀਂ ਚੱਕਰਾਸ 'ਤੇ ਕੰਮ ਕਰ ਰਹੇ ਹਾਂ। ਵਾਟ ਇਜ਼ ਚੱਕਰਾਸ? ਓਕੇ, ਸੋ ਆਈਲ ਕਮ ਟੂ ਦੈਟ। ਬਟ ਜਦੋਂ ਅਸੀਂ ਉਸ ਚੱਕਰਾਂ ਨੂੰ ਫੀਲ ਕਰ ਰਹੇ ਹਾਂ, ਮੈਨੂੰ ਪਤਾ ਇਹਦੇ ਅੰਦਰ ਇਹ ਪ੍ਰੋਬਲਮ ਹੋ ਸਕਦੀ ਹੈ, ਆਈ ਵਿਲ ਜਸਟ ਸੇ ਕਿ ਇਹ ਪ੍ਰੋਬਲਮ ਹੋ ਸਕਦੀ ਹੈ। I will not predict it. I am no one to say this. Okay. So even we if you will are helping them. Even if I am helping them, ਪਹਿਲੀ ਚੀਜ਼ ਇਹ ਵੇ ਕਿਉਂਕਿ ਮੈਨੂੰ ਦੱਸਿਆ ਨਹੀਂ, ਮੈਂ ਉਹਨਾਂ ਨੂੰ ਕਹਿ ਰਹੀ ਹਾਂ ਇਹ ਜਗ੍ਹਾ 'ਤੇ ਤੁਹਾਡੇ ਸਰੀਰ 'ਚ ਪ੍ਰੋਬਲਮ ਆ ਸਕਦੀ ਹੈ। ਦੈਨ ਦ ਪਰਸਨ ਕਮਸ ਬੈਕ ਟੂ ਮੀ, ਅਸੀਂ ਕਹਿੰਦੇ ਚੈੱਕ ਕਰਾ ਕੇ ਆ ਜਾਓ। ਦ ਪਰਸਨ ਕਮਸ ਬੈਕ ਐਂਡ ਸੇਜ਼ ਹਾਂ ਮੈਨੂੰ ਆਹ ਦਿੱਕਤ ਹੈ। ਸੋ ਵੀ ਗੋ ਵਿਦ ਦ ਰਿਪੋਰਟ। ਨਾਓ ਗੋਇੰਗ ਫॉर ਦ ਚਕਰਾਸ, ਇਫ ਯੂ ਫੋਲੋ ਦ ਪਤੰਜਲੀ ਯੋਗ ਸੂਤਰਾ, ਉਹਦੇ ਵਿੱਚ ਅਸੀਂ ਬਹੁਤ ਸਾਲਾਂ ਤੋਂ ਸਾਡੀ ਸਾਇੰਸਿਸ ਵਿੱਚ ਚਕਰਾਸ ਦੇ ਬਾਰੇ ਗੱਲ ਹੈ। ਵੀ ਗੋ ਇਨਟੂ ਭਾਗਵਤ ਚਕਰਾਸ ਬਾਰੇ ਗੱਲ ਹੈ, ਵੀ ਗੋ ਇਨਟੂ ਗੁਰਬਾਣੀ ਚਕਰਾਸ ਬਾਰੇ ਗੱਲ ਹੈ, ਬਿਕੋਜ਼ ਜਿਹੜੀ ਸਾਡੀ એનર્ਜੀ ਬੋਡੀ ਹੈ, ਇਟ ਇਜ਼ ਐਗਜ਼ੈਕਟਲੀ ਦ ਸੇਮ ਐਜ਼ ਆਰ ਫਿਜ਼ੀਕਲ ਬੋਡੀ। ਸੋ ਜੇ ਐਗਜ਼ੈਕਟਲੀ ਸੇਮ ਹੈ ਤੇ ਫਿਰ ਜਿਹੜੀਆਂ ਨਾੜੀਆਂ ਅੰਦਰ ਚੱਲ ਰਹੀਆਂ ਉਹਨੂੰ એનર્ਜੀ ਕੌਣ ਦੇ ਰਿਹਾ? એનર્ਜੀ ਬੋਡੀ। ਕਿਉਂਕਿ ਅੰਦਰ ਜਿਹੜੀਆਂ ਨਾੜੀਆਂ ਨੇ
ਬਲੱਡ ਫਲੋ ਹੋ ਰਿਹਾ ਹੈ, ਕਰੈਕਟ, ਠੀਕ ਹੈ, ਸਾਡੇ ਆਰਗਨਸ ਚੱਲ ਰਹੇ ਨੇ, ਆਰਗਨਸ ਨੂੰ એનર્ਜੀ ਕੌਣ ਦੇ ਰਿਹਾ? ਦੇ ਆਰ ਦ ਚਕਰਾਸ। ਵੀ ਟਾਕ ਅਬਾਊਟ 12 ਚਕਰਾਸ ਐਂਡ ਇਹ ਜਿਹੜੇ ਚਕਰਾਸ ਨੇ ਇਹਨਾਂ ਵਿੱਚੋਂ ਸਾਡੇ ਅੰਦਰ એનર્ਜੀ ਜਾਂਦੀ। ਐਵਰੀ ਚਕਰਾ ਇਜ਼ ਟੇਕਿੰਗ ਕੇਅਰ ਆਫ ਸਰਟਨ ਆਰਗਨਸ। ਹਰ ਚੱਕਰਾ ਪ੍ਰੋਪਰ ਹੋਣਾ ਜ਼ਰੂਰੀ ਹੈ ਕਿ ਕੋਈ ਇੱਕ ਚੱਕਰਾ ਅਗਰ ਲੋ ਹੈ ਤਾਂ ਦੂਸਰਾ ਉਹਨੂੰ ਬੈਲੈਂਸ ਕਰਨ 'ਚ ਹੈਲਪ ਕਰਦਾ? As I said, pranic healing is harmonizing the complete system, balancing the complete system. ਸੇ ਆਪਾਂ ਕੀ ਕਰ ਰਹੇ ਹਾਂ, ਅਸੀਂ ਹਰ ਇੱਕ ਚੱਕਰਾ ਬੈਲੈਂਸਡ ਹੋਣਾ ਚਾਹੀਦਾ। ਇਟ ਇਜ਼ ਸਮਥਿੰਗ ਲਾਈਕ ਕਿ ਮੈਂ ਪਾਣੀ ਜ਼ਿਆਦਾ ਪੀ ਲਿਆ, ਖਾਣਾ ਘੱਟ ਖਾਧਾ, so I'll end up into a problem, right? So every chakra has to be balanced. Energy in each and every chakra has to be correct. और जे correct है, you're beautiful, you're happy, you're healthy. ਬੋਡੀ ਸਿੰਪਟਮਸ ਲੇਟ ਦੱਸਦੀ ਹੈ ਬਟ ਇੰਬੈਲੈਂਸ ਬਹੁਤ ਪਹਿਲਾਂ ਤੋਂ ਅੰਦਰ ਹੁੰਦਾ ਹੈ। ਸੋ ਹਾਊ ਵੀ ਕੈਨ ਅੰਡਰਸਟੈਂਡ ਦੈਟ ਐਂਡ ਟੇਕ ਕੇਅਰ ਆਫ ਦੈਟ? ਆਪਾਂ ਇਹਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਦੋਂ ਇਨਸਟਿੰਕਟਸ ਆਉਂਦੀਆਂ ਨੇ ਨਾ, ਸਾਡੀ ਇਨਸਟਿੰਕਟਸ ਬੜੀਆਂ ਅੱਛੀਆਂ ਹੁੰਦੀਆਂ, ਸਾਡੀ ਇੰਟਿਊਸ਼ਨਸ ਬੜੀਆਂ ਅੱਛੀਆਂ ਹੁੰਦੀਆਂ। ਕਈ ਵਾਰੀ ਸਾਨੂੰ ਪਤਾ ਹੁੰਦਾ ਯਾਰ ਹਾਂ ਚੀਜ਼ ਮੈਨੂੰ ਫੀਲ ਹੋ ਰਹੀ ਹੈ, ਮੇ ਬੀ ਆਈ ਮੇ ਫਾਲ ਸਿਕ ਬਿਕੋਜ਼ ਉਹ ਇੰਟਿਊਸ਼ਨਸ ਆ ਰਹੀਆਂ। ਸੋ ਵੈਨ ਵੀ ਆਰ ਡੂਇੰਗ ਪ੍ਰਾਨਿਕ ਹੀਲਿੰਗ ਵੀ ਆਰ ਐਕਚੁਅਲੀ ਸਕੈਨਿੰਗ ਐਂਡ ਫੀਲਿੰਗ ਕਿੱਥੇ ਕਿੱਥੇ એનર્ਜੀ ਜਿਹੜੀ ਹੈ ਉਹਦਾ ਇੰਬੈਲੈਂਸ ਆ ਗਿਆ। ਜੇ ਮੈਂ ਉਹਨੂੰ ਪ੍ਰੀਵੈਂਟਿਵਲੀ ਉਸ ਇੰਬੈਲੈਂਸ ਨੂੰ ਠੀਕ ਕਰ ਲਵਾਂ ਤਾਂ ਪ੍ਰੋਬਲਮ ਜਿਹੜੀ ਹੈ ਉਹ ਅਕੜ ਨਹੀਂ ਹੋਏਗੀ। ਔਰ ਜੇ ਉਹ ਸਰੀਰ 'ਚ ਆ ਗਈ ਹੈ ਤਾਂ ਫਿਰ ਦਵਾਈ ਨਾਲ ਲੈ ਲਓ, ਨਾਲ ਹੀਲਿੰਗ ਕਰ ਲਓ। ਅਤੇ ਇਹਨੂੰ ਅਸੀਂ ਇੰਟੀਗ੍ਰੇਟਿਡ ਫਾਰਮ ਕਹੀਦਾ ਕਿ ਮੈਡੀਸਨ ਤਾਂ ਲੈਣੀ ਹੈ ਕਿਉਂਕਿ ਹੁਣ ਸਰੀਰ 'ਚ ਆ ਗਈ ਪ੍ਰੋਬਲਮ, ਲੇਕਿਨ ਉਸ ਦੇ ਨਾਲ ਜੇ ਮੈਂ ਐਨਰਜੀ ਬਾਡੀ ਨੂੰ ਹੀਲ ਕਰ ਦਾਂਗੀ ਤਾਂ ਉਹੀ ਪ੍ਰੋਬਲਮ ਜਿਹੜੀ ਸ਼ਾਇਦ 3 ਮਹੀਨੇ 'ਚ ਠੀਕ ਹੋਣੀ ਹੈ, ਸਾਲ 'ਚ ਠੀਕ ਹੋਣੀ ਹੈ, ਹਾਫ ਦਾ ਟਾਈਮ 'ਚ ਠੀਕ ਹੋ ਜਾਏਗੀ। ਡੂ ਯੂ ਥਿੰਕ ਕਿ ਅੱਜ ਦੇ ਟਾਈਮ 'ਚ ਅਵੇਅਰਨੈਸ ਹੈ ਪ੍ਰਾਨਿਕ ਹੀਲਿੰਗ ਨੂੰ ਲੈ ਕੇ? ਕਾਫੀ ਹੱਦ ਤੱਕ, ਇਫ ਨਾਟ ਜਸਟ ਪ੍ਰਾਨਿਕ ਹੀਲਿੰਗ, ਬਹੁਤ ਸਾਰੀ ਮੋਡੈਲਿਟੀਜ਼ ਦੀ ਇਸ ਜਨਰੇਸ਼ਨ ਨੂੰ ਅਵੇਅਰਨੈਸ ਹੈਗੀ ਹੈ। ਬਟ ਅਗੇਨ ਤੁਹਾਡੇ ਥਰੂ ਆਈ ਐਮ ਸੋ ਥੈਂਕਫੁਲ ਟੂ ਯੂ ਦੈਟ ਯੂ ਗਿਵਿੰਗ ਮੀ ਅ ਚਾਂਸ, ਬਿਕੋਜ਼ ਬਹੁਤ ਸਾਰੇ ਹਾਲੀ ਵੀ ਲੋਕ ਕਾਲ ਕਰਕੇ ਹੀ ਕਹਿੰਦੇ ਨੇ ਪ੍ਰਾਨਿਕ ਹੀਲਿੰਗ ਸਮਝਾਓ। So this way, through the podcast, we can explain to people that prana, energy can be changed. ਅਗਰ ਸਾਡੀ ਪ੍ਰੋਬਲਮ ਇਮੋਸ਼ਨਲ ਹੈਲਥ ਵਿੱਚ ਹੈ ਤੇ ਉਹ ਫਿਜ਼ੀਕਲ ਬਾਡੀ ਤੇ ਕਿੰਜ ਇਫੈਕਟ ਕਰਦੀ ਹੈ? ਅਸੀਂ 60,000 ਥਾਟਸ ਦਿੰਦੀਆਂ ਲੈਂਦੇ ਹਾਂ ਜਾਣੇ ਅਣਜਾਣੇ ਦੇ ਵਿੱਚ, ਕਰੈਕਟ। ਹੁਣ ਜੇ ਮੈਂ ਥਾਟਸ ਲੈਂਦੀ ਗਈ ਲੋ ਸੈਲਫ ਇਸਟੀਮ ਦੀ, ਮੈਂ ਠੀਕ ਨਹੀਂ ਹਾਂ, ਮੈਂ ਠੀਕ ਨਹੀਂ ਹਾਂ, ਮੈਂ ਚੰਗੀ ਨਹੀਂ ਹਾਂ, ਮੈਂ ਅੱਛਾ ਨਹੀਂ ਲੱਗ ਰਹੀ ਹਾਂ, ਆਈ ਐਮ ਨਾਟ ਦ ਰਾਈਟ ਪਰਸਨ, ਆਈ ਡੂ ਨਾਟ ਨੋ ਹਾਊ ਟੂ ਡੂ ਥਿੰਗ, ਲੋ ਸੈਲਫ ਇਸਟੀਮ, ਲੋ ਸੈਲਫ ਕੌਨਫੀਡੈਂਸ, ਆਈ ਐਮ ਨਾਟ ਸ਼ਿਓਰ ਵਟ ਆਈ ਐਮ ਡੂਇੰਗ। ਹੁਣ ਇਹ ਥਾਟਸ ਮੈਂ ਇਕੱਠੀਆਂ ਕਰਦੀ ਗਈ, ਓਕੇ, what am I affecting? Maybe just my sex chakra, my uterus. I'm ਅੱਜ ਕੱਲ੍ਹ ਤੁਸੀਂ ਦੇਖੋ ਬੱਚਿਆਂ ਨੂੰ PCOD, PCOS ਦੀ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀ ਹੈ, ਫਾਈਬਰੋਇਡਸ ਦੀ ਆਉਂਦੀ ਹੈ। This is one emotional aspect of it. So that main reason is emotions. One part is emotions. The second part could be the lifestyle. That could be another reason. So ਐਵੇਂ ਨਹੀਂ ਹੈਗਾ ਕਿ ਸਿਰਫ ਇੱਕ ਰੀਜ਼ਨ ਹੈ, ਇੱਕ ਐਸਪੈਕਟ ਹੈ, ਬਿਕੋਜ਼ ਹਰ ਚੱਕਰਾ ਦਾ ਇੱਕ ਫਿਜ਼ੀਓਲੋਜੀਕਲ ਫੰਕਸ਼ਨ ਹੈ, ਇੱਕ ਸਾਈਕੋਲੋਜੀਕਲ ਫੰਕਸ਼ਨ ਹੈ। ਫॉर एग्जाम्पल ਜੇ ਇੱਕ ਪਰਸਨ ਨੇ ਆਪਣੇ ਅੰਦਰ ਇੰਨੀਆਂ ਕੁ ਜ਼ਿਆਦਾ ਇਮੋਸ਼ਨਸ ਦਬਾ ਕੇ ਰੱਖ ਲਈਆਂ, ਉਹ ਬੋਲਦਾ ਹੀ ਨਹੀਂ ਹੈ, ਉਹ ਬੋਲ ਪਾਉਂਦਾ ਹੀ ਨਹੀਂ, ਉਹ ਇਹੋ ਜਿਹੀ ਸਿਚੁਏਸ਼ਨ 'ਚ ਜਿੱਥੇ ਉਹ ਚੀਜ਼ਾਂ ਐਕਸਪ੍ਰੈਸ ਹੀ ਨਹੀਂ ਕਰ ਸਕਦਾ। ਐਕਸਪ੍ਰੈਸ਼ਨ ਕਿੱਥੋਂ ਦੇਦਾ? ਆਪਣੇ ਥਰੋਟ 'ਚੋਂ। ਅਤੇ ਜੇ ਮੈਂ ਇੱਥੇ ਸਭ ਕੁਝ ਦਬਾ ਲਿਆ, ਇਨ ਕਾਫੀ ਕੇਸਿਸ ਮੈਂ ਦੇਖੇ ਨੇ ਜਿੱਥੇ ਥਾਇਰੋਇਡ ਹੁੰਦਾ ਹੈਗਾ ਲੇਕਿਨ ਇਮੋਸ਼ਨਲੀ ਉਹ ਪਰਸਨ ਐਕਸਪ੍ਰੈਸਿਵ ਹੁੰਦਾ ਹੀ ਨਹੀਂ ਹੈ। What if nobody has somebody to talk? Correct. So that is where the wellness comes in. That is where we have counselors. Yeah, now things are changing. ਇੱਕ ਟਾਈਮ ਸੀ ਜਦੋਂ ਅਸੀਂ ਇਹ ਕਹਿੰਦੇ ਸੀ ਅਸੀਂ ਕਾਉਂਸਲਿੰਗ ਲਈ ਜਾਣਾ, ਸਾਨੂੰ ਕੋਈ ਜਾਣ ਨਹੀਂ ਸੀ। What if people are not comfortable going to counseling and they have to just take the solution from themselves only? What they can do? In that case ਜੋ ਅਸੀਂ ਸੁਜੈਸਟ ਕਰੀਦਾ ਹੈਗਾ, ਦੇਖੋ ਸ਼ੁਰੂ ਤੋਂ ਇੱਕ ਬਹੁਤ ਬਿਊਟੀਫੁਲ ਚੀਜ਼ ਚੱਲਦੀ ਰਹੀ ਹੈ ਐਂਡ that is meditations, ਇੰਟਰੋਸਪੈਕਟ ਕਰਨਾ, ਖੁਦ ਨੂੰ ਅੰਡਰਸਟੈਂਡ ਕਰਨਾ। ਸੋ ਇੱਕ ਬੱਚਾ ਜਿਹੜਾ ਬਿਲਕੁਲ ਇਕੱਲਾ ਜਾਂ ਇੱਕ ਸੋਲ ਜਿਹੜੀ ਬਿਲਕੁਲ ਇਕੱਲੀ ਉਹਦੇ ਕੋਲ ਕੋਈ ਨਹੀਂ ਹੈਗਾ, ਐਂਡ ਆਫ ਦ ਡੇ ਅਸੀਂ ਬਹੁਤ ਵਾਰੀ ਜਦੋਂ ਬੈੱਡ 'ਤੇ ਹਿੱਟ ਕਰੀਦਾ, ਸੌਣ ਲੱਗੀਦਾ, ਸਾਨੂੰ ਥੋਟਸ ਆਉਂਦੀਆਂ, ਅੱਜ ਪੂਰਾ ਦਿਨ ਇਹ ਹੋਇਆ, ਮੈਨੂੰ ਇੱਦਾਂ ਕਰਨਾ ਚਾਹੀਦਾ ਸੀ, ਮੈਨੂੰ ਇਹ ਕਹਿਣਾ ਚਾਹੀਦਾ ਸੀ, ਰਾਈਟ। ਜਸਟ ਇੰਟਰੋਸਪੈਕਟ ਐਂਡ ਸੀ what is troubling you, what is the root cause of what happened. Don't go on the symptom. And if you feel that it is something ਜਿਹੜਾ ਤੁਸੀਂ ਐਕਸਪ੍ਰੈਸ ਨਹੀਂ ਕਰ ਸਕਦੇ, ਸਿੰਪਲ ਪ੍ਰੈਕਟੀਕਲ ਟਿਪ ਇਹ ਹੈਗਾ ਕਿ ਉਹਨੂੰ ਲਿਖੋ, ਔਰ ਉਹ ਨੈਗੇਟਿਵ ਹੈਗਾ ਉਹਨੂੰ ਆਪਣੀ ਸਾਈਡ 'ਤੇ ਇੱਕ ਡਾਇਰੀ ਰੱਖੋ, ਉਸ 'ਚ ਲਿਖੋ, ਉਹਨੂੰ ਫਾੜ ਕੇ ਸਿੱਟ ਦਿਓ, ਬਿਕੋਜ਼ ਇਟ ਇਜ਼ ਨੈਗੇਟਿਵ। ਨੋ, ਤੁਸੀਂ ਕਿਸੇ ਨੂੰ ਦੱਸ ਨਹੀਂ ਪਾ ਰਹੇ ਹੋ। ਕਿ ਇਹ ਚੀਜ਼ ਵੀ ਸੱਚ ਹੈ ਕਿ ਕਈ ਲੋਕ ਮੰਨਦੇ ਕਿ ਜੋ ਅਸੀਂ ਲਿਖਤਾ ਉਹ ਸੱਚ ਹੁੰਦਾ, ਅਗਰ ਮੈਨੀਫੈਸਟੇਸ਼ਨ ਟੈਕਨੀਕ ਕਹੀਏ ਆਪਾਂ। ਬਿਲਕੁਲ ਹੁੰਦਾ ਹੈ, ਅਤੇ ਇਸ ਲਈ ਮੈਂ ਕੀ ਕਿਹਾ ਕਿ ਜਿਹੜੀ ਨੈਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਲਿਖ ਕੇ ਫਾੜ ਦੇਣਾ। Even if we are writing, it will won't affect our future? No, it won't, because this is something which is in your
you know, in your brain, in your subconscious body, in your tissues, in your memory of your muscles, memory of your tissues, ਬਹੁਤ ਸਾਰੇ ਤੁਸੀਂ ਟੌਕਸਿਕ ਥਾਟਸ ਦੇ ਵਿੱਚੋਂ ਗੁਜ਼ਰ ਗਏ, ਕੋਈ ਇਨਸੀਡੈਂਟ ਹੋ ਗਿਆ ਕਿਸੇ ਦੇ ਨਾਲ, ਹੁਣ ਉਹ ਥਾਟਸ ਉਹਨੇ ਆਪਣੇ ਅੰਦਰ ਦਬਾ ਲਈਆਂ, ਤੇ ਉਹਦੀ ਮਸਲ ਮੈਮਰੀ, ਟਿਸ਼ੂ ਮੈਮਰੀ, ਸਭ ਦੇ ਵਿੱਚ ਉਹ ਥਾਟਸ ਹੈਗੀਆਂ। ਹੁਣ ਕੀ ਹੈ, ਨੈਕਸਟ ਟਾਈਮ ਜਦੋਂ ਵੀ ਕੋਈ ਚੀਜ਼ ਹੋਏਗੀ ਉਹ ਰਿਐਕਟ ਬਹੁਤ ਅਲੱਗ ਕਰੇਗਾ, ਔਰ ਉਹਨਾਂ ਚੀਜ਼ਾਂ ਨੂੰ ਉਹ ਇਕੱਠਾ ਕਰਕੇ ਆਪਣੇ ਅੰਦਰ ਰੱਖੇਗਾ। ਇਸ ਚੀਜ਼ ਲਈ ਵੀ ਆਪਾਂ ਨੂੰ ਬੇਸਿਕਲੀ ਧਿਆਨ ਲਗਾਉਣ ਦੀ ਲੋੜ ਹੈ ਅਗਰ ਆਪਾਂ ਗੱਲ ਕਰੀਏ। ਬਟ ਡੋਂਟ ਯੂ ਥਿੰਕ ਕਿ ਅੱਜ ਦੇ ਟਾਈਮ 'ਚ ਧਿਆਨ ਲਗਾਉਣਾ ਹੀ ਬਹੁਤ ਮੁਸ਼ਕਿਲ ਹੋ ਚੁੱਕਾ ਹੈ? ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਧਿਆਨ ਲਗਾਉਣਾ ਮੁਸ਼ਕਿਲ ਇਸ ਲਈ ਹੋ ਗਿਆ ਕਿਉਂਕਿ ਇੱਕ ਪਰਸਨ ਸਟ੍ਰੈਸ ਦੇ ਵਿੱਚ ਹਮੇਸ਼ਾ ਗੁਜ਼ਰਦਾ। ਇੱਕ ਵਰਡ ਸਟ੍ਰੈਸ ਜਿਹੜਾ ਸ਼ਾਇਦ ਅਸੀਂ ਪਹਿਲਾਂ ਇਸ ਵਰਡ ਨੂੰ ਜਾਣਦੇ ਹੀ ਨਹੀਂ ਸੀ ਪਿਛਲੀ ਜਨਰੇਸ਼ਨ ਤੱਕ, ਹੁਣ ਅਸੀਂ ਉਸ ਚੀਜ਼ ਦੇ ਵਿੱਚ ਇੰਨਾ ਜ਼ਿਆਦਾ ਹੋ ਗਏ ਹਾਂ ਕਿਉਂਕਿ ਤੁਸੀਂ ਇੱਕ ਸ਼ਹਿਰ ਦੀ એનર્ਜੀ ਫੀਲ ਕਰੋ ਜਿੱਥੇ ਸਵੇਰੇ ਉੱਠ ਕੇ ਕਲੌਕਵਰਕ ਦੇ ਨਾਲ ਅਸੀਂ ਚੱਲੀਦਾ। ਸਟ੍ਰੈਸ ਬਿਲਕੁਲ ਅਲੱਗ ਹੈ ਇੱਕ ਸ਼ਹਿਰ ਦਾ। ਯੂ ਸਕੈਨ ਚੰਡੀਗੜ੍ਹ, ਯੂ ਸਕੈਨ ਦਿੱਲੀ, ਵੈਰੀ ਡਿਫਰੈਂਟ એનર્ਜੀਜ਼। ਹੁਣ ਉਹਦੇ ਵਿੱਚ ਜਿਹੜਾ ਰਹਿ ਰਿਹਾ ਹੈਗਾ ਉਹਦਾ ਸਟ੍ਰੈਸ ਲੈਵਲ ਵੀ ਤਾਂ ਉਨਾ ਹੀ ਹਾਈ ਹੋਏਗਾ। ਹੁਣ ਉਹ ਪਰਸਨ ਸਟ੍ਰੈਸ ਵਿੱਚ ਜਿੰਦਾ, ਸਟ੍ਰੈਸ 'ਚ ਖਾਂਦਾ, ਸਟ੍ਰੈਸ 'ਚ ਸੌਂਦਾ, ਬਹੁਤ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਉਹਦੇ ਅੰਦਰ, ਡਿਜ਼ੀਜ਼ ਆ ਸਕਦੀਆਂ ਉਹਦੇ ਅੰਦਰ, ਪਰ ਉਹ ਕਿਸੇ ਨਾਲ ਤੁਸੀਂ ਕਹਿ ਰਹੇ ਹੋ ਗੱਲ ਵੀ ਨਹੀਂ ਕਰ ਪਾ ਰਿਹਾ, ਐਕਸਪ੍ਰੈਸ ਵੀ ਨਹੀਂ ਕਰ ਪਾ ਰਿਹਾ, ਲਿਖ ਵੀ ਨਹੀਂ ਪਾ ਰਿਹਾ, ਫਿਰ ਕੀ ਕਰ ਸਕਦਾ ਹੈ? ਸਭ ਤੋਂ ਸੌਖਾ ਤਰੀਕਾ, ਜਿਸ ਕਰਕੇ ਅੱਜ ਕੱਲ੍ਹ ਆਈ ਥਿੰਕ ਜਿਮਸ ਬਹੁਤ ਜ਼ਿਆਦਾ ਅਵੇਲੇਬਲ ਨੇ। ਤੁਹਾਨੂੰ ਪਤਾ ਹੈ ਕਿ ਵੈਨ ਵੀ ਆਰ ਵੈਰੀ ਵੈਰੀ ਸੈਡ ਔਰ ਐਂਗਰੀ, ਦ ਬੈਸਟ ਥਿੰਗ ਇਜ਼ ਰਨ। ਸਾਡਾ ਸਿਸਟਮ ਹੀ ਬੋਡੀ ਦਾ ਐਵੇਂ ਦਾ ਹੈਗਾ, release, sweat it out. So go for prana yoga, go for all kinds of running, gymming, है ना। ਹੋਰ ਕੁਝ ਨਹੀਂ ਤੇ ਪੇੜ ਨੂੰ ਇਦਾਂ ਕਸ ਕੇ ਫੜ ਲਓ, ਉਹਦੇ ਨਾਲ ਰੌਲਾ ਹੀ ਪਾ ਲਓ, ਚਿੱਲਾ ਲਓ, take it all out. Another very simple trick, ਜਾਓ ਇੱਕ ਪੇੜ ਨੂੰ ਫੜੋ, shout it out, ਤੁਹਾਡੇ ਅੰਦਰੋਂ ਸਾਰੀ helplessness ਨਿਕਲ ਜਾਏਗੀ। You can't talk it out, right? It's basically grounding, we can say. We are grounding, again we are grounding, we're just taking it all out. ਨਹੀਂ ਚਾਹੀਦਾ ਬਿਕੋਜ਼ ਉਹਨੂੰ ਰੱਖ ਕੇ ਬਿਮਾਰ ਹੋ ਜਾਵਾਂਗੇ। ਐਜ਼ ਆਈ ਸੈਡ, ਇਮੋਸ਼ਨਸ ਪਲੇ ਹੈਵਕ ਵਿਦ ਯੋਰ ਬੋਡੀ ਸਿਸਟਮ। ਬਟ ਅਗਰ ਜਿਹੜਾ ਤੁਸੀਂ ਕਿਹਾ ਕਿ ਸਵੈਟ ਇਟ ਆਊਟ, ਹਾਊ ਡਸ ਦੈਟ ਵਰਕਸ ਵਿਦ ਆਰ એનર્ਜੀਜ਼? ਯੈਸ, ਸੋ ਆਪਾਂ ਪ੍ਰਾਣਿਕ ਹੀਲਿੰਗ ਵਿੱਚ ਇੱਕ ਚੀਜ਼ ਬਹੁਤ ਬਿਊਟੀਫੁਲੀ ਸਮਝਾਈ ਦੀ ਹੈ ਕਿ ਸਾਡੇ ਅੰਦਰੋਂ ਇੱਕ ਹੈਲਥ ਰੇਜ਼ ਬਾਹਰ ਜਾਂਦੀ ਹੈ, ਮਤਲਬ ਸਾਡੇ ਸਰੀਰ ਦੇ ਹਰ ਇੱਕ ਪੋਰ ਦੇ ਵਿੱਚੋਂ ਰੇਜ਼ ਬਾਹਰ ਜਾ ਰਹੀ ਹੈ। ਓਕੇ। ਸਿਮਿਲਰਲੀ ਜੇ ਤੁਸੀਂ ਡਾਕਟਰਸ ਤੋਂ ਸਮਝੋਗੇ ਤੇ ਬਹੁਤ ਵਾਰੀ ਜਿਹੜੀ ਸਾਡੇ ਇੱਦਾਂ ਨੋਜ਼ ਦੇ ਆਸ-ਪਾਸ ਇੱਧਰ ਬਹੁਤ ਸਾਰੇ ਪੋਰਸ ਹੁੰਦੇ ਨੇ। ਇਫ ਯੂ ਰਿਮੈਂਬਰ, ਇਫ ਥੀਸ ਓਪਨ ਪੋਰ ਇਜ਼ ਵਨ ਪਾਰਟ ਆਫ ਇਟ ਵੇਅਰ ਵੀ ਟਾਕਿੰਗ ਅਬਾਊਟ ਦ ਬਿਊਟੀ, ਬਟ ਡਰਟੀ એનર્ਜੀਜ਼ ਜਾਂ ਬਹੁਤ ਸਾਰੀ ਗਲੈਂਡਸ ਨੇ ਇੱਥੇ ਜਿਨ੍ਹਾਂ ਵਿੱਚੋਂ ਆਪਣੇ ਆਪ એનર્ਜੀਜ਼ ਡਰਟੀ ਨਿਕਲ ਜਾਂਦੀਆਂ। ਜੇ ਇਹ ਬਲੌਕ ਹੋ ਗਏ ਸਾਡੇ ਸਾਈਨਸਸ ਹੋ ਜਾਂਦੇ ਨੇ। ਸੋ ਪੀਪਲ ਹੈਵ ਕ੍ਰੋਨਿਕ ਸਾਈਨਸਾਈਟਿਸ। ਜੇ ਇਹ ਵਾਲੀ ਜਗ੍ਹਾ ਤੇ ਇੱਥੇ ਸਾਡੀ ਬਲੌਕੇजेस ਹੋ ਜਾਂਦੀਆਂ ਨੇ, ਤਾਂ ਯੂ ਵਿਲ ਫਾਈਂਡ ਪੀਪਲ ਡੂਇੰਗ अर्ली in the morning, they're coughing, something is collected in their throat and they're just spitting it out. You're saying this in physical body sense? Physical body 'ਚ ਆ ਜਾਂਦਾ ਹੈ। Okay. It has to sweat out, it has to release the toxins. Toxins ਕੱਢਣੀਆਂ ਬਹੁਤ ਜ਼ਰੂਰੀ ਨੇ। ਸੋ ਜੇ ਅਸੀਂ sweat out ਕਰਾਂਗੇ ਤੇ ਨਿਕਲੇਗਾ। ਤੇ ਮਤਲਬ ਆਪਣੇ ਪੋਰਸ ਵੀ ਥੋੜੇ ਓਪਨ ਹੋਣੇ ਚਾਹੀਦੇ? ਬਿਲਕੁਲ ਹੋਣੇ ਚਾਹੀਦੇ ਨੇ। So when we are running, when we are doing gymming, when we are doing yogas, we are actually releasing the dirty energy. Dirty energy ਵਿੱਚ toxins ਵੀ ਤਾਂ ਹੈਗੇ ਨੇ। ਹੁਣ ਜਿਸ ਤਰ੍ਹਾਂ ਕਈਆਂ ਦੇ ਸਿਸਟਮਸ ਦੇ ਵਿੱਚ ਤੁਸੀਂ ਦੇਖਦੇ ਹੋ ਲਿੰਫੈਟਿਕ ਸਿਸਟਮ ਬੋਡੀ 'ਚ ਹੁੰਦਾ ਹੈਗਾ, ਜੇ ਲਿੰਫ ਨੋਡਸ ਉਹਦੀਆਂ ਨਹੀਂ ਚੱਲ ਰਹੀਆਂ ਉਸ ਪਰਸਨ ਦੀਆਂ, ਬਹੁਤ ਵਾਰੀ ਤੁਸੀਂ ਇਹ ਸੁਣਦੇ ਹੋ ਕਿ ਉਹਦੇ ਆਰਮਪਿਟ ਦੇ ਥੱਲੇ ਇੱਕ ਕਾਈਂਡ ਆਫ ਸਵੈਲਿੰਗ ਹੋ ਗਈ, ਤਾਂ ਦ ਨੋਡਿਊਲ ਹੈਜ਼ ਸਵੋਲਨ ਅਪ, ਡਰਟੀ ਐਨਰਜੀ ਰਿਲੀਜ਼ ਨਹੀਂ ਹੋਈਆਂ ਬੋਡੀ 'ਚੋਂ। The only solution to that is sweating out. Sweat out, ਜਿਮ ਆਊਟ, ਕਲੀਨ yourself. ਸੋ ਐਥਰਿਕ ਹੀਲਿੰਗ ਜਿਹਨੂੰ ਅਸੀਂ ਐਥਰਿਕ ਹਾਈਜੀਨ ਕਹਿੰਦੇ ਹਾਂ ਉਹ ਵੀ ਬਹੁਤ ਜ਼ਰੂਰੀ ਹੈ। Etheric is? ਐਜ਼ ਆਈ ਸੈਡ ਕਿ ਆਪਾਂ ਐਥਰਿਕ એનર્ਜੀਜ਼, ਆਪਾਂ એનર્ਜੀ ਬੋਡੀ 'ਤੇ ਕੰਮ ਕਰੀਦਾ। ਜੇ ਅਸੀਂ એનર્ਜੀ ਬੋਡੀ ਨੂੰ ਸਾਫ਼ ਰੱਖਾਂਗੇ, ਫਿਜ਼ੀਕਲ ਬੋਡੀ ਨੂੰ ਸਾਫ਼ ਰੱਖਾਂਗੇ, ਦੋਨੋਂ ਬੋਡੀਜ਼ ਨੂੰ ਸਾਫ਼ ਰੱਖਾਂਗੇ, ਪ੍ਰੋਬਲਮਸ ਨਹੀਂ ਆਉਣਗੀਆਂ। ਡੂ ਯੂ ਥਿੰਕ ਕਿ ਆਪਾਂ ਨੇ ਜੇ એનર્ਜੀ ਬੋਡੀ 'ਤੇ ਕੰਮ ਕਰਨਾ ਉਹਦੇ ਵਿੱਚ ਪਹਿਲਾਂ ਖੁਦ ਨੂੰ ਬਹੁਤ ਵਿਸ਼ਵਾਸ ਰੱਖਣਾ ਵੀ ਪਏਗਾ, ਇੱਕ ਬਿਲੀਫ ਨਾਲ ਕਰਨਾ ਪਏਗਾ, ਔਰ ਵੀ ਕੈਨ ਜਸਟ ਡੂ ਇਟ ਐਜ਼ ਅ ਰਿਚੁਅਲ? ਬਿਲੀਫ ਹਰ ਜਗ੍ਹਾ 'ਤੇ ਜ਼ਰੂਰੀ ਹੈ। ਜੇ ਮੈਂ ਖੁਦ 'ਤੇ ਫੇਥ ਕਰਕੇ, ਜੇ ਮੈਂ ਇਹ ਮੰਨਦੀ ਹਾਂ, ਚਲੋ ਮੈਂ ਕਹਿੰਦੀ ਹਾਂ ਆਪਾਂ ਏਥਿਸਟ ਹਾਂ, ਅਸੀਂ ਕਿਸੇ ਰਿਲੀਜਨ ਨੂੰ ਨਹੀਂ ਮੰਨੀਦਾ, ਬਟ ਅਸੀਂ ਇੱਕ ਐਜ਼ ਅ ਏਥਿਸਟ ਇੱਕ ਯੂਨੀਵਰਸ ਨੂੰ ਮੰਨੀਦਾ ਨਾ। ਅਸੀਂ ਉਹਨੂੰ ਦੇਖੀਦਾ ਹੈ ਕਿ ਰੋਜ਼ ਦਿਨ ਚੜ੍ਹਦਾ ਹੈ, ਰਾਤ ਹੁੰਦੀ ਹੈ, ਦ ਮਿਲਕੀ ਵੇ, ਦ ਗੈਲੈਕਸੀ, ਵੀ ਆਰ ਬਿਲੀਵਿੰਗ ਇਨ ਆਲ ਦੈਟ। Similarly, if I have a faith on myself that, listen, I am going through a problem, only I know, nobody else doesn't know, all right? But I want to sort it out. मैंने ਕੱਢਣਾ ਹੈ, ਇਸ ਦਿੱਕਤ ਨੂੰ ਕੱਢਣਾ ਹੈ, ਔਰ ਮੈਂ ਇਹਨੂੰ ਸਿਰਫ ਮੈਡੀਸਨਸ ਦੇ ਦਮ 'ਤੇ ਨਹੀਂ ਕਰਨਾ। ਮੋਸਟ ਆਫ ਦਾ ਟਾਈਮ ਅਸੀਂ ਕੀ ਕਰਦੇ, ਅਸੀਂ ਜਸਟ ਪੌਪ ਇਨ ਕਰ ਲਈਦਾ ਸਿਰ ਦਰਦ ਦੀ ਦਵਾਈ। ਸਿਰ ਦਰਦ ਹੋ ਕਿਉਂ ਰਹੀ ਹੈ ਉਹ ਨਹੀਂ ਸਮਝੀਦਾ, ਉਹ ਪੇਟ ਕਰ ਹੋ ਰਹੀ ਹੈ, ਓਵਰ ਥਿੰਕਿੰਗ ਕਰਕੇ ਹੋ ਰਹੀ ਹੈ, ਮੇਰੇ ਗਲੇ ਨੂੰ ਖਰਾਬ ਕਰਕੇ ਹੋ ਰਹੀ ਹੈ, ਵੀ ਜਸਟ ਪੌਪ ਇਨ ਦ ਮੈਡੀਸਨ।
right? But if it is happening constantly, then we start questioning na, then we are being logical na. इवन इफ पीपल नो डैट है ना कि उन्होंने स्ट्रेस करके ओवर थिंकिंग करके बट दे डोंट नो हाउ टू गेट रिड ऑफ दैट Correct, that is why we are talking about pranic healing ਕਿ pranic healing ਵਿੱਚ ਤੁਸੀਂ ਤੁਹਾਨੂੰ ਇੰਨੇ ਬਿਊਟੀਫੁਲ ਇੰਨੇ ਸੌਖੇ ਤਰੀਕੇ ਮਿਲ ਜਾਂਦੇ ਨੇ ਤੁਹਾਡਾ ਥਾਇਰੋਇਡ ਮਾਈਗ੍ਰੇਨ ਐਨੀ ਕਾਈਂਡਸ ਆਫ ਜਿੱਦਾਂ ਮੈਂ ਕਿਹਾ ਕ੍ਰੋਨਿਕ ਸਾਈਟੋਸਾਈਟਿਸ ਸਾਈਨੋਸਾਈਟਿਸ ਗੈਸਟ੍ਰੋ ਇਨਫੈਕਸ਼ਨਸ ulcerative colitis, you name it, it is there. You can heal yourself. Can you tell a little small practice if we can do it here, or you can explain for letting off overthinking or stress, we can say, that can help audience? ਸੋ ਇੱਕ ਬਹੁਤ ਸੋਹਣਾ ਤਰੀਕਾ ਹੈਗਾ ਅਸੀਂ ਇਹਨੂੰ ਕਹੀਦਾ ਹੈਗਾ ਜਦੋਂ ਅਸੀਂ ਕਹਿੰਦੇ ਨਾ ਕਿ ਜਦੋਂ ਅਸੀਂ ਹਰ ਚੀਜ਼ ਦੀ ਜਦੋਂ ਗੱਲ ਕਰੀਦੀ ਆਪਸ ਵਿੱਚ ਔਰ ਅਸੀਂ ਰਿਬਟਲ ਰਾਉਂਡਸ ਵਿੱਚ ਜਾਈਦਾ ਘਰੇ ਵੀ ਆਰ ਲਾਈਕ ਰਿਬਟਿੰਗ ਵਨ ਅਨਦਰ ਰਾਈਟ ਹੁਣ ਮੈਂ ਉੱਥੋਂ ਰੋਕਣਾ ਆਪਣੇ ਆਪ ਨੂੰ ਮੈਂ ਸਟ੍ਰੈਸ ਨਹੀਂ ਚਾਹੁੰਦੀ ਓਕੇ ਇੱਕ ਬਹੁਤ ਅੱਛਾ ਤਰੀਕਾ ਹੈ ਜੋ ਪੈਨਿਕ ਅਟੈਕਸ ਜਾਂ ਰਿਬਟਲਿੰਗ ਵਿੱਚ ਬਲੇਮਿੰਗ ਵਿੱਚ ਤੁਹਾਨੂੰ ਰੋਕ ਸਕਦਾ ਹੈ ਦੈਟ ਵੀ ਕਾਲ ਐਜ਼ ਦ ਪ੍ਰਾਣਿਕ ਬਰੀਦਿੰਗ Pranic breathing. ਉਹ ਹੁਣ ਪ੍ਰਾਣਿਕ ਬਰੀਦਿੰਗ ਕੀ ਹੈ ਇਹਨੂੰ ਆਪਾਂ ਜਿੱਦਾਂ ਆਪਾਂ ਨਾਰਮਲ ਬਰੀਥ ਕਰੀਦਾ ਹੈ ਮੁਸਕਾਨ ਵੈਨ ਵੀ ਆਰ ਬਰੀਦਿੰਗ ਵੀ ਆਰ ਜਸਟ ਇਨਹੇਲਿੰਗ ਐਂਡ ਐਕਸਹੇਲਿੰਗ ਇਨਵੋਲੰਟਰੀਲੀ ਕਰੈਕਟ ਮਾਸਟਰ ਕੀ ਕਹਿੰਦੇ ਨੇ ਆਪਣੇ ਪੇਟ ਨੂੰ ਬਾਹਰ ਲੈ ਕੇ ਆਓ ਜਿਵੇਂ ਇੱਕ ਛੋਟਾ ਬੱਚਾ ਬਰੀਥ ਕਰਦਾ ਹੈ ਸੋ ਵੈਨ ਯੂ ਆਰ ਇਨਹੇਲਿੰਗ the stomach out, exhale, stomach in, all right? And ਇਸ ਦੇ ਨਾਲ ਜ਼ੁਬਾਨ ਨੂੰ ਲਗਾਓ ਤਾਲੂ ਤੇ, okay? And then inhale and exhale in a balanced way. As I said, pranic healing is balanced. So ਕੀ ਕਰ ਸਕਦੇ ਹੋ? You can do it now. Just hold yourself, count ਕਰ ਲਓ, ਪਲਸ ਨੂੰ ਕਾਊਂਟ ਕਰ ਲਓ ਜਾਂ ਆਪਣੇ ਮਨ ਦੇ ਵਿੱਚ ਕੜੀ ਦੀ ਸੂਈਆਂ ਦੀ ਟਿਕ ਟਿਕ ਯਾਦ ਰੱਖ ਲਓ, okay? And inhale, hold, exhale, and hold. Now relax and let go. Do this 7 to 10 times and open your eyes. ਹੁਣ ਆਪਾਂ ਕੀਤਾ ਕੀ ਆਪਾਂ ਸਿਰਫ ਆਪਣਾ ਫੋਕਸ ਕਿੱਥੇ ਰੱਖਿਆ ਆਪਣੇ ਸਵਾਸਾਂ ਤੇ ਬਰੀਦਿੰਗ ਤੇ ਹੁਣ ਸਾਰੀਆਂ ਥੌਟਸ ਜਿਹੜੀ ਚੱਲ ਰਹੀਆਂ ਸੀ ਜਿਹੜਾ ਮੇਰੇ ਆਸੇ-ਪਾਸੇ ਕਹਾਣੀਆਂ ਪੈ ਰਹੀਆਂ ਸੀ ਜਿਹਦੇ ਵਿੱਚ ਮੈਨੂੰ ਲੱਗ ਰਿਹਾ ਸੀ ਮੈਨੂੰ ਇਹ ਜਵਾਬ ਦੇਣਾ ਸੀ ਇਹਨੂੰ ਇਹ ਜਵਾਬ ਦੇਣਾ ਸੀ ਉਹ ਰੁਕ ਗਿਆ Like slow down हो गया, ਸਭ ਕੁਝ ਸਲੋ ਡਾਊਨ ਹੋ ਗਿਆ ਟੰਗ ਟੂ ਦ ਪੈਲਟ ਹੋ ਗਈ ਮਤਲਬ ਮੈਨੂੰ अपने आप ही हो गया वो, है ना? तो ਮੈਨੂੰ ਉਹਨੂੰ ਉਤਾਰ ਕੇ ਜਬ ਤੱਕ ਮੈਂ ਟੰਗ ਉਤਾਰਾਂਗੀ ਤਾਲੂ ਤੋਂ ਔਰ ਮੈਂ ਉਹਨੂੰ ਵਾਪਸ ਜਵਾਬ ਦੇਵਾਂਗੀ ਛੱਡਣਾ ਕੀ ਕਰਨਾ ਆਈ ਐਮ ਹੈਪੀ ਵਿਦਨ ਮੀ ਪ੍ਰਾਣਿਕ ਹੀਲਿੰਗ ਟੈਲਸ ਯੂ ਦੈਟ ਜਦੋਂ ਤੁਹਾਡੇ ਅੰਦਰ ਸ਼ਾਂਤੀ ਹੋ ਜਾਂਦੀ ਹੈ ਨਾ ਬਾਹਰ ਦਾ ਕਿਓਸ ਤੁਹਾਨੂੰ ਤੰਗ ਨਹੀਂ ਕਰਦਾ ਐਂਡ ਬੇਸਿਕਲੀ ਅੱਜ ਦੀ ਦੌੜ ਦੀ ਜ਼ਿੰਦਗੀ ਦੇ ਅੰਦਰ ਨਾ ਅਸੀਂ ਕਿਓਟਿਕ ਹੋ ਚੁੱਕੇ ਹਾਂ ਜਿੱਦਾਂ ਮੈਂ ਕਿਹਾ ਕਿ ਸਟ੍ਰੈਸ એનર્ਜੀਜ਼ ਜਾਂ ਉਸ ਜਗ੍ਹਾ ਦੀ એનર્ਜੀਜ਼ ਕਿਉਂਕਿ ਟਿਕਟੌਕ ਅਸੀਂ ਟਾਈਮ ਦੇ ਨਾਲ ਚੱਲ ਰਹੇ ਹਾਂ ਅਸੀਂ ਇੰਨਾ ਸਟ੍ਰੈਸ ਆਪਣੇ ਅੰਦਰ ਬਿਲਡ ਅਪ ਕਰ ਲੈਂਦੇ ਹਾਂ ਸਾਨੂੰ ਬਾਹਰ ਸਭ ਕੁਝ ਕਿਓਟਿਕ ਲੱਗਦਾ ਔਰ ਉਸ ਨੂੰ ਸਾਰੇ ਨੂੰ ਡ੍ਰੌਪ ਕਰ ਲੈਂਦੇ ਹਾਂ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਲੋਕ ਪ੍ਰਾਣਿਕ ਹੀਲਿੰਗ ਤੋਂ ਇਨਸਟੈਂਟ ਮਿਰਾਕਲਸ ਐਕਸਪੈਕਟ ਕਰਦੇ ਹੋਣ ਬਹੁਤ ਵਾਰੀ ਕਰਦੇ ਨੇ ਬਟ ਆਈ ਆਲਵੇਜ਼ ਟੈਲ them that spirituality is going slow ਇਹ ਸਪਿਰਿਚੁਅਲਿਟੀ ਹੈ ਇਹ ਕੀ ਕਹਿੰਦੀ ਹੈ ਜਿਸ ਤਰ੍ਹਾਂ ਮੈਂ ਹੁਣੇ ਕਿਹਾ ਕਿ ਆਪਣੇ ਅੰਦਰ ਸ਼ਾਂਤ ਕਰ ਲਓ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋ ਜਾਓਗੇ ਤੁਹਾਨੂੰ ਬਾਹਰ ਦੀ ਦੌੜ ਜਿਹੜੀ ਹੈ ਨਾ ਤੰਗ ਨਹੀਂ ਕਰੇਗੀ ਤੁਸੀਂ ਬੈਟਰ ਟਾਈਮ ਮੈਨੇਜ ਕਰ ਲਓਗੇ ਜੇ ਮੈਂ ਟਾਈਮ ਮੈਨੇਜ ਬੈਟਰ ਕਰ ਲਾਂਗੀ ਚੀਜ਼ਾਂ ਬੈਟਰ ਹੋ ਜਾਣਗੀਆਂ ਸੋ ਪਤਾ ਕੀ ਹੈ ਸਾਨੂੰ ਹੁਣ ਦੀ ਜਨਰੇਸ਼ਨ 'ਚ ਮੁਸਕਾਨ ਕੀ ਫੀਲ ਹੁੰਦਾ ਹੈਗਾ ਆਪਣੀ ਵੀ ਗੱਲ ਕਰਾਂ we are so used to that 2-minute formula as I said ਸਿਰ ਦੁਖ ਰਿਹਾ ਹੈ pop in the pill ਖਾਣਾ ਬਣਾਉਣਾ ਹੈ let me get the packed food and do it ਇੱਕ ਹੋਰ ਤਰੀਕਾ ਡੀ-ਸਟ੍ਰੈਸਿੰਗ ਦਾ ਜਿਹੜਾ ਮੈਂ ਬਹੁਤ ਵਾਰੀ ਘਰੇ ਵੀ ਕਹਿੰਦੀ ਹਾਂ ਜਿਸ ਦਿਨ ਬਹੁਤ ਸਟ੍ਰੈਸ ਹੈ ਨਾ go into your kitchen tell the chef to move off and cook yourself ਇਹਦੇ ਨਾਲ this is also a therapy. very beautiful therapy ask people ਕਿਉਂਕਿ ਤੁਸੀਂ ਪਲਾਨ ਕਰਦੇ ਹੋ ਤੁਸੀਂ ਪਿਆਜ਼ ਕੱਢੋਗੇ ਟਮਾਟਰ ਕੱਢੋਗੇ ਚੀਜ਼ਾਂ ਕੱਢੋਗੇ ਸੌਟੇ ਕਰੋਗੇ ਬਣਾਓਗੇ ਤੁਹਾਡਾ ਫੋਕਸ ਕਿੱਥੇ ਹੈ ਓਨਲੀ ਔਨ ਦ ਫੂਡ ਔਰ ਉਸ ਦੇ ਨਾਲ ਜੇ ਤੁਸੀਂ ਨਾਲ ਕੋਈ ਅੱਛਾ ਮਿਊਜ਼ਿਕ ਲਗਾ ਲਓ you see so many insta reels nowadays na girls are cooking and they're dancing okay people like me maybe I'll put ਸੁਖਮਨੀ ਸਾਹਿਬ ਜਦੋਂ ਚੱਲਦਾ ਹੈਗਾ ਤੇ ਉਹ ਜਦੋਂ ਕੰਨਾਂ 'ਚ ਪੈਂਦਾ ਹੈ ਤੇ ਤੁਸੀਂ ਵੈਸੇ ਹੀ ਬਹੁਤ ਰਿਲੈਕਸ ਹੋ ਜਾਂਦੇ ਹੋ ਐਂਡ ਯੂ ਕੁਕਿੰਗ ਸੋ ਉਹਦੀ એનર્ਜੀਜ਼ ਕਿਵੇਂ ਦੀਆਂ ਹੋ ਜਾਣਗੀਆਂ ਖਾਣੇ ਦੀਆਂ ਹੈਪੀ એનર્ਜੀਜ਼ Basically main solution to get rid of stress is अपना focus एक जगह पे करना, beat anything. correct like you are dealing with so many artists ਕਦੀ ਸੋਚਿਆ ਉਹ ਕਿਉਂ ਜਦੋਂ ਆਉਂਦੇ ਨੇ ਤੇ ਉਹ ਇੰਨੇ ਰਿਲੈਕਸ ਕਿਉਂ ਹੁੰਦੇ ਨੇ ਇੰਨੇ ਕ੍ਰੀਏਟਿਵ ਕਿਉਂ ਹੁੰਦੇ ਨੇ ਬਿਊਟੀਫੁਲ ਕਿਉਂ ਹੁੰਦੇ ਨੇ ਕਿਉਂਕਿ ਡਿਸਕਨੈਕਟ ਕਰ ਸਕਦੇ ਨੇ ਰੋਜ਼ਮਰਰਾ ਦੀ ਪ੍ਰੋਬਲਮਸ ਚੋਂ ਜਿਹੜੇ ਸਾਡੇ ਆਸ-ਪਾਸ ਜੀ ਹੈਗੇ ਨੇ ਸਾਡੇ ਘਰ ਦੇ ਉਹ ਸਾਨੂੰ ਕੋਈ ਗੱਲ ਕਹਿ ਦਿੰਦੇ ਨੇ ਅਸੀਂ ਉਹਨੂੰ ਹੋਲਡ ਕਰਕੇ ਰੱਖੀਦਾ ਔਰ ਉਹਦਾ ਤੁਸੀਂ ਦੇਖੋਗੇ ਨਾ ਇੱਕ ਮਲਟੀਪਲਾਇਰ ਇਫੈਕਟ ਤੁਹਾਡੇ ਆਫਿਸ 'ਚ ਪੈਂਦਾ
ਬਿਕਾਜ਼ ਤੁਸੀਂ ਕੁਝ ਲੈ ਕੇ ਆ ਰਹੇ ਹੋ ਆਫਿਸ ਦੇ ਵਿੱਚ। ਆਪਾਂ ਜੇ ਅੱਜ ਕੱਲ੍ਹ ਦੇ ਹਾਊਸਹੋਲਡ ਵੂਮਨ ਦੀ ਗੱਲ ਵੀ ਕਾਫੀ ਕਰੀਏ, ਆਪਣੇ ਮਦਰਸ, ਮੋਸਟਲੀ ਵੂਮਨ ਦੇ ਐਸਪੈਕਟਸ ਮੈਂ ਕਹਾਂਗੀ, ਆਈ ਫੀਲ ਕਿ ਮੇਲ ਆਰ ਵੈਰੀ ਕੇਅਰ ਫ੍ਰੀ ਇਨ ਦਿਸ ਥਿੰਗ। ਦੇ ਹੈਵ ਪ੍ਰੋਬਲਮਸ, ਆਈ ਡੋਂਟ ਸੇ ਦੇ ਡੋਂਟ ਫੀਲ ਪ੍ਰੋਬਲਮਸ ਔਰ ਟੇਕ ਟੈਨਸ਼ਨ, ਬਟ ਉਹਨਾਂ ਦੀ ਸਾਰੀ 90% ਰਿਗਾਰਡਿੰਗ ਮਨੀ ਐਂਡ ਵਰਕ ਹੀ ਹੁੰਦੀ ਹੈ। ਵੈਰੀ ਲੈਸ ਆਫ ਅਗਰ ਕੋਈ ਉਹਨਾਂ ਦੀ ਫੈਮਿਲੀ 'ਚ ਇਫ ਸਮਨ ਇਜ਼ ਇਲ or in that way we can say, but ज़्यादातर वो provider mindset करके financial problems करके ही रहंदे हैं। women ने अपनी सारी दुनिया ये मेल ਨੂੰ ਬਣਾਇਆ ਹੁੰਦਾ, ਆਪਣੇ ਪਾਰਟਨਰ, ਸਪਾਊਸ, whatever we can say, and naturally ਹੀ ਉਹਨਾਂ ਤੋਂ ਐਕਸਪੈਕਟ ਕੀਤਾ ਜਾਂਦਾ ਕਿ ਹੈ ਨਾ ਉਹ ਤਾਂ ਹੈ ਹੀ ਹੈ, ਲਾਈਕ we take them as a backbone। ਤੇ ਉਹਨਾਂ ਦੇ ਛੋਟੇ ਛੋਟੇ ਐਕਸ਼ਨਸ ਵੀ women ਨੂੰ ਬਹੁਤ ਅਫੈਕਟ ਕਰਦੇ ਹਨ, ਐਂਡ ਸਾਰਾ ਡੇ ਉਹ ਉਸੇ ਥਾਟਸ ਦੇ ਅਰਾਊਂਡ ਰਿਵੋਲਵ ਕਰਦੇ ਹਨ। ਤੇ ਆਪਾਂ ਉਹਨਾਂ women ਨੂੰ ਕਿਵੇਂ ਕਹਿ ਸਕਦੇ ਹਾਂ ਕਿ ਆਪਣੇ ਥਾਟਸ ਨੂੰ ਡਿਸਕਨੈਕਟ ਕਰਨ? ਬਿਊਟੀਫੁਲ ਕੁਐਸਚਨ ਮੁਸਕਾਨ। ਇੱਥੇ ਮੈਂ ਇਹ ਕਹਾਂਗੀ ਕਿ ਸਾਡੀ ਜਿਹੜੀ ਆਪਣੀ ਹੈਪੀਨੈਸ ਦੀ ਚਾਬੀ ਹੈ ਨਾ, ਅਸੀਂ ਅਕਸਰ ਕਿਸੇ ਹੋਰ ਨੂੰ ਦੇ ਦਿੰਦੇ ਹਾਂ। ਅਸੀਂ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਬਟ that is not easy। ਅਗਰ even if I talk about say my mom, if my mom is like that way, ਉਹਨਾਂ ਨੂੰ 50 ਸਾਲ ਹੋ ਗਏ ਇਹ ਚੀਜ਼ ਵਿੱਚ ਕਰਦੇ ਹੋਏ, we cannot expect to change them at this age। The woman is the ਸ਼ਕਤੀ of the house। ਇਹਨੂੰ ਗੁਰੂਆਂ ਨੇ ਬਹੁਤ ਸੋਹਣੀ ਤਰ੍ਹਾਂ ਕਿਹਾ ਹੈ, ਸੋ ਕਿਉਂ ਮੰਦਾ ਆਖੀਏ ਜਦ ਜੰਮੇ ਰਾਜਾਨ। ਸੋ ਇੱਕ ਸ਼ਕਤੀ ਹੈ ਇੱਕ ਔਰਤ। ਔਰ ਡਿਫਰੈਂਸ ਕੀ ਹੈ ਇੱਕ ਮੈਨ ਔਰ ਇੱਕ ਵੂਮਨ ਦੇ ਵਿੱਚ? ਜਿਹੜੀ ਵੂਮਨ ਹੈ ਉਹ ਮਲਟੀ ਟਾਸਕਿੰਗ ਬਹੁਤ ਸੋਹਣੀ ਕਰਦੀ ਹੈ। ਉਸਦੇ ਬ੍ਰੇਨ ਦੇ ਵਿੱਚ ਐਕਚੁਅਲੀ ਖਾਨੇ ਨੇ, ਹੁਣ ਮੈਂ ਆਹ ਕਰਨਾ, ਆਹ ਕਰਨਾ, ਆਹ ਕਰਨਾ, ਆਹ ਕਰਨਾ, ਇਹ ਕਰਨਾ, ਔਰ ਉਹਦੇ ਵਿੱਚੋਂ ਕੀ ਕਰਦੀ ਹੈ, ਆਪਣੇ ਆਪ ਨੂੰ ਲਾਸਟ ਖਾਨੇ 'ਚ ਪਾ ਦਿੰਦੀ ਹੈ। ਹਾਂ ਬਿਲਕੁਲ। ਅਸੀਂ ਆਪਣੇ ਆਪ ਨੂੰ ਬਿਲਕੁਲ ਪਿੱਛੇ ਲੈ ਜਾਈਦਾ। ਅਸੀਂ ਕੀ ਕਰੀਦਾ, ਨਹੀਂ ਪਹਿਲਾਂ ਮੈਂ ਘਰ ਦਾ ਇਹ ਕਰਾਂਗੀ, ਇਹ ਕਰਾਂਗੀ, ਇਹ ਕਰਾਂਗੀ, ਇਹ ਕਰਾਂਗੀ, ਜੇ ਫਿਰ ਟਾਈਮ ਮਿਲਿਆ ਫਿਰ ਮੈਂ ਕਰਾਂਗੀ। ਸੋ ਅਸੀਂ ਉਹਨੂੰ ਐਵੇਂ ਕਹੀਦਾ ਕਿ ਯਾਰ ਜੇ ਤੂੰ ਸ਼ਕਤੀ ਹੈ, ਜੇ ਤੂੰ ਇਸ ਘਰ ਨੂੰ ਸਾਂਭਣਾ, ਬੱਚਿਆਂ ਨੂੰ ਸਾਂਭਣਾ, ਹਸਬੈਂਡ ਨੂੰ ਸਾਂਭਣਾ, ਟੇਕ ਆਊਟ ਦੈਟ 15 ਮਿੰਟ ਫॉर yourself, ਜਸਟ 15 ਮਿੰਟਸ। ਉਹ 15 ਮਿੰਟ ਜੇ ਮੈਂ ਦਿਨ ਦੇ ਲੈ ਲਾਂ, ਔਰ ਉਸ 15 ਮਿੰਟ ਵਿੱਚ ਮੈਂ ਆਪਣੀ ਇੱਕ ਫੇਵਰੇਟ ਵਧੀਆ ਜਿਹੀ ਅਦਰਕ ਦੀ ਕੱਪ ਦੀ ਚਾਹ ਬਣਾਈ, ਵੱਡਾ ਗਲਾਸ, ਜਿਵੇਂ ਹੁਣ ਅਸੀਂ ਇੰਜੋਏ ਕਰ ਰਹੇ ਹਾਂ, ਮੈਂ ਵਧੀਆ ਜਿਹਾ ਆਪਣੇ ਮਰਜ਼ੀ ਦਾ ਮਿਊਜ਼ਿਕ ਲਗਾਇਆ, ਮੈਂ ਉਹਨੂੰ ਸੁਣ ਲਿਆ, ਆਈ ਐਮ ਡਨ। ਮੋਸਟ ਆਫ ਦ ਵੂਮਨ ਟੇਕ ਗਿਲਟ ਆਫ ਟੇਕਿੰਗ ਮੀ ਟਾਈਮ। ਕरेक्ट। ਇਸ ਗੱਲ ਨੂੰ ਮੈਂ ਬਹੁਤ ਵਾਰੀ ਇਸ ਬਾਰੇ ਗੱਲ ਕਰ ਚੁੱਕੀ ਹਾਂ, ਜਿੱਥੇ ਵੀ ਸਾਡੇ ਗੈਟ ਟੂਗੇਦਰਸ ਹੁੰਦੇ ਨੇ, ਇਵੈਂਟਸ ਹੁੰਦੇ ਨੇ, ਆਲਵੇਜ਼ ਸੇ ਵਾਈ ਦ ਗਿਲਟ। ਵਾਈ ਗਿਲਟ ਕਿਉਂ ਪਾ ਰਹੇ ਹਾਂ? ਕਿਉਂਕਿ ਸਾਨੂੰ ਨਾ ਬਹੁਤ ਚਿਰ ਤੋਂ ਇਹ ਕਿਹਾ ਜਾ ਰਿਹਾ, ਬਹੁਤ ਚਿਰ ਤੋਂ, ਕਿ ਤੂੰ ਇਹ ਕਰਨ ਜਾ ਰਹੀ ਸੀ, ਦੇਖ ਤੇਰੇ ਬੱਚੇ ਇਫੈਕਟ ਹੋ ਗਏ, ਤੂੰ ਇਹਨਾਂ ਨੂੰ ਛੱਡ ਕੇ ਬਾਹਰ ਜਾ ਰਹੀ ਸੀ, ਜੇ ਦੇਖ ਤੇਰੇ ਹਸਬੈਂਡ ਇਫੈਕਟ ਹੋ ਗਏ। somewhere we are carrying the guilt within ourselves, because we have always been told that the husband is the provider and you are the back end person who's going to take how it women from. can get rid of the guilt? ਸੋ ਇਸ ਕੁਐਸਚਨ ਨੂੰ ਮੈਂ ਐਵੇਂ ਆਨਸਰ ਕਰਾਂਗੀ ਕਿ ਸਾਡੇ ਅੰਦਰ ਗਿਲਟ ਹੈ ਨਾ। ਸਾਨੂੰ ਇਹ ਲੱਗਦਾ ਹੈਗਾ ਕਿ ਅੱਛਾ ਮੈਂ ਬਾਹਰ ਚਲੀ ਗਈ, ਮੇਰੇ ਬੱਚੇ ਦਾ ਟਾਈਮ ਇਫੈਕਟ ਹੋ ਗਿਆ, ਮੈਨੂੰ ਪੜ੍ਹਾ ਨਹੀਂ ਪਾਈ, ਜਾਂ ਮੈਂ ਆਪਣੇ ਹਸਬੈਂਡ ਨੂੰ ਪ੍ਰੋਪਰਲੀ ਦੇਖ ਨਹੀਂ ਪਾਈ, ਆਪਣੇ ਮਦਰ ਇਨ ਲਾਅ ਨੂੰ ਦੇਖ ਨਹੀਂ ਪਾਈ, XYZ ਐਨੀਥਿੰਗ, ਮੈਂ ਆਫਿਸ ਦਾ ਕੰਮ ਨਹੀਂ ਕਰ ਪਾਈ। there are beautiful ways of changing your thought forms। ਉਹ ਆਪਾਂ ਕਿਵੇਂ ਕਰੀਦਾ, ਇੱਕ ਥੋਟ ਨੂੰ ਰਿਪਲੇਸ ਕਰਨਾ। ਜਿਵੇਂ ਮੈਂ ਕੀ ਕਿਹਾ ਪਹਿਲਾਂ ਕਿ ਅਸੀਂ ਇੰਟਰੋਸਪੈਕਟ ਕਰੀਦਾ, ਉਹਦੇ ਵਿੱਚ ਅਸੀਂ ਕੀ ਕਰੀਦਾ, ਇੰਟਰੋਸਪੈਕਟ ਕਰਕੇ ਅਸੀਂ ਕੀ ਕਹੀਦਾ, ਆਹ ਚੀਜ਼ ਗਲਤ ਕੀਤੀ ਮੈਂ ਅੱਜ, ਤੇ ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਆਪਾਂ ਲਿਖ ਕੇ ਉਹਨੂੰ ਜਲਾ ਦੇਈਦਾ। ਇੱਥੇ ਆਪਾਂ ਕੀ ਕਰਨਾ, ਸਵੇਰੇ ਅੱਖਾਂ ਖੁੱਲ ਰਹੀਆਂ ਨੇ ਨਾ, ਅੰਦਰ ਇਹ ਥੋਟ ਆ ਰਹੀ ਹੈ ਕਿ ਯਾਰ ਮੈਂ ਕੱਲ ਨਾ ਇਹ ਕਰ ਨਹੀਂ ਪਾਈ, ਇਟਸ ਓਕੇ, ਆਈ ਐਮ ਆਲ ਫਾਈਨ, ਆਈ ਵਿਲ ਡੂ ਇਟ ਟੁਡੇ। ਮੈਂ ਇੱਕ ਇਨਸਾਨ ਹਾਂ, ਮੈਂ ਗਲਤੀ ਕਰ ਸਕਦੀ ਹਾਂ। ਐਕਸੈਪਟੈਂਸ ਲਿਆਣੀ, ਇਟਸ ਓਕੇ, ਮੈਥੋਂ ਰਹਿ ਗਿਆ ਹੈ ਕੱਲ ਕੰਮ, ਮੈਂ ਅੱਜ ਕਰਾਂਗੀ। ਥੈਂਕ ਯੂ ਸੋ ਮਚ ਮੈਨੂੰ ਅੰਡਰਸਟੈਂਡਿੰਗ ਦੇਣ ਲਈ ਬਾਬਾ ਜੀ। how this will help in gaining the willpower? ਵਿਲ ਪਾਵਰ ਵਧਾਉਂਦੀ ਹੈ ਕਿਉਂਕਿ ਤੁਸੀਂ ਆਪਣੇ ਅੰਦਰੋਂ ਗਿਲਟ ਕੱਢਿਆ। ਪਹਿਲੀ ਚੀਜ਼ ਤੁਸੀਂ ਗਿਲਟ ਕੱਢਦੀ ਹੈ ਕਹਿ ਕੇ, ਦੇਖੋ ਗਲਤੀ ਸਭ ਤੋਂ ਹੁੰਦੀ ਹੈ, ਰਾਈਟ। ਐਜ਼ ਏ ਔਰਤ ਜੇ ਮੈਨੂੰ ਬਾਰ-ਬਾਰ ਇਹ ਕਿਹਾ ਜਾਂਦਾ ਤੂੰ ਆ ਨਹੀਂ ਕੀਤਾ, ਆ ਨਹੀਂ ਕੀਤਾ, ਆ ਨਹੀਂ ਕੀਤਾ, ਮੈਂ ਉਹਨੂੰ ਐਬਜ਼ੌਰਬ ਕਿਉਂ ਕਰ ਰਹੀ ਹਾਂ? ਉਹ ਜਦ ਐਬਜ਼ੌਰਬ ਕਰ ਲਿਆ, ਇੰਟਰੋਸਪੈਕਟ ਕਰ ਲਿਆ ਕਿ ਇਹ ਗਲਤ, ਐਬਜ਼ੌਰਬ ਕਰ ਲਿਆ, ਮੈਂ ਐਕਸੈਪਟ ਵੀ ਕਰ ਲਿਆ ਗਲਤੀ ਹੋ ਗਈ, ਹੁਣ ਉਹਨੂੰ ਮਾਫ ਕਰਕੇ ਮੈਂ ਅੱਗੇ ਵਧਣਾ ਨਾ, ਮੈਂ ਖੁਦ ਨੂੰ ਮਾਫ ਕਰਨਾ। forgiveness is everything। ਪਹਿਲਾਂ ਖੁਦ ਨੂੰ I have to forgive myself, ਔਰ ਉਹਨੂੰ ਮੈਂ ਰਿਪਲੇਸ ਕਰਾਂਗੀ, ਹੁਣ ਉਸ ਥਾਟ ਨੂੰ ਰਿਪਲੇਸ ਕਰਾਂਗੀ। I have to forgive myself, I love myself, I am beautiful, I am healthy, I am happy। ਤਾਂ ਖੂਬਸੂਰਤੀ ਔਰ ਸਾਡੀ ਖੁਸ਼ੀ ਦੀ ਚਾਬੀ ਸਾਡੇ ਕੋਲ ਹੈ। ਬਿਕਾਜ਼ ਮੈਂ ਇਹ ਮੰਨਦੀ ਹਾਂ, ਆਮ ਸ਼ੋਰ ਅਸੀਂ ਸਾਰੇ ਮੰਨਦੇ ਹਾਂ, ਮੁਸਕਾਨ ਯੂ ਯੋਰਸੈਲਫ ਐਗਰੀ ਟੂ ਇਟ, ਕਿ ਅਸੀਂ ਸਾਰੇ ਖੂਬਸੂਰਤ ਹਾਂ।
ਜਿਹਨੂੰ ਵਾਹਿਗੁਰੂ ਨੇ ਬਣਾਇਆ ਉਹ ਪਰਫੈਕਟ ਹੈ, ਨਹੀਂ ਤੇ ਉਹ ਆਉਂਦਾ ਹੀ ਨਹੀਂ ਹੈ ਨਾ। ਲੁੱਕ ਐਟ ਦ ਪੇੜ ਪਹਾੜ, ਲੁੱਕ ਐਟ ਦ ਟਰੀਜ਼ ਔਰ ਦ कैन से दैट अगर रब ने किसी ने बनाया, रब कुछ गलत चीज़ नहीं बनाए। ਫਿਰ ਅਸੀਂ ਕਿਉਂ ਗਿਲਟ ਨੂੰ ਲੈ ਕੇ, ਅਸੀਂ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੁੰਦੇ ਹਾਂ। ਸਵੇਰੇ ਜਦੋਂ ਉੱਠਦੇ ਹਾਂ, ਇੱਕ ਹੋਰ ਟਿਪ ਹੈ, ਅੱਖਾਂ ਹਾਲੀ ਖੁੱਲੀਆਂ ਨਹੀਂ ਨੇ, ਸਿਰਫ ਬਾਬਾ ਜੀ ਦਾ ਨਾਮ ਲਿਆ ਨਾ ਤੁਸੀਂ, ਜਿਸ ਨੂੰ ਵੀ ਤੁਸੀਂ ਯਾਦ ਕਰਦੇ ਹੋ, ਉਸ ਤੋਂ ਬਾਅਦ ਕੀ ਕਹੋਗੇ? ਥੈਂਕ ਯੂ ਫॉर ਗਿਵਿੰਗ ਮੀ ਦਿਸ ਬਿਊਟੀਫੁਲ ਹਾਊਸ, ਥੈਂਕ ਯੂ ਫॉर ਗਿਵਿੰਗ ਮੀ ਮਾਈ ਆਈਜ਼ ਆਰ ਵਰਕਿੰਗ, ਮਾਈ ਹੈਂਡਸ ਆਰ ਵਰਕਿੰਗ, ਮਾਈ ਲੈਗਸ ਆਰ ਵਰਕਿੰਗ, ਆਈ ਐਮ ਹੈਲਦੀ। ਮੇਰੇ ਸਰੀਰ ਦਾ ਥੈਂਕ ਯੂ ਕਰਨਾ ਮੈਂ, ਮੇਰਾ ਸਰੀਰ ਚੱਲ ਰਿਹਾ ਹੈ। ਫਿਰ ਉਸ ਤੋਂ ਬਾਅਦ ਥੈਂਕ ਯੂ ਇਸ ਘਰ ਨੂੰ ਜਿਹਨੇ ਮੈਨੂੰ ਦਿੱਤਾ, ਜਿੱਥੇ ਮੈਂ ਪੈਦਾ ਹੋਈ ਹਾਂ ਜਾਂ ਜਿੱਥੇ ਮੇਰਾ ਵਿਆਹ ਹੋਇਆ। ਥੈਂਕ ਯੂ ਸੋ ਮਚ ਫॉर ਗਿਵਿੰਗ ਮੀ ਦਿਸ ਪਲੇਸ। ਥੈਂਕ ਯੂ ਟੂ ਮਾਈ ਹਸਬੈਂਡ, ਹੈ ਨਾ, ਕਿ ਤੂੰ ਮੈਨੂੰ ਇੰਨੇ ਸੋਹਣੇ ਸੋਹਣੇ ਬੱਚੇ ਦਿੱਤੇ। ਥੈਂਕ ਯੂ ਟੂ ਦ ਮਦਰ ਇਨ ਲੋ ਜਿਹਨੇ ਮੈਨੂੰ ਇੱਕ ਹਸਬੈਂਡ ਦਿੱਤਾ। ਅਤੇ ਜੇ ਮੈਂ ਇਹ ਗ੍ਰੈਟੀਟਿਊਡ ਨਾਲ ਕਰ ਲਾਂ, ਸਿੰਪਲ ਜਿਹਾ ਸਵੇਰੇ, ਮੈਂ ਕਿਹੜਾ ਜਾ ਕੇ ਅਗਲੇ ਨੂੰ ਕਹਿਣਾ, ਰਾਈਟ? ਆਈ ਐਮ ਜਸਟ ਸਿਟਿੰਗ ਦੇਅਰ, ਆਈ ਐਮ ਡੂਇੰਗ ਦਿਸ, ਅੱਖਾਂ ਖੁੱਲੀਆਂ ਹਾਲੀ ਪੂਰੀਆਂ ਨਹੀਂ ਨੇ, ਥੈਂਕ ਯੂ ਕੀਤਾ, ਉੱਠੇ, ਠੀਕ ਹੈ, ਅੱਜ ਨਵੀਂ ਐਨਰਜੀ ਨਾਲ ਚਾਰਜਡ, ਜੋ ਕੱਲ ਠੀਕ ਨਹੀਂ ਹੋਇਆ ਅੱਜ ਠੀਕ ਕਰਾਂਗੇ। So this gives us a cut off to the previous We days. cut the thoughts. That's exactly what we're doing. ਔਰ ਅਸੀਂ ਇਹ ਕਰਦੇ ਹਾਂ, ਅਸੀਂ ਆਪਣੀ ਧੋਬੀ ਲਿਸਟ ਬਣਾਉਂਦੇ ਹਾਂ ਨਾ ਰੋਜ਼ ਦੀਆਂ, ਮੁਸਕਾਨ, ਹਾਂ ਅੱਜ ਮੈਂ ਦਾਲ ਇਹ ਵਾਲੀ ਲਿਆਉਣੀ ਹੈ, ਉਹ ਅੱਜ ਮੈਂ ਖਾਣਾ ਨਹੀਂ ਲਿਆਇਆ, ਉਹ ਮੇਰਾ ਡਰਾਈ ਕਲੀਨ ਦਾ ਸਮਾਨ ਲੈ ਗਿਆ। ਉਸ ਧੋਬੀ ਲਿਸਟ ਵਿੱਚ ਮੈਂ ਆਪਣੇ ਆਪ ਨੂੰ ਕਿਉਂ ਨਹੀਂ ਪਾ ਰਹੀ? ਠੀਕ ਹੈ, ਮੈਥੋਂ ਅੱਜ ਨਹੀਂ ਹੋਇਆ, ਮੈਂ ਕੱਲ ਕਰਾਂਗੀ। So things can be moved up. So gratitude ਔਰ forgiveness, ਆਹ ਦੋ ਚੀਜ਼ਾਂ ਜੇ ਅਸੀਂ ਲੈ ਕੇ ਚੱਲਦੇ ਹਾਂ ਆਪਣੇ ਲਈ ਵੀ। ਸੋ ਪਹਿਲੋਂ ਆਈ ਹੈ ਮੈਂ, ਸੋ ਇਟ ਇਜ਼ ਗੁੱਡ ਟੂ ਬੀ ਆਈ ਓਰੀਐਂਟਡ, ਹੈ ਨਾ, ਟੂ ਕੀਪ ਯੋਰ ਸੈਲਫ ਹੈਪੀ ਐਂਡ ਹੈਲਦੀ। ਉਹ ਤੋਂ ਬਾਅਦ ਕੀ ਹੈ? ਮੇਰਾ ਪਰਿਵਾਰ ਹੈ। ਅਤੇ ਜੇ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੇ ਕੋਈ ਗੱਲ ਉੱਚੀ ਨੀਵੀਂ ਕਰਤੀ, ਫਿਰ ਉਹਨੂੰ ਮਾफ़ ਕਰਨਾ। ਕਿ ਇਹ ਚੀਜ਼ ਗਲਤ ਹੈ ਆਪਣੇ ਆਪ ਨੂੰ ਪਹਿਲਾਂ ਰੱਖਣਾ? ਬਿਲਕੁਲ ਵੀ ਨਹੀਂ, ਕਿਉਂਕਿ ਜੇ ਤੁਸੀਂ ਹੈਲਦੀ ਨਹੀਂ ਹੋ, ਜੇ ਤੁਸੀਂ ਹੈਪੀ ਨਹੀਂ, ਤਾਂ ਪਰਿਵਾਰ ਨੂੰ ਕਿਵੇਂ ਵੇਖੋਗੇ? ਤੇ ਮੋਸਟ ਆਫ ਦ ਵੂਮਨ ਹਮੇਸ਼ਾ ਆਪਣੀ ਫੈਮਿਲੀ, ਬੱਚਿਆਂ ਨੂੰ ਪਹਿਲਾਂ ਰੱਖ ਰਹੀ ਹੈ, ਤੇ ਉੱਥੇ ਤਾਂ ਫਿਰ ਉਹ ਗਲਤੀ ਕਰ ਰਹੇ ਹੈ। ਨਹੀਂ, ਬੈਲੈਂਸ ਇਹੀ ਤੇ ਗੱਲ ਕਰ ਰਹੀ ਹਾਂ ਮੈਂ। ਦੇਖੋ, ਬੱਚਿਆਂ ਹਰ ਇੱਕ ਦੀ ਪ੍ਰਾਇੋਰਟੀ ਹੈ। ਐਜ਼ ਅ ਵੂਮਨ ਸਾਨੂੰ ਪ੍ਰਾਇੋਰਟੀ ਬਣਾਉਣੀ ਹੈ, ਲੇਕਿਨ ਉਸ ਪ੍ਰਾਇੋਰਟੀ ਦੇ ਵਿੱਚ ਜਿਹੜੀ ਉਹ ਸ਼ਕਤੀ ਹੈ, ਉਹਨੂੰ ਟੋਟਲੀ ਕੌਨਫੀਡੈਂਟ ਹੋਣਾ ਹੈ। ਸੋਸਾਇਟੀ ਹਮੇਸ਼ਾ ਜੋ ਵੂਮਨ ਦੂਜਿਆਂ ਬਾਰੇ ਜ਼ਿਆਦਾ ਸੋਚ ਰਹੀ, ਉਹਨੂੰ ਇੱਕ ਪੈਡੈਸਟਲ ਤੇ ਰੱਖਦੀ ਹੈ, ਐਂਡ ਜਿਹੜੀ ਵੂਮਨ ਆਪਣੇ ਬਾਰੇ ਸੋਚਦੀ ਹੈ ਉਹਨੂੰ ਨਹੀਂ। ਉਸ 'ਤੇ ਕੀ ਥਾਟ ਹੈ ਤੁਹਾਡਾ? ਮੈਂ ਇੱਕੋ ਚੀਜ਼ ਕਹਾਂਗੀ ਇੱਥੇ ਕਿ ਚੈਰਿਟੀ ਬਿਗਨਸ ਐਟ ਹੋਮ। ਜੇ ਮੈਂ ਆਪਣੇ ਘਰ ਨੂੰ ਸਟਰੋਂਗ ਨਹੀਂ ਕੀਤਾ, ਮੈਂ ਖੁਦ 'ਤੇ ਕੰਮ ਨਹੀਂ ਕੀਤਾ, ਮੈਂ ਆਪਣੇ ਪਰਿਵਾਰ 'ਤੇ ਕੰਮ ਨਹੀਂ ਕੀਤਾ, ਤਾਂ ਫਿਰ ਸੁਸਾਇਟੀ 'ਚ ਕੰਮ ਕਰਨਾ ਬੇਮਾਨੀ ਹੋ ਜਾਂਦਾ। You as a woman, I feel get very strong women empowerment vibes from you. I want ਕਿ ਜੋ women ਸਿਰਫ ਔਰ ਸਿਰਫ ਫੈਮਿਲੀ ਬਾਰੇ ਹੀ ਸੋਚ ਰਹੇ, ਆਪਣੇ ਬਾਰੇ ਸੋਚਣਾ ਚਾਹੁੰਦੇ ਹੈ, ਇਹੋ ਜਿਹਾ ਨਹੀਂ ਹੈ। ਐਂਡ I myself meet a lot of ladies around me and we listen from somebody ऐसे कि है ना, किसी के घर ये हो रहा है, ये हो रहा है, ये हो रहा है। I really want to help them, है ना, कि choose yourself without the guilt, without thinking कि है ना you're doing something wrong, but they have programmed themselves in that way कि वो change ही नहीं कर पा रहे हैं। How can they start? Just a little start. ਲਿਟਲ ਸਟਾਰਟ ਲਈ ਨਾ ਮੈਂ ਇੱਕੋ ਚੀਜ਼ ਕਹਾਂਗੀ ਕਿ ਜੇ ਆਪਾਂ ਦੇ ਕੋਲ ਇਸ ਤਰ੍ਹਾਂ ਦੇ ਲੋਕ ਹੈਗੇ ਨੇ, ਇੱਕ ਸਾਨੂੰ ਕਨੈਕਸ਼ਨ ਜ਼ਰੂਰ ਬਣਾਉਣਾ ਉਹਨਾਂ ਨਾਲ। ਵੀ ਨੀਡ ਟੂ ਹੈਲਪ ਦੈਮ। ਇਹ ਅਵੇਅਰਨੈਸ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹਦੇ ਨਾਲ ਹੀ ਅਵੇਅਰਨੈਸ ਬਿਲਡਅਪ ਹੋਣੀ ਹੈ। ਸੋ ਦੇਰ ਮੇ ਬੀ 3 ਪੀਪਲ or 4 ਪੀਪਲ ਅਰਾਊਂਡ ਮੀ, ਜਿੱਥੇ ਮੈਨੂੰ ਪਤਾ ਚੱਲਿਆ ਕਿ ਇਹ ਲੇਡੀਜ਼ ਕੁਛ ਸਟਕ ਹੈ ਕਿਤੇ, ਹੈ ਨਾ, ਉਹਨੂੰ ਕੱਢਣਾ। ਓਕੇ, ਆਈ ਗੋ ਅ ਲਿਟਲ ਬਿਯੋਂਡ, ਆਈ ਜਸਟ ਡੋਂਟ ਸੇ ਅ ਲੇਡੀ, ਆਈ ਸੇ ਅ ਸੋਲ। ਕੋਈ ਵੀ ਸੋਲ ਸਟਕ ਹੈ ਕਿਤੇ ਵੀ, ਉਹਨੂੰ ਪਹਿਲਾਂ ਉੱਥੋਂ ਕੱਢਣਾ। ਉਹਦੇ ਲਈ ਐਜ਼ ਅ ਸੁਸਾਇਟੀ ਮੈਨੂੰ ਹੈਲਪ ਕਰਨਾ ਹੀ ਕਰਨਾ ਉਹਨੂੰ। ਇਟ ਇਜ਼ ਟਾਈਮ ਟੂ ਗਿਵ ਬੈਕ, ਹੈ ਨਾ। ਉਹਨੂੰ ਹੈਲਪ ਕਰਨਾ, ਉਹਨੂੰ ਸਮਝਣਾ, ਪਹਿਲਾਂ ਉਹਨੂੰ ਸੁਣਨਾ। ਬੜੀ ਸਿੰਪਲ ਜਿਹੀ ਚੀਜ਼ ਹੈ, ਪਹਿਲਾਂ ਮੈਨੂੰ ਲਿਸਨ ਕਰਨਾ ਉਸ ਪਰਸਨ ਨੂੰ। ਵੈਨ ਆਈ ਵਿਲ ਅੰਡਰਸਟੈਂਡ ਉਹਦੀ ਪੂਰੀ ਗੱਲ, ਫਿਰ ਮੈਨੂੰ ਇਹ ਸਮਝ ਆਏਗਾ ਕਿ ਉਹਨੂੰ ਕਿਹੜੀ ਚੀਜ਼ ਉੱਤੇ ਵਰਕ ਕਰੇਗੀ। ਉਹਦੇ 'ਤੇ ਗ੍ਰੈਟੀਟਿਊਡ ਵਰਕ ਕਰੇਗਾ, ਉਹਦੇ 'ਤੇ ਫੋਰਗਿਵਨੈਸ ਵਰਕ ਕਰੇਗੀ, ਜਾਂ ਉਹਦੇ ਘਰੇ ਦੀਆਂ ਜੋ ਵੀ ਲਿਮਿਟੇਸ਼ਨਸ ਨੇ ਉਹਦੇ ਅੰਦਰ ਰਹਿ ਕੇ ਉਹ ਘਰੇ ਕਿੱਦਾਂ ਉਹਨੂੰ ਚੇਂਜ ਕਰ ਸਕਦੇ ਹਾਂ, ਉਸ ਦੀਆਂ ਥੋਟ ਕਿਵੇਂ ਬਦਲ ਸਕਦੇ ਹਾਂ। ਓਵਰਨਾਈਟ ਆਪਾਂ ਚੇਂਜ ਕਿਸੇ ਨੂੰ ਵੀ ਨਹੀਂ ਕਰ ਸਕਦੇ ਮੁਸਕਾਨ। But first step is first seeking some kind of help or guidance. Correct. So we have to, even if the person is correct, if the person, you know, I went to a seminar where this lady said, ਕਹਿੰਦੀ ਮੈਨੂੰ ਇੰਨਾ ਕੁ ਬੁਰਾ ਲੱਗ ਰਿਹਾ ਸੀ ਕਿ ਮੈਂ ਜਦੋਂ ਇੰਨੀ ਬਿਜ਼ੀ ਹੁੰਦੀ ਸੀ ਆਫਿਸ ਕੰਮ ਲਈ, ਜੇ ਮੇਰੀ ਡਾਟਰ ਵੀ ਮੇਰੇ ਕੋਲ ਆਉਂਦੀ ਸੀ, ਮੈਨੂੰ ਕਹਿੰਦੀ ਸੀ ਪਰੇ ਹੋ ਜਾ, ਪਹਿਲਾਂ ਮੈਂ ਆਪਣਾ ਕੰਮ ਕਰ ਲਾਂ। ਐਂਡ ਕਹਿੰਦੇ ਅੱਜ ਦੇ ਇਸ ਇਵੈਂਟ 'ਚ ਮੈਨੂੰ ਇਹ ਸਮਝ ਆਇਆ ਕਿ ਨਹੀਂ ਯਾਰ, ਇਹ ਕੰਮ ਜਿਹੜਾ ਮੇਰਾ ਆਫਿਸ ਦਾ ਹੈਗਾ, ਇਹਨੂੰ ਮੈਂ ਬੈਟਰ ਮੈਨੇਜ ਕਰ ਸਕਦੀ ਹਾਂ। 12 ਘੰਟੇ ਤੇਰੇ ਕੋਲ ਨੇ, 12 ਘੰਟੇ ਮੇਰੇ ਕੋਲ ਨੇ ਜੀਵਨ ਦੇ, ਰਾਈਟ। ਬਟ ਜੇ ਮੈਂ ਇਹਨੂੰ ਮੈਨੇਜ ਕਰ ਲਾਂਗੀ,
ਮੈਂ ਆਪਣੇ ਬੱਚੇ ਨੂੰ ਵੀ ਦੇਖ ਸਕਦੀ ਹਾਂ, ਮੈਂ ਖੁਦ ਨੂੰ ਵੀ ਦੇਖ ਸਕਦੀ ਹਾਂ, ਆਫਿਸ ਨੂੰ ਵੀ ਦੇਖ ਸਕਦੀ ਹਾਂ। ਮੈਨੇਜਮੈਂਟ ਤੋਂ ਮੈਨੂੰ ਇੱਕ ਕੁਐਸਚਨ ਯਾਦ ਆ ਰਿਹਾ ਹੈ, ਪ੍ਰੋਕੈਸਟੀਨੇਸ਼ਨ ਤੇ ਲੇਜ਼ੀਨੈਸ ਅੱਜ ਕੱਲ੍ਹ ਬਹੁਤ ਚੱਲ ਰਿਹਾ ਹੈ। ਐਵਰੀਬਡੀ ਹੈਜ਼ ਸੇਮ ਐਜ਼ ਯੂ ਸੈਡ, ਬਟ ਉਸ ਚੀਜ਼ ਤੋਂ ਗੈਟ ਰਿਡ ਕਰਨ ਲਈ ਪ੍ਰਾਣਿਕ ਹੀਲਿੰਗ ਹੈਲਪ ਕਰ ਸਕਦਾ ਆਪਾਂ ਨੂੰ? ਬਿਲਕੁਲ ਹੈਲਪ ਕਰ ਸਕਦਾ ਹੈ, ਬਿਕਾਜ਼ ਪ੍ਰਾਣਿਕ ਹੀਲਿੰਗ ਵਿੱਚ ਅਸੀਂ ਆਪਣੀ ਬੋਡੀ ਨੂੰ ਜਦੋਂ ਕਲੈਂਸ ਕਰ ਲਈਦਾ, ਜਿਹੜੀਆਂ ਟੈਕਨੀਕਸ ਆਉਂਦੀਆਂ ਹੈਗੀਆਂ, ਸਾਡੀ ਲੇਜ਼ੀਨੈਸ ਬਹੁਤ ਬੈਟਰ ਹੋ ਜਾਂਦੀ ਹੈ, ਪ੍ਰੋਕਾਸਟੀਨੇਸ਼ਨ ਬਹੁਤ ਬੈਟਰ ਹੋ ਜਾਂਦੀ ਹੈ, ਔਰ ਸਾਡੀਆਂ ਜਿਹੜੀ ਇੰਟਿਊਸ਼ਨਸ ਨੇ ਨਾ ਉਹ ਸਟਰੋਂਗ ਹੋ ਜਾਂਦੀਆਂ। ਹੁਣ ਮੈਨੂੰ ਪਤਾ ਹੈ ਕਿ ਆਹ ਕੰਮ ਕਰਨਾ ਹੈ। ਯੂਜਲੀ ਪ੍ਰੋਕਾਸਟੀਨੇਸ਼ਨ ਅਸੀਂ ਕੀ ਕਰੀਦਾ, ਕਰ ਲਾਂਗੇ, we shall do it, it's okay, I leave it to the last minute, right? But when we are doing our regular meditations, when we are doing our regular cleansings, ਅਸੀਂ ਆਪੇ ਸਵੇਰੇ ਬੜੇ ਟਾਈਮ ਤੇ ਉੱਠਣ ਲੱਗ ਜਾਈਦਾ। ਕੀ ਲੇਜ਼ੀ ਪਰਸਨ ਨੂੰ ਨੈਗੇਟਿਵ ਪਰਸਨ ਵੀ ਮੰਨਿਆ ਜਾਂਦਾ, ਜਸਟ ਬਿਕੋਜ਼ ਦੇ ਹੈਵ ਲੇਜ਼ੀ એનર્ਜੀਜ਼ ਔਰ ਸਲੀਪੀ ਵਾਈਬਸ ਵੀ ਕੈਨ ਸੇ? ਕਈ ਵਾਰ ਕਹਿੰਦੇ ਨਹੀਂ ਕਿ ਨੈਗੇਟਿਵ ਵਾਈਬਸ ਨਾ ਦੋ, ਉੱਠ ਜਾਓ ਬੈੱਡ ਤੋਂ, ਇਹ ਸਭ ਪੰਜਾਬੀ ਹਾਊਸ ਹੋਲਡਸ ਬਹੁਤ ਹੁੰਦਾ ਹੈ, ਵੀ ਕੈਨ ਸੇ ਦੈਟ। ਦੇਖੋ, ਹਰ ਇਨਸਾਨ, ਹਰ ਸੋਲ ਪਰਫੈਕਟ ਹੈ, ਕੋਈ ਵੀ ਨੈਗੇਟਿਵ ਨਹੀਂ ਹੈ। ਉਹਦੀਆਂ ਇਮੋਸ਼ਨਸ, ਉਹਦੇ ਹਾਲਾਤਾਂ ਕਰਕੇ ਉਹ ਪਰਸਨ ਨੈਗੇਟਿਵ ਹੋ ਸਕਦਾ ਹੈ। ਤੇ ਅਸੀਂ ਜੇ ਘਰ ਨੂੰ ਡੀਕਲਟਰਡ ਰੱਖਦੇ ਹਾਂ, ਅਸੀਂ ਆਪਣੇ ਬੈਡਰੂਮਸ ਨੂੰ ਡੀਕਲਟਰਡ ਰੱਖਦੇ ਹਾਂ, ਆਪਾਂ ਰੈਗੂਲਰਲੀ ਆਪਣੇ ਘਰ ਵਿੱਚ ਡਿਫਰੈਂਟ ਚੈਂਟਿੰਗਸ, ਡਿਫਰੈਂਟ ਵਾਈਬ੍ਰੇਸ਼ਨ ਦੇ ਉੱਤੇ ਕੁਝ ਚੀਜ਼ਾਂ ਪਲੇ ਕਰਦੇ ਹਾਂ, ਸਾਡੀਆਂ એનર્ਜੀਜ਼ ਵੈਸੇ ਹੀ ਕਰਦੀਆਂ ਬਦਲ ਜਾਂਦੀਆਂ, ਰਾਈਟ? ਪਰਸਨ ਜਿਹੜਾ ਹੈਗਾ, ਆਪਾਂ ਕਹਿੰਦੇ ਨਾ ਸਵੇਰੇ ਬ੍ਰਹਮ ਮੁਹੂਰਤ ਤੇ ਲੋਕੀ ਉੱਠਦੇ ਸੀ ਪਹਿਲੋਂ, ਹੁਣ ਕਿਉਂ ਨਹੀਂ ਉੱਠਦਾ? ਕਿਉਂਕਿ ਅਸੀਂ ਰਾਤੀ 2-2 ਵਜੇ ਤੱਕ ਕੰਮ ਕਰੀਦਾ। So if I manage my time, I start early. So if I am starting early, I can do my meditation, I can do my running, and by the time the whole household gets up, ਮੈਂ ਇੰਨਾ ਕੁ ਕੰਮ ਕੀਤਾ ਹੁੰਦਾ। ਇਜ਼ ਇਟ ਰੋਂਗ ਕਿ ਕੋਈ ਬੰਦਾ ਨਾਈਟ ਰੂਟੀਨ ਜ਼ਿਆਦਾ ਬੈਟਰ ਫੋਲੋ ਕਰ ਰਿਹਾ ਤੇ ਮਾਰਨਿੰਗ ਪਰਸਨ ਨਹੀਂ ਹੈ? Definitely, if you go by the nature, it is not correct. It is not correct. ਦੇਖੋ ਇੱਕ ਟਾਈਮ ਹੈ ਜਦੋਂ ਸੂਰਜ ਉਦੈ ਹੁੰਦਾ ਹੈ, ਇੱਕ ਟਾਈਮ ਹੈ ਜਦੋਂ ਸੂਰਜ ਸੈੱਟ ਹੁੰਦਾ। So if you are following our galaxies for so many years, and it is not just that ਕਿ ਅਸੀਂ ਇਹਨਾਂ ਨੂੰ planets ਨੂੰ ਸਿਰਫ ਇੰਡੀਆ ਫੋਲੋ ਕਰ ਰਿਹਾ। If you talk about the Greeks, if you talk about the Mauritian people or the Filipinos or the Chinese, everybody believes in energies. So Apollo god, sun god, water god, air god, ਸਭ ਦੇ ਨੇ। ਤੁਸੀਂ ਮੈਨੂੰ ਦੱਸੋ, ਉਹ ਪਰਸਨ ਹੈਲਦੀ ਕਿਉਂ ਹੁੰਦੇ ਸੀ ਜਿਹੜੇ ਸਵੇਰੇ ਸਵੇਰੇ ਉੱਠ ਕੇ ਸਾਰੇ ਕੰਮ ਨਿਪਟਾ ਕੇ ਔਰ ਰਾਤੀ ਹਨੇਰਾ ਪੈਣ ਤੋਂ ਬਾਅਦ ਨਾ ਤੇ ਖਾਣਾ ਖਾਂਦੇ ਸੀ, ਨਾ ਬਾਹਰ ਜਾਂਦੇ ਸੀ, ਟਾਈਮ ਤੇ ਸੌਂਦੇ ਸੀ? ਅੱਜ ਕੱਲ੍ਹ ਦੀ ਜੈਨਜ਼ੀ ਤਾਂ ਆਈ ਗੈਸ ਨਾਈਟ ਲਾਈਫ ਜ਼ਿਆਦਾ ਪ੍ਰੈਫਰ ਕਰਦੀ ਹੈ। ਵੀ ਨਾਟ ਟਾਕਿੰਗ ਅਬਾਊਟ ਕਲੱਬਿੰਗ ਔਰ ਐਵਰੀਥਿੰਗ, ਬਟ ਵੀ ਕੈਨ ਅਦਰ ਵੇ ਟਾਕ ਅਬਾਊਟ ਐਂਬੀਸ਼ੀਅਸ ਪੀਪਲ ਐਜ਼ ਵੈਲ, ਕਿ ਸਭ ਨੇ ਕੰਮ ਹੈ ਨਾ, ਕਿ ਇੱਕ ਪੀਸ ਆਫ ਮਾਈਂਡ ਮਿਲ ਜਾਏਗਾ, ਸ਼ਾਂਤੀ ਹੋਏਗੀ, ਕੰਮ ਕਰਾਂਗੇ, ਫੋਕਸ ਕਰਾਂਗੇ। ਐਂਡ ਨਾਟ ਓਨਲੀ ਦੈਟ, ਆਈ ਥਿੰਕ ਮੇਰੇ ਖਿਆਲ ਬਹੁਤ ਸਾਰੇ ਸਾਡੇ ਕੰਪਨੀਜ਼ ਜਾਂ ਇਸ ਤਰ੍ਹਾਂ ਦੇ ਆਫਿਸਿਸ ਵੀ ਆ ਗਏ ਨੇ ਜਿਹੜੇ ਕਿ ਡਿਫਰੈਂਟ ਟਾਈਮ ਲਾਈਨਸ 'ਤੇ ਕੰਮ ਕਰਦੇ ਨੇ, ਜਿੱਥੇ ਕਿ ਅਸੀਂ ਵੀ ਟਾਕਿੰਗ ਅਬਾਊਟ ਡਿਫਰੈਂਟ ਕੰਟਰੀਜ਼, ਕਿਉਂਕਿ ਉਹਨਾਂ ਦੇ ਟਾਈਮ ਜ਼ੋਨਸ ਬਿਲਕੁਲ ਅਲੱਗ ਨੇ, ਤਾਂ ਉੱਥੇ ਟਾਈਮ ਲਾਈਨਸ ਬਿਲਕੁਲ ਵੱਖਰੀਆਂ ਹੋ ਜਾਂਦੀਆਂ। ਹੁਣ ਜੇ ਤੁਸੀਂ ਉਹਨਾਂ ਬੱਚਿਆਂ ਨਾਲ ਗੱਲ ਕਰਕੇ ਕਦੀ ਦੇਖੋ ਤਾਂ ਉਹਨਾਂ ਦੇ ਬਾਡੀ ਸਿਸਟਮ ਹਿੱਲਿਆ ਹੁੰਦਾ, ਉੱਥੇ ਤੁਹਾਨੂੰ ਇਹ ਲੇਜ਼ੀਨੈਸ ਉਹਨਾਂ ਨੂੰ ਬਹੁਤ ਫੀਲ ਹੁੰਦੀ ਹੈ, ਬਿਕੋਜ਼ ਜਿਹੜੀਆਂ એનર્ਜੀਜ਼ ਦੇ ਨਾਲ ਅਸੀਂ ਉੱਠ ਰਹੇ ਹਾਂ, ਜਾਗ ਰਹੇ ਹਾਂ, ਉਹਦੇ ਤੋਂ ਰਿਵਰਸ ਚੱਲ ਰਹੇ ਨੇ। How they can work well with that? They can see, one, they will have to do some more work on themselves. ਉਹਦੇ ਵਿੱਚ ਵੀ ਖਾਣਾ ਜਲਦੀ ਖਾਣਾ, eat food at the right time so that your digestive system stays fit. How does digestive system affects overall body and mood? Your gut and your brain has a connect. So anybody who's having a lot of fear, insecurities, who's very very worried about stresses and different thoughts, ਹੁੰਦੀਆਂ ਨਾ ਕਿ ਇਹਦੀ ਬਹੁਤ ਚਿੰਤਾ ਕਰਦੇ ਨੇ, ਉਹਦਾ gut affected ਹੁੰਦਾ ਹਮੇਸ਼ਾ। ਉਹਦਾ gut effect ਹੋ ਰਿਹਾ, ਉਹਦੇ ਨਾਲ ਕੀ ਹੋਏਗਾ, brain ਹੋਰ ਵੀ ਜ਼ਿਆਦਾ ਇਫੈਕਟ ਹੋਏਗਾ। So what do we need to do? We need to let go, ਜਿਹੜਾ ਮੈਂ ਪਹਿਲਾਂ ਵੀ ਕਿਹਾ ਨਾ, let go, ਛੱਡ ਦਿਓ, ਹੈ ਨਾ? ਜਿਵੇਂ ਗੁਰੂ ਜੀ ਨੇ ਕਿਹਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਹੋਏ। Why are you worrying about something about which you don't even know? How does letting go of everything helps us? Very easy. It makes your life much easier, because ਆਪਾਂ let go ਕੀ ਕਰੀਦਾ, ਕਿਸੇ ਨੇ ਕੁਝ ਕਿਹਾ, ਉਹਨੂੰ ਅਸੀਂ ਸਾਂਭ ਕੇ ਅੰਦਰ ਰੱਖ ਲਿਆ, ਉਹ ਤੇ ਕਹਿ ਕੇ ਚਲਾ ਗਿਆ, ਉਹ ਤੇ ਭੁੱਲ ਵੀ ਗਿਆ। So what are we doing? We are carrying the used up energies. कोई कह के चला गया ना, वो तो वाइब्रेशन ख़त्म हो गई, बट वो वाइब्रेशन मैं अपने अंदर लेके चल रही हूँ, वो तो डेड हो चुकी। So what am I doing? I'm carrying dead energies. ਆਪਾਂ ਜੇ ਕਿਸੇ ਹੋਰ ਨੂੰ ਕਈ ਵਾਰ ਪਨਿਸ਼ ਕਰਨ, ਰਿਵੈਂਜ ਮੋਡ ਵਿੱਚ ਜਾਂਦੇ ਆ, ਡੂ ਯੂ ਥਿੰਕ ਉਹਦੇ ਨਾਲ ਆਪਣੀ એનર્ਜੀ ਵੀ ਕਾਫੀ ਖਰਾਬ ਹੋ ਰਹੀ ਹੈ? ਖਰਾਬ ਹੁੰਦੀ ਬਹੁਤ। ਕਾਰਮਿਕਲੀ ਆਪਾਂ ਕੀ ਕਹੀਦਾ ਹੈਗਾ, ਆਪਾਂ ਕਰਮ ਕੀ ਬਣਾ ਰਹੇ ਹਾਂ, ਅਸੀਂ ਜਿੰਨੀ ਵਾਰੀ ਉਹਨੂੰ ਯਾਦ ਕਰ ਰਹੇ ਹਾਂ, ਅਸੀਂ ਗਲਤ ਤਰੀਕੇ ਨਾਲ ਯਾਦ ਕਰ ਰਹੇ ਹਾਂ। We are using the wrong words. So when we are using the wrong words, we are expressing from our throat wrong words. तो vibrations अलग आ रही हैं। Karmically ਅਸੀਂ ਉਹਨੂੰ ਕਿੰਨਾ ਕੁਝ ਬੁਰਾ ਕਹਿ ਰਹੇ ਹਾਂ, ਇੱਕ ਕਰਮ ਬਣਾ ਲਿਆ ਨਾ ਉਹਦੇ ਨਾਲ।
सेल्फलेस होना तो सेल्फिश होना दोनों करेक्ट हैं कि दोनों इनकरेक्ट हैं? व्हाट आर योर थॉट्स ऑन? ਦੋਨੋਂ ਚੀਜ਼ਾਂ ਜੇ ਅਸੀਂ ਮੋਡਰੇਸ਼ਨ 'ਚ ਚੱਲਦੇ ਹਾਂ ਦੋਨੋਂ ਠੀਕ ਨੇ ਐਕਸੈਸਿਵ ਨਹੀਂ ਹੋਣਾ ਜੇ ਮੈਂ ਸੈਲਫਿਸ਼ ਹੈਗੀ ਹਾਂ ਟੂ ਅ ਪੁਆਇੰਟ ਜਿੱਥੇ ਮੈਂ ਆਪਣੀ ਸਿਹਤ ਦਾ ਧਿਆਨ ਰੱਖ ਰਹੀ ਹਾਂ ਮੈਂ ਆਪਣੇ ਵਿਟਾਮਿਨਸ ਆਪਣੇ ਮਿਨਰਲਸ ਦਾ ਧਿਆਨ ਰੱਖ ਰਹੀ ਹਾਂ ਕਿਉਂਕਿ ਜਿੰਨੀ ਦੇਰ ਮੇਰਾ ਇਹ ਸਰੀਰ ਹੈਗਾ ਮੈਨੂੰ ਹੈਲਦੀ ਰਹਿਣਾ So selfish to an extent of health only, not in work? even in the work if you're very focused on your work but you are not causing an injury to your colleague ਤੁਸੀਂ ਉਹਦੇ ਉੱਤੇ ਚੜ ਕੇ ਅੱਗੇ ਨਹੀਂ ਵਧ ਰਹੇ ਹੋ ਤੁਸੀਂ ਉਹਨੂੰ ਹਰਟ ਕਰਕੇ ਅੱਗੇ ਨਹੀਂ ਜਾ ਰਹੇ ਹੋ you are focused only on your work ਮੇਰਾ ਕੰਮ ਇਹ ਹੈਗਾ ਮੈਂ ਕਰਤਾ now I'm handing it over to the team perfectly fine What if you are helping somebody at work and but it will be costing you your work? not done ਨਾ ਬਿਕਾਜ਼ ਦੇਖੋ ਸੈਲਫਲੈਸਲੀ ਜੇ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਐਟ ਵਾਟ ਐਕਸਪੈਂਸ ਦੈਟ ਯੂ ਹੈਵ ਟੂ ਸੀ ਜੇ ਤੁਸੀਂ ਟੀਮ ਵਰਕ ਵਿੱਚ ਹੈਲਪ ਕਰ ਰਹੇ ਹੋ ਕਿ ਤੁਹਾਡੇ ਕੋਲ ਉਹਨਾਂ ਟਾਈਮ ਹੈ ਕਿ ਆਪਣਾ ਕੰਮ ਕਰਨ ਤੋਂ ਬਾਅਦ ਉਹਦੀ ਹੈਲਪ ਕਰ ਰਹੇ ਹੋ ਵੈਰੀ ਗੁੱਡ ਡੂ ਇਟ And other way around, अगर selfish and selflessness ਦੀ ਗੱਲ ਕਰੀਏ ਅੱਜਕੱਲ managing work and home has been also very difficult. ਉੱਥੇ selfishness ਅਗਰ ਆਪਾਂ ਦਿਖਾ ਰਹੇ ਕਿ ਨਹੀਂ ਯਾਰ ਮੈਂ ਤਾਂ ਕੰਮ ਤੇ ਧਿਆਨ ਦੇਣਾ ਹੈ but family is waiting, is that right or wrong? ਡੈਫੀਨੇਟਲੀ ਰੋਂਗ ਬਿਕਾਜ਼ ਇੱਥੇ ਸਟੀਲਿੰਗ ਕਰ ਰਹੇ ਹਾਂ ਅਸੀਂ ਟਾਈਮ ਆਪਣੇ ਘਰ ਦਾ ਚੁਰਾ ਰਹੇ ਹਾਂ ਸਪੋਜ਼ ਐਜ਼ ਅ ਵੂਮਨ ਹੂ ਇਜ਼ ਮੈਰਿਡ ਸ਼ੀ ਹੈਜ਼ ਅ ਲਿਟਲ ਕਿਡ ਓਕੇ ਕੋਈ ਗੱਲ ਨਹੀਂ ਕੋਈ ਇੱਕ ਦਿਨ ਹੈਗੀ ਕਾਰਪੋਰੇਟ ਮੀਟਿੰਗ ਹੋ ਗਈ ਉਹਦੇ ਕੋਲ ਟਾਈਮ ਨਹੀਂ ਹੈਗਾ ਉਹਨੇ ਆਪਣੇ ਹਸਬੈਂਡ ਨੂੰ ਕਹਿਤਾ ਲੁੱਕ ਆਫਟਰ ਕਰੋ ਜਾਂ ਉਹਦੇ ਘਰ ਦੇ ਲੁੱਕ ਆਫਟਰ ਕਰ ਰਹੇ ਨੇ ਪਰਫੈਕਟਲੀ ਫਾਈਨ ਪਰ ਕੀ ਉਹ ਰੋਜ਼ ਇਸ ਥਾਟ ਦੇ ਨਾਲ ਨਾ ਜਾਵੇ ਕਿ ਚਲੋ ਆਈ ਵਿਲ ਹੈਵ ਅ ਗੁੱਡ ਟਾਈਮ ਵਿਦ ਮਾਈ ਕੋਲੀਗਸ that is stealing so that's being selfish to that point ਜਿੱਥੇ ਤੁਸੀਂ ਕਿਸੇ ਹੋਰ ਦਾ ਟਾਈਮ ਚੁਰਾ ਲਿਆ ਉਹ ਫੈਮਿਲੀ ਟਾਈਮ ਹੈ But अगर कोई काम च बंदा involved in engrossed है that they are used to working late and everything, maybe they are seeing as the results कि है ना इत्थों तो ज़्यादा फायदा है ना फैमिली तो बैठी ਆਪਾਂ ਨੂੰ for granted ਲੈ ਲੈਂਦੇ ਅੱਜਕੱਲ ਕਾਫੀ ਕरेक्ट ਤੇ ਉਹ ਗਲਤ ਹੈ that's what I'm saying ਇਹ stealing ਹੈ ਤੇ but at the expense of results. ਮੈਨੂੰ ਨਹੀਂ ਲੱਗਦਾ ਕਿ ਜੇ ਅਸੀਂ ਇੱਕ ਚੀਜ਼ ਨੂੰ ਕਰੈਕਟ ਵੇ ਨਾਲ ਕਰੈਕਟ ਪਰਸੈਪਸ਼ਨ ਦੇ ਨਾਲ ਕੰਮ ਕਰਦੇ ਹਾਂ ਨਾ ਤੇ ਮੁਸਕਾਨ ਉਹ ਚੀਜ਼ ਅਸੀਂ ਬਿਲਕੁਲ ਟਾਈਮ ਤੇ ਖਤਮ ਕਰ ਸਕਦੇ ਹਾਂ You see most of entrepreneurs and ambitious people around you, ਤੁਹਾਨੂੰ ਉਹਨਾਂ ਨੂੰ ਉਹ ਕਿਹੜੀ ਅੱਜਕੱਲ ਜ਼ਿਆਦਾ ਪ੍ਰੋਬਲਮਸ ਫੇਸ ਕਰ ਰਹੇ ਆ as per you? ਜੋ ਮੈਨੂੰ ਸਮਝ ਆ ਰਹੀ ਹੈ ਨਾ ਕਿ ਦੋ ਚੀਜ਼ਾਂ ਹੋ ਰਹੀਆਂ ਇੱਕ ਮੈਨੂੰ ਇਹ ਸਮਝ ਆ ਰਹੀ ਹੈ ਕਿ ਵੀ ਵਾਂਟ ਟੂ ਪ੍ਰੂਵ ਆਵਰਸੈਲਵਸ ਦੈਟ ਵੀ ਆਰ ਮੋਰ ਹਾਰਡ ਵਰਕਿੰਗ ਦੈਨ ਅਦਰ ਪਰਸਨ ਇਜ਼ ਇਹ ਰੈਟ ਰੇਸ 'ਚ ਆਪਾਂ ਨਹੀਂ ਪੈਣਾ ਆਪਾਂ ਹਾਰਡ ਵਰਕਰ ਵੀ ਹਾਂ ਆਪਾਂ ਸਮਾਰਟ ਵਰਕਰ ਵੀ ਹਾਂ ਹੁਣ ਤਾਂ ਸਾਡੇ ਕੋਲ AI ਹੈਗਾ ਸਾਡੇ ਕੋਲ ਤਾਂ ਇੰਨੇ ਟੂਲਸ ਹੈਗੇ ਨੇ ਬਟ ਐਟ ਦ ਸੇਮ ਟਾਈਮ ਮੈਨੂੰ ਐਂਟਰਪ੍ਰੀਨਿਓਰਸ ਨਾਲ ਇਹ ਵੀ ਲੱਗਦਾ ਹੈਗਾ ਕਿ ਕਿਤੇ ਨਾ ਉਹ ਇੱਕ ਫੈਕਟਰ ਆ ਜਾਂਦਾ ਹੈਗਾ ਕਿ ਮੇਰੀ ਸਾੜੀ ਤੇਰੀ ਸਾੜੀ ਸੇ ਸਫੇਦ ਕਿਉਂ ਨਹੀਂ ਹੈ ਨਾ ਦੇ ਆਰ ਆਲਵੇਜ਼ ਮੇਬੀ ਅ ਰੋਂਗ ਕੰਪੈਰੀਜ਼ਨ ਹੀਅਰ ਦ ਐਗਜ਼ਾਮਪਲ ਵਿਚ ਆਈ ਐਮ ਗਿਵਿੰਗ ਬਟ ਦੇ ਆਰ ਲਾਈਕ okay if this guy is into millions I have to be into zillions so desire or needs ਦੇ ਵਿੱਚ ਜਿਹੜਾ ਬੈਲੈਂਸ ਹੈ ਨਾ ਮੁਸਕਾਨ ਉਹ ਹਟ ਗਿਆ Desires ਰੱਖਣਾ ਗਲਤ ਗੱਲ ਹੈ? ਡਿਜ਼ਾਇਰ ਰੱਖਣਾ ਚੰਗਾ ਹੈ ਐਕਸੈਸਿਵ ਰੱਖਣਾ ਗਲਤ ਹੈ We can know the limit. ਉਹ ਆਪਾਂ ਨੇ ਖੁਦ ਸੈੱਟ ਕਰਨੀ ਹੈ ਕੋਈ ਸਾਡੇ ਲਈ ਸੈੱਟ ਨਹੀਂ ਕਰ ਸਕਦਾ ਮੈਨੂੰ ਪਤਾ ਹੈ ਕਿ ਜੇ ਮੈਂ 16 ਘੰਟੇ ਆਪਣੇ ਦਫ਼ਤਰ ਨੂੰ ਦੇ ਰਹੀ ਹਾਂ ਔਰ ਮੈਂ ਵਾਪਸ ਆ ਕੇ ਸਿਰਫ 8 ਘੰਟੇ ਦੇ ਰਹੀ ਹਾਂ ਤਾਂ ਮੈਂ ਡਿਸਕਨੈਕਟਡ ਆ ਨਾ ਮੈਂ ਸੋਣਾ ਵੀ ਹੈ ਮੈਂ ਖਾਣਾ ਵੀ ਹੈ ਮੈਂ ਉੱਠਣਾ ਵੀ ਹੈ ਮੈਂ ਗੱਲ ਵੀ ਤਾਂ ਕਰਨੀ ਹੈ ਤੇ ਫਿਰ ਆਫਟਰ ਸਮ ਟਾਈਮ ਜੇ ਰਿਲੇਸ਼ਨਸ਼ਿਪ ਵਿੱਚ ਗੈਪਸ ਆ ਜਾਣ ਤਾਂ ਦੈਨ ਹੂ ਇਜ਼ ਰਿਸਪੌਂਸਿਬਲ ਇਟ ਇਜ਼ ਯੂ yourself ਸੋ ਬੈਲੈਂਸ ਇਜ਼ ਦ ਕੀ ਮਤਲਬ ਜਿੱਥੇ ਜਿਸ ਸਿਚੁਏਸ਼ਨ ਤੇ ਉਹਨੂੰ ਕੱਟ ਕਰਕੇ ਹੀ ਅੱਗੇ ਜਾਣਾ ਬੈਲੈਂਸ ਇਜ਼ ਦ ਕੀ ਸਾਨੂੰ ਟਾਈਮ ਬੈਟਰ ਮੈਨੇਜ ਕਰਨਾ ਸਾਨੂੰ ਆਪਣੇ ਬੱਚਿਆਂ ਨੂੰ ਬੈਟਰ ਮੈਨੇਜ ਕਰਨਾ ਸਾਨੂੰ ਆਪਣੇ ਆਫਿਸ ਨੂੰ ਬੈਟਰ ਮੈਨੇਜ ਕਰਨਾ ਹੈਗੇ ਉਹੀ ਅਗੇਨ ਆਈ ਐਮ ਰਿਪੀਟਿੰਗ ਹੈਗੇ ਉਹੀ 12 ਘੰਟੇ ਉਸ 12 ਘੰਟੇ ਨੂੰ ਮੈਂ ਕਿਸ ਤਰ੍ਹਾਂ ਵਰਕ ਕਰਨਾ ਉਹ ਮੈਂ ਦੇਖਣਾ ਮੇਬੀ ਆਈ ਨੀਡ ਟੂ ਗੈਟ ਅਪ ਅਰਲੀ and then I finished on time and I can spend that time with my child ਬਹੁਤ ਸਾਰੇ ਪ੍ਰੋਫੈਸ਼ਨ ਭਾਵੇਂ ਤੁਸੀਂ ਲਾਇਰਸ ਲਓ ਡਾਕਟਰਸ ਲਓ ਬਹੁਤ ਟਫ ਲਾਈਫ ਹੈ ਉਹਨਾਂ ਦੇ ਪਿੱਛੇ ਵੀ ਜਿਹੜਾ ਖੜਾ ਹੈ ਜਿਹੜੇ ਉਹਦੀ ਬੈਕ ਐਂਡ ਸਪੋਰਟ ਹੈਗਾ ਉਹ ਬਹੁਤ ਸਟਰੋਂਗ ਹੈ ਰਾਈਟ ਸੋ ਬੈਕ ਐਂਡ ਸਪੋਰਟ ਬਹੁਤ ਜ਼ਰੂਰੀ ਹੈ ਆਈ ਡੋਂਟ ਡਿਨਾਈ ਦੈਟ ਲੇਕਿਨ ਬੈਕ ਐਂਡ ਸਪੋਰਟ ਨੂੰ ਵੀ ਕਦੀ ਰਿਲੇਸ਼ਨਸ਼ਿਪ ਵਿੱਚ ਪਿਆਰ ਚਾਹੀਦਾ ਸੋ ਬੈਕ ਐਂਡ ਸਪੋਰਟ ਨੂੰ ਵੀ ਤਾਂ ਪਿਆਰ ਚਾਹੀਦਾ ਬੈਕ ਐਂਡ ਸਪੋਰਟ ਨੂੰ ਵੀ ਤਾਂ ਇਹ ਚਾਹੀਦਾ ਹੱਲਾਸ਼ੇਰੀ ਕਿ ਯਾਰ ਲਾਈਕ ਥੈਂਕ ਯੂ ਸੋ ਮਚ ਕੀ ਮੈਂ ਉਹਨੂੰ ਵਾਪਸ ਜਾ ਕੇ ਉਸ ਹਸਬੈਂਡ ਜਾਂ ਵਾਈਫ ਨੂੰ ਕਹਿੰਦੀ ਹਾਂ ਥੈਂਕ ਯੂ ਸੋ ਮਚ ਤੂੰ ਮੇਰਾ ਸਪੋਰਟ ਹੈਗਾ ਤਾਂ ਕਰਕੇ ਮੈਂ ਇੰਨਾ ਕੁਝ ਕਰ ਪਾਇਆ ਜਾਂ ਕਰ ਪਾਈ ਜੇ ਮੈਂ ਕਹਿ ਰਹੀ ਹਾਂ ਮੇਰੇ ਰਿਸ਼ਤੇ ਵਿੱਚ ਸ਼ਾਇਦ ਜਿਹੜਾ ਟਾਈਮ ਦਾ ਉੱਪਰ ਥੱਲੇ ਹੋ ਰਿਹਾ ਮੈਨੇਜ ਹੋ ਜਾਏਗਾ ਸੋ ਜੇ ਮੈਂ ਗ੍ਰੈਟੀਟਿਊਡ ਨਾਲ ਹਿਊਮਿਲਿਟੀ ਨਾਲ ਹੰਬਲਨੈਸ ਨਾਲ ਐਕਸੈਸਿਵ ਵੀ ਕਦੀ ਹੋ ਜਾਂਦੀ ਹਾਂ ਅਤੇ ਫਿਰ ਮੈਂ ਵਾਪਸ ਆ ਜਾਂਦੀ ਹਾਂ ਅਤੇ ਮੇਰੀ ਲਾਈਫ ਸੋਹਣੀ ਚੱਲੇਗੀ ਵਿਦ ਦ ਐਂਟਰਪ੍ਰੀਨਰਸ ਕਪਲਸ ਆਉਂਦੇ ਹੋਣੇ ਪ੍ਰੋਬਲਮ ਨਾਲ ਕਿ ਮੋਸਟਲੀ ਵੂਮਨ ਦੀ ਅੱਜਕੱਲ ਕੰਪਲੇਂਟ ਹੁੰਦੀ ਹੈ ਕਿ ਦੈਟ देयर ਹਸਬੈਂਡ ਡਜ਼ਨਟ ਲਵਸ them or not is not emotionally available.
why most of the people in today's world, I will not talk about precisely about male, even females, have become very avoidant in emotions? ਐਵੇਂ ਕਵਾਂਗੀ ਕਿ ਇਹ ਜਿਹੜੀ ਹੁਣ ਦੀ ਪਨੀਰੀ ਹੈ ਬਹੁਤ ਇੰਟੈਲੀਜੈਂਟ ਹੈ ਨਾ, ਇਵੋਲਵ ਹੁੰਦੇ ਰਹੇ ਹਾਂ ਅਸੀਂ ਐਜ਼ ਹਿਊਮਨਸ, ਤਾਈਓ ਇਸੇ ਕਰਕੇ ਹੁਣ ਸਾਨੂੰ ਹੀਲਿੰਗਸ ਨੂੰ ਸਮਝਣਾ, એનર્ਜੀ ਹੀਲਿੰਗਸ ਨੂੰ ਸਮਝਣਾ ਬੜਾ ਸੌਖਾ ਹੋ ਗਿਆ, ਕਿਉਂਕਿ ਸਾਡੀ IQ ਲੈਵਲ ਇੰਨਾ ਵਧੀਆ ਹੋ ਗਿਆ ਕਿ ਅਸੀਂ ਚੀਜ਼ਾਂ ਨੂੰ ਫਟਾਫਟ ਐਬਜ਼ੌਰਬ ਕਰ ਰਹੇ ਹਾਂ, ਅੱਗੇ ਵੱਧ ਰਹੇ। ਇੰਨੀਆਂ ਚੇਂਜਸ ਆਈਆਂ ਨੇ ਇੰਨੇ ਸਾਲਾਂ ਦੇ ਵਿੱਚ, ਠੀਕ ਹੈ, ਉਹਦੇ ਕਰਕੇ ਵੀ ਸੀ ਮੈਨ ਐਂਡ ਵੂਮਨ ਬੋਥ ਗੋਇੰਗ ਵੈਰੀ ਹਾਈ ਵਿਦ देयर ਵਰਕ, ਵਿਦ देयर ਥਾਟ ਫਾਰਮਸ। ਦਿੱਕਤ ਕਿੱਥੇ ਆਉਂਦੀ ਹੈਗੀ ਹੈ, ਅਸੀਂ ਜਦੋਂ ਕੰਮ ਕਰ ਰਹੇ ਹਾਂ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਜੈਸੇ ਮਛਲੀ ਕੀ ਆਂਖ ਕੋ ਦੇਖਾ ਥਾ, ਹੈ ਨਾ, ਵੀ ਹੈਵ ਟੂ ਬੀ ਵਨ ਪੁਆਇੰਟਡ, ਪਰ ਵਨ ਪੁਆਇੰਟਡਨੈਸ ਦੇ ਨਾਲ ਅਸੀਂ ਆਪਣੀ ਇਮੋਸ਼ਨਸ ਨੂੰ ਜੋੜਨ ਲਈ ਡਰ ਜਾਈਦਾ। ਅਸੀਂ ਘਰੇ ਜਾ ਕੇ ਸਾਨੂੰ ਸ਼ਾਇਦ ਇਹ ਲੱਗਦਾ ਹੈਗਾ ਕਿ ਹੁਣ ਤੇ ਮੇਰਾ ਹਸਬੈਂਡ ਜਾਂ ਮੇਰੀ ਵਾਈਫ ਹੀ ਹੈ, ਇਹਨੂੰ ਜਾ ਕੇ ਮੈਂ ਕਿਉਂ ਕਹਾਂ ਸੌਰੀ ਲੇਟ ਹੋ ਗਿਆ, ਇਹਨੂੰ ਜਾ ਕੇ ਮੈਂ ਕਿਉਂ ਕਹਾਂ ਯਾਰ ਆਈ ਵਿਲ ਮੇਕ ਇਟ ਅਪ ਫॉर ਯੂ, ਚੱਲ ਇਹ ਸੰਡੇ ਮੈਂ ਤੈਨੂੰ ਦੇ ਦਿੰਦਾ ਵਾਂ ਜਾਂ ਦੇ ਦਿੰਦੀ ਹਾਂ। ਵੀ ਡੋਂਟ ਡੂ ਦੈਟ। ਉਸ ਵੇਲੇ ਕੀ ਹੁੰਦਾ, ਉਹ ਵਾਈਫ ਜਾਂ ਹਸਬੈਂਡ ਇੰਨਾ ਭਰਿਆ ਹੋਇਆ ਆਉਂਦਾ ਕਿ ਉਹ ਸਿਰਫ ਡਾਊਨਲੋਡ ਹੁੰਦਾ। ਕਈ ਵਾਰ ਲੋਕ એનર્ਜੀ ਨੂੰ ਫੇਕ ਵੀ ਫੀਲ ਕਰ ਸਕਦੇ ਆ ਕਿ ਹੈ ਨਾ, ਜਸਟ ਬਿਕੋਜ਼ ਆਪਾਂ ਕੋਈ ਪਰਸਨ ਨੂੰ ਲਾਈਕ ਕਰਦੇ ਆ ਤਾਂ ਸਾਨੂੰ ਉਹਦੀ ਅੱਛੀ ਲੱਗ ਰਹੀ ਹੈ, ਦੂਜੇ ਪਰਸਨ ਨੂੰ ਨਹੀਂ ਲਾਈਕ ਕਰਦੇ, ਨੈਗੇਟਿਵ ਲੱਗ ਰਹੀ ਹੈ, ਉਸ 'ਤੇ ਕੀ ਕਹਿਣਾ ਤੁਹਾਡਾ? ਦੇਖੋ એનર્ਜੀ ਫੀਲ ਕਰਨ 'ਚ ਕੁਝ ਫੇਕਨੈਸ ਨਹੀਂ ਹੈ, ਉੱਥੇ ਸਾਡੀ ਇਮੋਸ਼ਨਸ ਓਵਰਟੇਕ ਕਰ ਜਾਂਦੀਆਂ ਸਾਡੀਆਂ ਥੋਟਸ ਨੂੰ, ਸਾਨੂੰ ਸਿਗਨਲਸ ਮਿਲਦੇ ਨੇ ਹਰ ਵਾਰੀ। ਇਵਨ ਇਫ ਵੀ ਆਰ ਕਲੋਜ਼ ਟੂ ਸਮਬਡੀ ਵੀ ਕੈਨ ਸੈਂਸ ਇਟ ਆਊਟ। ਕਰੈਕਟ, ਸਾਨੂੰ ਉਹ ਮਿਲਦਾ ਹੈ, ਉਹ ਫੀਲ ਆਉਂਦਾ ਹੈ ਕਿ ਆਹ ਠੀਕ ਨਹੀਂ ਹੈ ਜਾਂ ਆਹ ਠੀਕ ਹੈ, ਬਟ ਅਸੀਂ ਉਹਨੂੰ ਬੰਦ ਕਰ ਦਿੰਦੇ। ਅਸੀਂ ਜਿਹਨੂੰ ਕਹਿੰਦੇ ਨਾ, ਆਪਾਂ ਆਪਣੀ ਹਾਇਰ ਸੋਲ ਦੀ ਗੱਲ ਸੁਣਨੀ ਬੰਦ ਕਰ ਦਿੰਦੇ ਹਾਂ, ਅੰਤਰਾਤਮਾ। ਜੇ ਕਿਸੇ ਨੇ ਆਪਣੇ ਹਾਇਰ ਸੈਲਫ ਤੇ ਪਹੁੰਚਣਾ, ਉਹ ਕਿੱਦਾਂ ਪਹੁੰਚ ਸਕਦਾ? ਦੇਖੋ, ਜੇ ਉਹਨੇ ਆਪਣੇ ਆਪ ਨੂੰ ਇਵੋਲਵ ਕਰਨਾ ਹੈ, ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਸਪਿਰਿਚੁਅਲਿਟੀ ਵਿੱਚ ਜਾਂ ਆਪਣੇ ਜੀਵਨ ਦੇ ਵਿੱਚ, ਮੈਂ ਇਹ ਕਹਾਂਗੀ ਕਿ ਯੂ ਲੁੱਕ ਐਟ ਦ ਐਕਟਰਸ, ਲੁੱਕ ਐਟ ਦ ਆਰਟਿਸਟਸ, ਲੁੱਕ ਐਟ ਦ ਐਂਟਰਪ੍ਰੀਨਰਸ, ਦੇ ਆਰ ਆਲ ਇਵੋਲਵਡ। ਮੈਂ ਇੱਕ ਕਲੀਅਰਲੀ ਕਹਿੰਦੀ ਹਾਂ ਕਿ ਇੱਕ ਪਰਸਨ ਜਿਹੜਾ ਹੈ ਉਹ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਹੈ, ਉਹ ਬਹੁਤ ਸਾਰੇ ਲੋਕਾਂ ਨੂੰ ਜੋਬ ਪ੍ਰੋਵਾਈਡ ਕਰ ਰਿਹਾ, ਉਹ ਆਲਰੇਡੀ ਇੱਕ ਹਾਇਰ ਲੈਵਲ 'ਤੇ ਹੈ, ਤਾਂ ਹੀ ਉਹ ਇੰਨੇ ਲੋਕਾਂ ਨੂੰ ਜੋਬ ਪ੍ਰੋਵਾਈਡ ਕਰ ਰਿਹਾ। ਸੋ ਬੇਸਿਕਲੀ ਯੂ ਆਰ ਸੇਇੰਗ ਇਫ ਸਮਬਡੀ ਸਕਸੈਸਫੁਲ, ਦੇ ਆਰ ਗੁੱਡ ਐਟ ਸੋਲ ਲੈਵਲ ਐਜ਼ ਵੈਲ ਬਿਕਾਜ਼ ਉਸ ਦੇ ਅੰਦਰ ਕੰਪੈਸ਼ਨ ਹੈਗਾ, ਉਸ ਦੇ ਅੰਦਰ ਇਹ ਥਾਟ ਹੈਗੀ ਹੈ ਕਿ ਮੈਂ ਕੋਈ ਇਹੋ ਜਿਹੀ ਚੀਜ਼ ਬਿਲਡ ਕਰਾਂ ਜਿਹਦੇ ਨਾਲ ਦੁਨੀਆ ਦੇ ਵਿੱਚ ਬਹੁਤ ਲੋਕਾਂ ਦਾ ਫਾਇਦਾ ਹੋਏ। ਲੁੱਕ ਐਟ ਅ ਸਾਇੰਟਿਸਟ, ਲੁੱਕ ਐਟ ਅ ਬਿਜ਼ਨਸਮੈਨ ਐਂਡ ਐਂਟਰਪ੍ਰੀਨਿਓਰ ਹੂ ਇਜ਼ ਟੇਕਿੰਗ ਕੇਅਰ ਆਫ ਯੂ, ਹੈ ਨਾ। ਜਿੱਦਾਂ ਫੋਰ ਐਗਜ਼ਾਮਪਲ ਜਦੋਂ ਸਾਡੀ ਵਾਈਫਾਈ ਆਇਆ ਕਿੰਨਾ ਕੁਝ ਚੇਂਜ ਹੋ ਗਿਆ, ਕਰੈਕਟ। ਸਾਡੇ ਕੋਲ 5G ਆਇਆ ਕਿੰਨਾ ਕੁਝ ਚੇਂਜ ਹੋ ਗਿਆ, ਕਿਤੇ ਨਾ ਕਿਤੇ ਟੈਕਨੀਕਸ ਇਵੋਲਵ ਹੋਈਆਂ ਨਾ। ਬਟ ਡੋਂਟ ਯੂ ਥਿੰਕ ਇੱਕ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈ ਆਲਰੇਡੀ ਔਨ ਦ ਇੰਟਰਨੈਟ? ਟਰੂ, ਇਨਫੋਰਮੇਸ਼ਨ ਦੇ ਨਾਲ ਜਿਹੜੀ ਦੁਨੀਆ ਹੈਗਾ ਉਹ ਐਕਚੁਅਲੀ ਇਟਸ ਲਾਈਕ ਅ ਲਿਟਲ ਥਿੰਗ ਇਨ ਯੋਰ ਹੈਂਡ, ਸੋ ਯੋਰ ਟੈਬ ਇਜ਼ ਹੋਲਡਿੰਗ ਐਵਰੀਥਿੰਗ ਫॉर ਯੂ। ਹੁਣ ਤੁਹਾਡੇ ਉੱਤੇ ਹੈਗਾ ਹੈ, ਅਗੇਨ ਆਈ ਸੈਡ, ਵਿਦ ਇੰਟੈਲੀਜੈਂਸ, ਵਿਦ ਇਵੈਲੂਏਸ਼ਨ, ਕਿ ਤੁਹਾਨੂੰ ਕੀ ਚਾਹੀਦਾ ਹੈ ਤੋਂ ਕੀ ਨਹੀਂ ਚਾਹੀਦਾ, ਹੈਗਾ ਸਭ ਕੁਝ ਹੈ ਤੁਹਾਡੇ ਕੋਲ। ਵਾਟ ਐਵਰ ਇਜ਼ ਗੁੱਡ ਫॉर ਯੂ, ਕੀਪ ਇਟ। ਇੰਟੈਂਸ਼ਨਸ ਬਾਰੇ ਕੀ ਕਹਿਣਾ ਤੁਹਾਡਾ? ਇੰਟੈਂਸ਼ਨਸ ਐਜ਼ ਸਾਡੀਆਂ ਥੋਟਸ ਜੇ ਚੰਗੀਆਂ ਨੇ, ਇੰਟੈਂਸ਼ਨਸ ਚੰਗੀਆਂ ਨੇ, ਜੇ ਮੈਂ ਸੋਚ ਕੇ ਕਹਿ ਰਹੀ ਹਾਂ ਕਿ ਮੈਂ ਕਿਸੇ ਦੀ ਮਦਦ ਕਰਨੀ ਹੈ, ਅਤੇ ਤੁਹਾਡੀ ਆਪਣੇ ਆਪ ਤੁਹਾਡੇ ਜਿਹੜੇ ਕਨੈਕਸ਼ਨਸ ਵੀ ਬਣਨਗੇ ਨਾ, ਉਹ ਐਵੇਂ ਦੇ ਬਣਨਗੇ ਕਿ ਦੇ ਯੂ ਆਰ ਹੈਲਪਿੰਗ X ਔਰ ਤੁਹਾਨੂੰ ਹੈਲਪ Z ਤੋਂ ਆ ਜਾਏਗੀ, ਤੁਹਾਨੂੰ ਪਤਾ ਵੀ ਨਹੀਂ ਚੱਲੇਗਾ, ਬਿਕਾਜ਼ ਇਟ ਇਜ਼ ਯੋਰ ਗੁੱਡਨੈਸ ਵਿਚ ਇਜ਼ ਕਮਿੰਗ ਬੈਕ ਵਾਇਆ ਦ ਯੂਨੀਵਰਸ ਬਾਈ ਐਨੀ ਅਦਰ ਮੀਨਸ। ਆਪਾਂ ਜੇ ਕਿਸੇ ਨੂੰ ਫੋਰਗਿਵ ਕਰਦੇ ਹਾਂ ਤੇ ਸਬਕੌਂਸ਼ੀਅਸਲੀ ਸਾਨੂੰ ਕਦੇ ਨਾ ਕਦੇ ਇੱਦਾਂ ਫੀਲ ਹੁੰਦਾ ਕਿ ਯਾਰ ਉਹ ਬੰਦਾ ਰਾਈਟ ਸੀਗਾ ਤਾਂ ਫੋਰਗਿਵ ਕਰ ਰਿਹਾ। ਅਸੀਂ ਜਦੋਂ ਫੋਰਗਿਵ ਕਰਦੇ ਹਾਂ ਸਾਨੂੰ ਫੋਰਗਿਵਨੈਸ ਕਰਨੀ ਬੜੀ ਔਖੀ ਹੁੰਦੀ ਹੈ। ਮੈਂ ਬਹੁਤ ਫੋਰਗਿਵਨੈਸ ਸੈਸ਼ਨਸ ਕਰਾਉਂਦੀ ਹਾਂ, ਪਰ ਮੈਨੂੰ ਇਹ ਪਤਾ ਹੈ ਕਿ ਮੈਂ ਜੇ ਕਿਸੇ ਨੂੰ ਕਹਾਂ ਕਿ ਅੱਜ ਉਸ ਦੇ ਨਾਲ ਕੁਝ ਬਹੁਤ ਮਾੜਾ ਹੋ ਗਿਆ ਔਰ ਉਸ ਨੂੰ ਮੈਂ ਕਹਾਂ ਇਸ ਨੂੰ ਫੋਰਗਿਵ ਕਰ ਦੇ, ਇਟਸ ਵੈਰੀ ਡਿਫਿਕਲਟ। ਕਿਉਂਕਿ ਜਦੋਂ ਕੋਈ ਪਰਸਨ ਤੁਹਾਡੀ ਲਾਈਫ 'ਚ ਚਲਾ ਗਿਆ ਜਾਂ ਕੋਈ ਪਰਸਨ ਤੁਹਾਨੂੰ ਧੋਖਾ ਦੇ ਕੇ ਚਲਾ ਗਿਆ, ਭਾਵੇਂ ਉਹ ਇੱਕ ਐਂਟਰਪ੍ਰੀਨਰ ਨੂੰ ਦਿੱਤਾ ਜਾਂ ਭਾਵੇਂ ਇੱਕ ਇੰਡੀਵਿਜੂਅਲ ਨੂੰ ਦਿੱਤਾ, ਉਹਦੇ ਲਈ ਥੋਟ ਕੀ ਹੈ? ਧੋਖਾ, ਕਰੈਕਟ। ਉਹ ਧੋਖਾ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ? ਗੁੱਸਾ। ਫਿਰ ਕੀ ਆਉਂਦਾ? ਆਪਣੇ ਉੱਤੇ ਗਿਲਟ ਕਿ ਯਾਰ ਮੈਂ ਇੰਨਾ ਕੁ ਆਈ ਵਾਜ਼ ਸੋ ਨਾਈਵ ਕਿ ਮੈਨੂੰ ਕੋਈ ਧੋਖਾ ਦੇ ਕੇ ਚਲਾ ਗਿਆ, ਹੈ ਨਾ। ਉਸ ਤੋਂ ਬਾਅਦ ਫਿਰ ਆਉਂਦੀ ਹੈ ਸੈਡਨੈਸ ਕਿ ਮੈਂ ਹੀ ਕਿਉਂ। ਸੋ ਇਹ ਸਾਰੀ ਇਮੋਸ਼ਨਸ ਨੂੰ ਕੱਢਣ ਲਈ ਇੱਕ ਫੋਰਗਿਵਨੈਸ ਦਾ ਇੱਕ ਤਰੀਕਾ ਹੁੰਦਾ ਜਿਹਦੇ ਵਿੱਚ ਅਸੀਂ ਫੋਰਗਿਵ ਕਰੀਦਾ ਪਹਿਲੇ ਖੁਦ ਨੂੰ ਕਿ ਧੋਖੇ ਯਾਰ ਮੈਥੋਂ ਗਲਤੀ ਹੋ ਗਈ, ਮੈਂ ਉਹਨੂੰ ਨਹੀਂ ਸਮਝ ਪਾਇਆ। ਸੋ ਜਦੋਂ ਆਪਾਂ ਇਹ ਕਰੀਦਾ ਹੈ ਨਾ, ਥਿੰਗਸ ਬਿਕਮ ਮਚ ਕਲੀਅਰਰ ਟੂ ਅਸ। what is your forgiveness technique? ਅਗਰ ਤੁਸੀਂ ਦੱਸੋ ਇੱਕ ਵਾਰ। ਬਹੁਤ ਹੀ ਸੌਖੀ ਹੈ। ਯੈਸ ਵੀ ਕੈਨ, ਲੈਟਸ ਡੂ ਇਟ। ਬਿਕਾਜ਼ ਦੇਖੋ, ਇੱਕ ਤਰੀਕਾ ਜਿਹੜਾ ਬਹੁਤ ਪੋਪੂਲਰ ਹੈਗਾ ਔਨ ਦਾ ਇੰਟਰਨੈਟ, ਹੋਪੋਨੋਪੋਨੋ ਟੈਕਨੀਕ ਬਹੁਤ ਲੋਕ ਕਰਦੇ ਨੇ, ਰਾਈਟ। ਮਾਸਟਰ ਨੇ ਸਾਨੂੰ ਇੱਕ ਬਹੁਤ ਬਿਊਟੀਫੁਲੀ ਕਰਾਇਆ। ਮਾਸਟਰ ਕਹਿੰਦੇ ਨੇ ਸਭ ਤੋਂ ਪਹਿਲਾਂ ਆਪਣਾ ਹਾਰਟ ਖੋਲ੍ਹ ਦਿਓ। ਅਸੀਂ ਦਿਲ ਬੰਦ ਕਰੀਦਾ ਜਦੋਂ ਸਾਡੇ ਨਾਲ ਧੋਖਾ ਹੁੰਦਾ,
ਆਪਾਂ ਨੂੰ ਫੀਲ ਜਿਹੜੀ ਐਂਜ਼ਾਈਟੀ ਹੁੰਦੀ ਉਹਨੂੰ ਕਹਿੰਦੇ ਆਪਾਂ। ਐਂਗਜ਼ਾਇਟੀ ਹੁੰਦੀ ਹੈ ਜਾਂ ਆਪਾਂ ਕਿਸੇ ਨੂੰ ਦੁੱਖ 'ਚ ਵੀ ਦੇਖਦੇ ਆ ਨਾ ਤੇ ਆਪਾਂ ਅੱਖਾਂ ਮੋੜ ਲਈਦੀਆਂ, ਮੈਂ ਨਹੀਂ ਦੇਖਣਾ ਇਹਦੇ ਵੱਲ। ਮੇਰੇ ਉੱਤੇ ਪਹਿਲੋਂ ਆਇਆ, ਮੈਨੂੰ ਕਿਹਨੇ ਦੇਖਿਆ? ਸੋ ਅਸੀਂ ਕੀ ਕਰੀਦਾ, ਅਸੀਂ ਆਪਣੇ ਹਾਰਟ ਨੂੰ ਬੰਦ ਕਰ ਲਈਦਾ, ਜਦ ਕਿ ਅਸੀਂ ਸਾਰੇ ਬਹੁਤ ਲਵਿੰਗ ਸੋਲਸ ਹਾਂ, ਹਿਊਮਨਸ ਆ ਨਾ, ਤੇ ਸਾਡੇ ਕੋਲ ਹੈ ਕੀ ਇਹ ਇਮੋਸ਼ਨਸ, ਕੰਪੈਸ਼ਨ, ਲਵ, ਪਰ ਅਸੀਂ ਹਾਰਟ ਨੂੰ ਕੀ ਕੀਤਾ, ਬੰਦ ਕਰ ਲਿਆ। ਹੁਣ ਮਾਸਟਰ ਕੀ ਕਹਿੰਦੇ ਨੇ, ਸਭ ਤੋਂ ਪਹਿਲਾਂ ਜ਼ੁਬਾਨ ਨੂੰ ਤਾਲੂ ਤੇ ਲਗਾ ਕੇ ਲੈਟ ਅਸ ਐਕਸਪੈਰੀਮੈਂਟ। ਇਨਹੇਲ ਐਕਸੇਲ ਕੀਤਾ ਸੀ ਆਪਾਂ, ਸੋ ਇਨਹੇਲ and exhale and start going inwards. ਤਾਲੂ ਨੂੰ ਜ਼ੁਬਾਨ ਤੇ ਲਗਾ ਕੇ, ਜ਼ੁਬਾਨ ਨੂੰ ਤਾਲੂ ਤੇ ਲਗਾ ਕੇ inhale and say a small prayer. ਆਪਣੇ ਤਰੀਕੇ ਨਾਲ prayer ਕਰ ਸਕਦੇ ਹੋ to the supreme parabrahman divine father divine mother। ਉਹ ਮੇਰੇ ਪ੍ਰਭੂ ਪਰਮਾਤਮਾ, ਤੇਰਾ ਬੜਾ ਸ਼ੁਕਰ ਹੈ ਕਿ ਮੈਂ ਅੱਜ ਠੀਕ ਹਾਂ, ਮੈਂ ਅੱਜ ਖੁਸ਼ ਹਾਂ, ਲੇਕਿਨ ਮੇਰੇ ਜੀਵਨ ਦੇ ਵਿੱਚ ਤੂੰ ਹੈਗਾ, ਮੇਰੇ ਜੀਵਨ ਦੇ ਵਿੱਚ ਉਹ ਸਾਰੇ ਦੇਵਾਸ ਨੇ। ਸੋ ਰਿਮੈਂਬਰ all your devas, Lord Brahma, Lord Vishnu, Lord Shiva। ਜੇ ਤੁਸੀਂ ਏਥਿਸਟ ਨਹੀਂ ਹੋ, ਜਿਹਨੂੰ ਵੀ ਮੰਨਦੇ ਹੋ, ਮੇਰੇ ਦਸ਼ਮ ਗੁਰੂ ਨੇ, ਮੇਰੇ ਮਾਸਟਰ ਨੇ, ਮਾਸਟਰ ਚੋਆ, ਜਾਂ ਉਹ ਸਾਰੇ ਐਂਜਲਸ, ਉਹ ਸਾਰੇ ਆਰਕ ਐਂਜਲਸ ਜਿਨ੍ਹਾਂ ਨੂੰ ਮੈਂ ਧਿਆ ਸਕਦੀ ਹਾਂ, ਮੈਂ ਉਹਨਾਂ ਨੂੰ ਬੁਲਾ ਕੇ ਕਹਿੰਦੀ ਹਾਂ ਥੈਂਕ ਯੂ ਫॉर ਬੀਇੰਗ ਇਨ ਮਾਈ ਲਾਈਫ। ਹੁਣ ਮੈਂ ਕੀ ਕਰ ਰਹੀ ਹਾਂ, ਮੈਂ ਇਨਹੇਲ ਐਕਸੇਲ ਕਰਕੇ ਇਹ ਫੀਲ ਕਰਾਂਗੀ ਕਿ ਮੇਰੇ ਆਸ-ਪਾਸ ਬਹੁਤ ਬਿਊਟੀਫੁਲ ਐਨਰਜੀਜ਼ ਆ ਗਈਆਂ, ਕਿਉਂਕਿ ਮੈਂ ਧਿਆ ਲਿਆ, ਮੈਂ ਸਭ ਨੂੰ ਬੁਲਾ ਲਿਆ। ਬੀ ਵਿਦ ਮੀ, ਸਟੈਂਡ ਬਾਈ ਮੀ, help me release all those negative thought forms which I don't need, right? Now just put your hands up like a blessing mudra, है ना, जिदा ਆਪਾਂ ਕਿਸੇ ਨੂੰ ਬਲੈਸ ਕਰੀਦਾ, ਔਰ ਸਾਹਮਣੇ ਕਿਨੂੰ ਰੱਖਿਆ, ਉਸ ਦੀ એનર્ਜੀ ਬਾਡੀ ਨੂੰ, ਉਸ ਨੂੰ ਮਹਿਸੂਸ ਕੀਤਾ ਜਿਹਦੇ ਨਾਲ ਮੇਰੇ ਬਹੁਤ ਸਾਰੇ ਨੈਗੇਟਿਵ ਕਨੈਕਟ ਨੇ। ਉਸ ਪਰਸਨ ਨੂੰ ਸਾਹਮਣੇ ਰੱਖ ਕੇ ਮੈਂ ਕੀ ਕਿਹਾ, ਇਨਹੇਲ ਐਕਸੇਲ ਕਰਤੇ ਹੋਏ ਮੈਂ ਫੀਲ ਕੀਤਾ ਕਿ ਮੈਂ ਆਪਣੇ ਹਾਰਟ ਚੋਂ ਬਹੁਤ ਸਾਰਾ ਪਿਆਰ ਔਰ ਆਪਣੇ ਕਰਾਊਨ ਚੋਂ ਜਿਹੜੀ ਦਿਵਯ, ਜਿਹਨੂੰ ਆਪਾਂ ਕਹਿੰਦੇ ਡਿਵਾਈਨ ਲਾਈਟ, ਉਹ ਰੋਸ਼ਨੀ, ਦੋਨਾਂ ਨੂੰ ਮਿਕਸ ਕਰਕੇ ਮੈਂ ਉਹਨੂੰ ਦੇ ਰਹੀ ਹਾਂ। ਮੈਂ ਉਸ ਦੀ એનર્ਜੀ ਬਾਡੀ ਦੇ ਵਿੱਚ ਇਹ ਲਵ ਪਾ ਰਹੀ ਹਾਂ। ਹੁਣ ਇਹ ਹੀ ਪਾਣਾ ਔਖਾ ਲੱਗਦਾ ਹੈ ਮੁਸਕਾਨ, ਕਿਉਂਕਿ ਉਸ ਵੇਲੇ ਹੁੰਦਾ ਹੈਗਾ ਕਿ ਇਹਨੇ ਮੈਨੂੰ ਇੰਨਾ ਦੁੱਖ ਦਿੱਤਾ, ਮੈਂ ਕਿਉਂ ਕਰ ਰਿਹਾ। ਸੋ ਪਹਿਲਾਂ ਤੁਹਾਨੂੰ ਥੋੜਾ ਜਿਹਾ ਜ਼ਬਰਦਸਤੀ ਕਰਨਾ ਪੈਂਦਾ। ਆਪਾਂ ਨੂੰ ਇਹ ਕਿਵੇਂ ਫੀਲ ਹੋਏਗਾ ਕਿ ਆਪਣੇ ਕੋਲ ਹੈਗਾ ਪਿਆਰ ਤੇ ਹੈ ਤੁਹਾਡੇ ਕੋਲ ਡਿਵਾਈਨ ਲਾਈਟ ਹੈ, ਕਿਉਂਕਿ ਤੁਸੀਂ ਜੁੜੇ ਹੋਏ ਉਹਦੇ ਨਾਲ। ਤਾਂ ਹੀ ਮੈਂ ਕਿਹਾ ਤੁਸੀਂ ਪਹਿਲਾਂ ਯਾਦ ਕਰੋ, ਉਹ ਸਭ ਕੋਲ ਹੈ, ਉਹ ਸਭ ਕੋਲ ਹੈ, ਕਿਉਂਕਿ ਅਸੀਂ ਉਹਦੇ ਨਾਲ ਜੁੜੇ ਹਾਂ। ਤਾਂ ਅਸੀਂ ਕੀ ਕਰ ਰਹੇ ਹਾਂ, ਅਸੀਂ ਆਪਣੇ ਸਾਰੇ ਦੇਵਾਂ ਨੂੰ ਬੁਲਾ ਰਹੇ ਹਾਂ, ਉਹਨਾਂ ਨੂੰ ਕਹਿ ਰਹੇ ਹੋ ਮੇਰੇ ਨਾਲ ਬੈਠੋ। ਅਸੀਂ ਯੂਜੂਲੀ ਇਸ ਤੋਂ ਪਹਿਲਾਂ ਮੈਡੀਟੇਸ਼ਨ ਜ਼ਰੂਰ ਕਰੀਦਾ ਤਾਂ ਕਿ ਹਾਰਟ ਖੁੱਲ ਜਾਏ। ਇੱਕ ਮੈਡੀਟੇਸ਼ਨ ਹੈਗੀ ਮਾਸਟਰ ਚੋਆ ਦੀ ਟਵਿਨ ਹਾਰਟ ਮੈਡੀਟੇਸ਼ਨ, ਤੁਹਾਨੂੰ ਆਨਲਾਈਨ ਵੀ ਮਿਲ ਜਾਏਗੀ। ਉਹ ਕਰਕੇ ਨਾ ਤੁਸੀਂ ਬੜੇ ਪੀਸਫੁਲ ਹੋ ਜਾਂਦੇ ਹੋ, ਕਿਉਂਕਿ ਉਹਦੇ ਵਿੱਚ ਅਸੀਂ ਮਦਰ ਅਰਥ ਨੂੰ ਬਲੈਸ ਕਰੀਦਾ। ਹਾਰਟ ਖੋਲਣਾ ਕਿਉਂ ਜ਼ਰੂਰੀ ਹੈ? ਜਦੋਂ ਤੱਕ ਕੰਪੈਸ਼ਨ ਨਹੀਂ ਆਏਗਾ, ਜਦੋਂ ਫੋਰ ਐਗਜ਼ਾਮਪਲ ਬੱਚੇ ਨੇ, ਜੇ ਅਸੀਂ ਆ ਕੇ ਕਹਿੰਦੇ ਹਾਂ ਪੈਰੀ ਪਾਉਣਾ, ਤੇ ਅੱਗੋਂ ਕੀ ਆਉਂਦਾ, ਜਿੰਦੇ ਰਹੋ। ਅਸੀਂ ਕੀ ਹੋ ਰਿਹਾ, ਹਾਰਟ ਖੁੱਲ ਰਿਹਾ ਨਾ, ਕੋਈ ਆ ਕੇ ਤੁਹਾਡੇ ਤੋਂ ਰਿਸਪੈਕਟਫੁਲੀ ਬਲੈਸਿੰਗਸ ਲੈ ਰਿਹਾ। ਸੋ ਜਦੋਂ ਮੇਰਾ ਹਾਰਟ ਖੁੱਲ੍ਹੇਗਾ, ਜਦੋਂ ਮੈਂ ਇਹ ਕਹਾਂਗੀ ਕਿ ਇਸ ਧਰਤੀ 'ਤੇ ਜਿੱਥੇ ਦੁੱਖ ਹੈ ਉੱਥੇ ਸੁੱਖ ਹੋਏ, ਜਿੱਥੇ ਨਫ਼ਰਤ ਹੈ ਉੱਥੇ ਪਿਆਰ ਹੋਏ, ਤੇ ਮੇਰਾ ਹਾਰਟ ਖੁੱਲ੍ਹੇਗਾ ਨਾ, ਮੈਂ ਇਸ ਧਰਤੀ ਨੂੰ ਬਲੈਸ ਕਰ ਰਹੀ ਹਾਂ। ਜਦੋਂ ਬਲੈਸ ਕਰ ਲਿਆ, ਉਸ ਤੋਂ ਬਾਅਦ ਮੈਂ ਵਿਜ਼ੂਅਲਾਈਜ਼ ਕੀਤਾ ਤਾਂ ਪਰਸਨ ਸਾਹਮਣੇ ਹੈਗਾ। ਹੁਣ ਮੈਂ ਉਹਨੂੰ ਕਹਿ ਰਹੀ ਹਾਂ ਕਿ ਦੇਖ, ਤੇਰੇ ਨਾਲ ਮੇਰੀਆਂ ਜੋ ਵੀ ਇਮੋਸ਼ਨ ਸੀ, ਜਿਹੜੀਆਂ ਕੌਨਸ਼ੀਅਸਲੀ ਜਾਣੇ ਅਣਜਾਣੇ 'ਚ ਮੈਂ ਬਣਾਈਆਂ, ਮਾੜੀਆਂ ਚੰਗੀਆਂ, ਆਈ ਐਮ ਸੋ ਥੈਂਕਫੁਲ ਟੂ ਯੂ ਕਿ ਮੈਂ ਇਮੋਸ਼ਨਸ ਫੀਲ ਤੇ ਕੀਤੀਆਂ। ਜੇ ਤੂੰ ਮੇਰੀ ਲਾਈਫ 'ਚ ਹੁੰਦਾ ਹੀ ਨਹੀਂ, ਮੈਂ ਇਹਨਾਂ ਇਮੋਸ਼ਨਸ ਤੋਂ ਨਿਕਲਦੀ ਹੀ ਨਹੀਂ। ਪਰ ਹੁਣ ਇਸ ਵੇਲੇ ਕੌਨਸ਼ੀਅਸਲੀ ਮੈਂ ਇਹ ਇਮੋਸ਼ਨਸ ਨੂੰ ਕੱਟ ਕਰ ਰਹੀ ਹਾਂ। ਆਈ ਐਮ ਰਿਮੂਵਿੰਗ ਆਪਣੇ ਵੱਲੋਂ ਨੈਗੇਟਿਵ ਇਮੋਸ਼ਨਸ। ਕੱਢਣਾ ਕੀ ਹੈ? ਨਹੀਂ, ਉਹ ਨੈਗੇਟਿਵ ਇਮੋਸ਼ਨ, ਜਿਵੇਂ ਤੁਸੀਂ ਕਿਹਾ ਕਿ ਥੈਂਕ ਯੂ, ਮੈਂ ਇਮੋਸ਼ਨ ਫੀਲ ਕੀਤਾ, ਲੇਕਿਨ ਇਸ ਇਮੋਸ਼ਨਸ ਨੂੰ ਮੈਂ ਜ਼ਰੂਰੀ ਹੈ ਉਹ ਫੀਲ ਕਰਨਾ ਨੈਗੇਟਿਵ 100%, ਕਿਉਂਕਿ ਉਹ ਪਰਸਨ ਤੁਹਾਡੇ ਨਾਲ ਜੁੜਿਆ ਕਿਹਦੇ ਨਾਲ ਹੈ ਇਸ ਵੇਲੇ, ਕਿਉਂਕਿ ਉਹਨੇ ਤੁਹਾਨੂੰ ਧੋਖਾ ਦਿੱਤਾ। ਸੋ ਦਿਸ ਇਜ਼ ਯੂ ਸੇਇੰਗ ਕਿ ਪਿਛਲੇ ਕਰਮਾਂ ਦਾ ਕੁਝ 100%। ਨਹੀਂ ਤਾਂ ਤੁਸੀਂ ਹੀ ਦੱਸੋ, ਉਹੀ ਪਰਸਨ ਤੁਹਾਡੀ ਲਾਈਫ 'ਚ ਕਿਉਂ ਆਇਆ ਤੁਹਾਨੂੰ ਧੋਖਾ ਦੇਣ ਲਈ? ਕੁਛ ਨਾ ਕੁਛ ਤੇ ਹੈ ਨਾ ਤੁਹਾਡੇ ਦੋਨਾਂ ਦੇ ਵਿੱਚ। ਤੇ ਅਗਰ ਹੁਣ ਉਹਨੇ ਭਾਵੇਂ ਸਾਡੇ ਨਾਲ ਨੈਗੇਟਿਵ ਕੀਤਾ, ਤੇ ਉਹਦਾ ਇੱਕ ਨਵਾਂ ਬੈਡ ਕਰਮਾ ਕ੍ਰੀਏਟ ਹੋ ਗਿਆ ਕਿ ਉਹਦਾ ਪਿਛਲਾ ਡਿਊ ਸੀਗਾ, ਇਹ ਕਿਵੇਂ ਪਤਾ ਲੱਗੇਗਾ? ਇਹ ਆਪਾਂ ਨਹੀਂ ਕਹਿ ਸਕਦੇ। ਇਹ ਤੁਸੀਂ ਇਹ ਕਹਿ ਸਕਦੇ ਹੋ ਕਿ ਜੇ ਤੁਸੀਂ ਇਹਨੂੰ ਫੋਰਗਿਵ ਕਰਕੇ ਕੱਢਤਾ ਔਰ ਤੁਹਾਡੀ ਲਾਈਫ ਵਿੱਚ ਦੁਬਾਰਾ ਇਹੋ ਜਿਹੀ ਗੱਲ ਨਹੀਂ ਹੋਈ, ਤੇ ਤੁਹਾਡੇ ਕਰਮਾਂ ਤੇ ਹੋ ਗਏ ਖਤਮ ਹੈ ਵਾਲੇ। ਯੂਜੂਲੀ ਪੈਟਰਨ ਪ੍ਰੈਜ਼ੈਂਟ ਲਾਈਫ ਵਿੱਚ ਜੋ ਤੁਸੀਂ ਪੁਰਾਣਾ ਕੱਢ ਰਹੇ ਹੋ। ਹੁਣ ਜੇ ਫਰਜ਼ ਕਰੋ ਤੁਸੀਂ ਇੱਕ ਬੰਦੇ ਨੂੰ ਫੋਰਗਿਵ ਨਹੀਂ ਕੀਤਾ, ਉਹ ਤੁਹਾਡੇ ਲਾਈਫ 'ਚ ਧੋਖਾ ਦੇ ਕੇ ਚਲਾ ਗਿਆ, ਸੈਕੰਡ ਟਾਈਮ ਫਿਰ ਧੋਖਾ ਆਇਆ, ਥਰਡ ਟਾਈਮ ਫਿਰ ਧੋਖਾ ਆਇਆ, ਪੈਟਰਨ ਬਣ ਗਿਆ। ਸੋ ਯੂ ਹੈਵ ਟੂ ਅੰਡਰਸਟੈਂਡ ਵਾਈ ਇਜ਼ ਦਿਸ ਹੈਪਨਿੰਗ, ਮੇਰੇ ਨਾਲ ਇਨਸੀਡੈਂਟ ਹੋ ਕਿਉਂ ਰਹੇ ਨੇ। We can relate this with that psychological patterns as well, ਜਿਵੇਂ ਕਹਿੰਦੇ ਕਿ if you are avoiding some kind of person in your attracting some kind of person in your life. Correct. So why are you attracting that energy? So if you are attracting that energy, release the energy, no? Forgive ਕਰ ਦੋ।
ਕੱਢ ਦਿਓ, ਥੋਟ ਹੀ ਕੱਢ ਦਿਓ, ਉਹਨੂੰ ਕੱਟ ਕਰ ਦਿਓ, ਉਸ ਇਮੋਸ਼ਨ ਨੂੰ ਕੱਟ ਕਰਕੇ ਉਸ ਪਰਸਨ ਨੂੰ ਬਲੈਸ ਕਰਕੇ ਭੇਜ ਦਿਓ ਕਿ ਤੇਰੇ ਜੀਵਨ 'ਚ ਇੰਨੀਆਂ ਖੁਸ਼ੀਆਂ ਆਉਣ, ਤੇਰੇ ਕੋਲ ਇੰਨਾ ਕੁ ਪੈਸਾ ਰਵੇ ਕਿ ਤੂੰ ਹਮੇਸ਼ਾ ਖੁਸ਼ ਰਵੇਂ, ਤੈਨੂੰ ਕਿਸੇ ਨੂੰ ਧੋਖਾ ਦੇਣ ਦੀ ਲੋੜ ਨਾ ਪਵੇ। ਫੋਰ ਐਗਜ਼ਾਮਪਲ ਇਫ ਇਟ ਇਜ਼ ਮਨੀ। ਤੇ ਇਹ ਚੀਜ਼ ਤੁਸੀਂ ਬਹੁਤ ਵੱਡੀ ਕਹਿਤੀ, ਬਟ ਤੁਹਾਨੂੰ ਲੱਗਦਾ ਕਿ ਅੱਜ ਦੇ ਟਾਈਮ ਵਿੱਚ ਲੋਕ ਇੰਨੇ ਸੈਲਫਲੈਸ ਹੈ ਕਿ ਇਹ ਚੀਜ਼ ਕਰ ਸਕਦੇ ਆ? ਮੁਸਕਾਨ, ਯੂਜੂਲੀ ਜਦ ਇੱਕ ਪਰਸਨ ਦੇ ਪੈਟਰਨਸ ਬਹੁਤ ਜ਼ਿਆਦਾ ਹੁੰਦੇ ਨੇ ਨਾ, ਔਰ ਬਹੁਤ ਪਰੇਸ਼ਾਨ ਹੁੰਦਾ ਨਾ, ਉਹ ਡੈਫੀਨੇਟਲੀ ਆਉਂਦਾ ਪੁੱਛਣ ਮੈਂ ਕੀ ਕਰਾਂ। ਮੇਰੇ ਕੋਲ ਨਹੀਂ ਆਏਗਾ, ਪੁਰਾਣੀ ਹੀਲਿੰਗ 'ਚ ਨਹੀਂ ਆਏਗਾ, ਕਿਸੇ ਹੋਰ ਹੀਲਰ ਕੋਲ ਜਾਏਗਾ, ਕਿਸੇ ਐਨਰਜੀਸ ਵਿੱਚ ਜਾਏਗਾ, ਕਿਸੇ ਸਾਈਕੋਲੋਜਿਸਟ ਕੋਲ ਜਾਏਗਾ। ਉਹਨੂੰ ਕੋਈ ਨਾ ਕੋਈ ਟੈਕਨੀਕ ਜਿਹੜੀ ਮਿਲੇਗੀ ਨਾ, ਉਹ ਐਵੇਂ ਦੀ ਹੀ ਮਿਲੇਗੀ ਜਿੱਥੇ ਉਹਨੂੰ ਫੋਰਗਿਵ ਕਰਕੇ ਅੱਗੇ ਜਾਣਾ। ਤੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ? ਕੋਈ ਨੁਕਸਾਨ ਨਹੀਂ ਹੈ। ਆਪਾਂ ਜੇ ਕਿਸੇ ਨੂੰ ਉਂਝ ਇੱਦਾਂ ਬਲੈਸ ਕਰ ਰਹੇ ਕੁਛ ਹੈ, ਸਬਕੌਂਸ਼ੀਅਸਲੀ ਕਦੇ ਕਿਸੇ ਦੇ ਮਾਈਂਡ 'ਚ ਇਹ ਵੀ ਆ ਸਕਦਾ ਕਿ ਹੈ ਨਾ ਕਿ ਇਫ ਵੀ ਆਰ ਬਲੈਸਿੰਗ them with for example love money happiness, ਤੇ ਉਹ ਸਾਡੇ ਤੋਂ ਨਿਕਲ ਕੇ ਜਾ ਰਹੀ ਹੈ। ਬਿਲਕੁਲ ਵੀ ਨਹੀਂ, ਕਿਉਂਕਿ ਇਹ ਪਿਆਰ ਐਸੀ ਚੀਜ਼ ਹੈ, ਇਟਸ ਲਾਈਕ ਵਗਦਾ ਪਾਣੀ, ਜਿੰਨਾ ਪਿਆਰ ਲਓਗੇ ਉਨਾ ਵਾਪਸ ਆਣਾ ਨਾ। ਇਟ ਇਜ਼ ਇੱਕ ਸਿੰਪਲ ਰੂਲ ਦੈਟ ਇਟ ਇਜ਼ ਇਨ ਗਿਵਿੰਗ ਦੈਟ ਯੂ ਰਿਸੀਵ। ਲਾਅ ਆਫ ਕਰਮਾ ਹੈ। ਬਾਰ-ਬਾਰ ਇਹ ਵੀ ਤਾਂ ਦੇਖਦੇ ਹਾਂ ਕਿ ਅਸੀਂ ਕਈ ਲੋਕ ਬਹੁਤ ਗਿਵਰਸ ਹੁੰਦੇ ਆ, ਪਿਆਰ ਦਿੰਦੇ ਰਹਿੰਦੇ ਆ, ਬਟ ਉਹਨਾਂ ਨੂੰ ਇਨ ਰਿਟਰਨ ਨਹੀਂ ਮਿਲਦਾ। ਦੇਖ, ਇਫ ਇਟ ਡਿਪੈਂਡ ਕਰਦਾ ਹੈ ਕਿ ਮੈਂ ਫੇਰ ਇਹ ਗੱਲ ਕਹੀਏ ਕਿ ਉਹ ਐਕਸ ਨੂੰ ਦੇ ਰਿਹਾ, ਉਹਨੂੰ ਰਿਟਰਨ ਕੀ ਐਕਸਪੈਕਟ ਕਰ ਰਿਹਾ, ਐਕਸ ਹੀ ਮੈਨੂੰ ਵਾਪਸ ਦੇਵੇ। ਓਕੇ, ਐਵੇਂ ਨਹੀਂ ਹੋਣਾ। ਉਹਨੂੰ ਵਾਈ ਤੋਂ ਆ ਜਾਣਾ, ਉਹਨੂੰ ਜ਼ੀ ਤੋਂ ਆ ਜਾਣਾ, ਉਹਨੂੰ ਆਣਾ ਜ਼ਰੂਰ ਹੈ। ਸਿਮਿਲਰਲੀ ਜੇ ਪੈਸਾ ਹੈਗਾ, ਸਿੰਪਲ ਚੀਜ਼ ਹੈ, ਦਾਨ ਕਰੋ। ਗੁਰੂਆਂ ਨੇ ਸਾਨੂੰ ਦਸਵੰਧ ਸਿਖਾਈ ਹੈ। ਜੇ ਦਸਵੰਧ ਦਿੰਦੇ ਹੋ, ਤੁਸੀਂ ਕੱਢਦੇ ਹੋ, ਤੁਹਾਡੀ ਮਨੀ ਮਲਟੀਪਲਾਈ ਕਰਦੀ ਹੀ ਕਰਦੀ ਹੈ। ਇਟਸ ਅ ਗੋਲਡਨ ਰੂਲ। ਇਜ਼ ਇਟ ਇੰਪੋਰਟੈਂਟ ਕਿ ਅਸੀਂ ਹਰ ਇਨਕਮ ਸੋਰਸ ਚੋਂ ਮਨੀ ਦੇਣਾ ਚਾਹੀਦਾ? ਇੱਥੇ ਤੁਹਾਡਾ ਕੀ ਥਾਟ? ਯੈਸ, whatever you're earning, whatever is your income, ਉਹਦਾ ਦਸਵੰਧ ਕੱਢਣਾ ਹੈ। ਕਿਸੇ ਨੂੰ ਹੈਲਪ ਕਰਦੇ ਹੋਏ ਜਾਂ ਡੋਨੇਟ ਕਰਦੇ ਹੋਏ ਅਗਰ ਸਬਕੌਂਸ਼ੀਅਸਲੀ ਕਿਸੇ ਦੇ ਮਨ 'ਚ ਇਹ ਥਾਟ ਵੀ ਆਉਂਦਾ ਕਿ ਅਸੀਂ ਕਿਸੇ ਦਾ ਭਲਾ ਕੀਤਾ, ਸਾਡਾ ਹੋਏਗਾ, ਉਹ ਗਲਤ ਹੈ ਸਹੀ ਹੈ? ਦੇਖੋ, ਗਲਤ ਤੇ ਨਹੀਂ ਹੈ, ਕਿਉਂਕਿ ਅਸੀਂ ਉਮੀਦਾਂ ਤੇ ਚੱਲਦੇ ਹਾਂ, ਅਸੀਂ ਐਕਸਪੈਕਟੇਸ਼ਨ ਨਹੀਂ ਛੱਡਦੇ ਹਾਂ। ਕਰੈਕਟ। ਤੇ ਜਦੋਂ ਆ ਰਿਹਾ ਕਿ ਦੇਖੋ ਬਾਬਾ ਜੀ ਮੈਂ ਇਸ ਦਾ ਭਲਾ ਕੀਤਾ, ਬਾਬਾ ਜੀ ਤੁਸੀਂ ਮੈਨੂੰ ਦੇਖ ਲਿਓ, ਮੇਰੇ ਦੁੱਖ ਸੁੱਖ ਵਿੱਚ ਕੰਮ ਆ ਜਾਓ, ਨਥਿੰਗ ਰੋਂਗ ਇਨ ਇਟ। ਸੀਰੀਅਸਲੀ ਨਥਿੰਗ ਰੋਂਗ ਇਨ ਇਟ। ਉਸੇ ਥਾਟ ਹੈ। ਤੁਹਾਨੂੰ ਲੱਗਦਾ ਕਿ ਮੋਸਟ ਆਫ ਦਾ ਪੀਪਲ ਆਪਣੇ ਇਮੋਸ਼ਨਸ ਅਵੋਇਡ ਕਰਨ ਵਾਸਤੇ ਬਿਜ਼ੀ ਰਹਿਣਾ ਬਹੁਤ ਪਸੰਦ ਕਰਦੇ ਆ, ਤੇ ਬਿਜ਼ੀ ਰਹਿ ਕੇ ਹੀਲਿੰਗ ਨੂੰ ਵੀ ਅਵੋਇਡ ਕਰ ਰਹੇ ਆ, ਜਿਹੜੀ ਟਾਈਮ ਟੇਕਿੰਗ ਹੁੰਦੀ ਹੈ? ਇਹਦਾ ਨਾ ਇੱਕੋ ਸਿੰਪਲ ਜਿਹਾ ਜਵਾਬ ਹੈ ਮੁਸਕਾਨ, ਜੇ ਉਹ ਖੁਸ਼ ਨੇ ਬਿਜ਼ੀ ਰਹਿ ਕੇ, ਬਹੁਤ ਵਧੀਆ। ਬਟ ਜੇ ਉਹ ਖੁਸ਼ ਨਹੀਂ ਹੈ, ਉਹ ਸਿਰਫ ਬਿਜ਼ੀ ਰਹਿ ਕੇ ਜਦੋਂ ਉਹਦੇ ਕੋਲ ਘੰਟਾ ਵੀ ਮਿਲਦਾ ਹੈ ਤੇ ਉਹ ਉਦਾਸ ਹੋ ਰਿਹਾ, ਡਿਪਰੈਸ ਹੋ ਰਿਹਾ, ਘਰ ਆ ਕੇ ਰਾਤੀ ਦੇ ਆਰ ਲਾਈਕ ਅਗੇਨ ਵਿਦ देयर ਥਾਟਸ ਐਂਡ ਦੇ ਆਰ ਸਕੇਅਰਿੰਗ, yes, then something is drastically wrong. That means they're avoiding anything. ਜੀਵਨ 'ਚ ਕੁਝ ਅਵੋਇਡ ਕਰ ਰਹੇ ਨੇ। ਉਹ ਜਿਹੜਾ ਬੈਗੇਜ ਹੈਗਾ ਉਹਨੂੰ ਰਿਲੀਜ਼ ਨਹੀਂ ਕੀਤਾ। ਉਹ ਰਿਲੀਜ਼ ਕਰਨਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਐਂਡ ਅਗਰ ਇਹੀ ਚੀਜ਼ਾਂ ਕਰਕੇ ਉਹ ਗਲਤ ਹੈਬਿਟਸ ਵਿੱਚ ਪੈ ਜਾਣ, ਫॉर एग्जांपल then Correct, it's wrong. alcohol, drugs, non-veg food or something like that, things like that can affect your energies? Again a question here, non-veg food will never affect your energy ਜੇ ਤੁਸੀਂ excess ਨਹੀਂ ਲੈ ਰਹੇ ਹੋ। Okay. है ना? So for example, somebody is living in Poland, somebody is living in Spain, ਇੰਨੀ ਠੰਡ ਹੈ ਕਿ ਉੱਥੇ ਕੋਈ ਵੀ ਫਾਰਮਿੰਗ ਨਹੀਂ ਹੋ ਪਾ ਰਹੀ ਹੈ। So they're living on sheep food or they're living on a beef or whatever. No choice. Or ਜਿੱਦਾਂ if somebody is living in Russia or some place where extreme cold is there, they are taking vodka or they are taking maybe wine, but excess ਨਹੀਂ ਹੈ ਜਿੰਨੀ need ਹੈ ਉਹਦੇ ਲਈ ਹੈ। Nothing wrong in it. But yes, tobacco smoking not done, causing hallucinations, है ना? डॉक्टर्स मना करते हैं एक्सेस स्मोकिंग, लंग्स खराब होंगे, hallucinations ਵਿੱਚ ਜਾਓਗੇ, drugs hallucinations ਵਿੱਚ ਜਾਓਗੇ, and you are spoiling your own body. ਤੁਹਾਡੀ એનર્ਜੀ ਬੋਡੀ ਵੀ ਖਰਾਬ, ਫਿਜ਼ੀਕਲ ਬੋਡੀ ਵੀ ਖਰਾਬ। ਐਂਡ ਅੱਜ ਕੱਲ੍ਹ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਬਹੁਤ ਫੀਅਰ ਕਰਦੇ ਹੈ ਕਿ ਬਹੁਤ ਕ੍ਰੀਏਟਰਸ ਹੈ ਸੋਸ਼ਲ ਮੀਡੀਆ 'ਤੇ ਜੋ ਹੀਲਿੰਗਸ ਬਾਰੇ ਦੱਸ ਰਹੇ ਹੈ ਜਾਂ ਦੱਸ ਰਹੇ ਟੈਰੋ ਰੀਡਰਸ ਵੀ ਕੈਨ ਸੇ ਐਂਡ ਆਲ ਦੈਟ, ਕਿ ਕਿਹੜੇ ਸਹੀ ਹੈ ਕਿਹੜੇ ਗਲਤ ਹੈ, ਕੌਣ ਰੀਅਲ ਹੈ ਕੌਣ ਫੇਕ ਹੈ, ਐਂਡ ਪ੍ਰਾਣਿਕ ਹੀਲਿੰਗ ਦੇ ਵਰਲਡ ਵਿੱਚ ਵੀ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਵਾਟ ਇਜ਼ ਰਾਈਟ ਐਂਡ ਰੋਂਗ? ਪ੍ਰਾਣਿਕ ਹੀਲਿੰਗ ਦਾ ਨਾ ਇੱਕ ਬੜਾ ਸਿੰਪਲ ਰੂਲ ਹੈ ਮੁਸਕਾਨ, ਕਿ ਅਸੀਂ ਨਾ ਸਾਹਮਣੇ ਬੈਠ ਕੇ ਸਿਖਾਈਦਾ, ਫੇਸ ਟੂ ਫੇਸ। ਦੈਟ ਇਜ਼ ਦ ਰੀਜ਼ਨ। ਜਦੋਂ ਤੋਂ ਕੋਵਿਡ ਆਇਆ ਉਸ ਤੋਂ ਪਹਿਲਾਂ ਹੀ ਸਾਡਾ ਇਹ ਹੁੰਦਾ ਸੀ ਕਿ ਕੁਝ ਹੀਲਿੰਗਸ ਅਸੀਂ ਡਿਸਟੈਂਟਲੀ ਵੀ ਕਰ ਦੇਦੇ ਹਾਂ। ਫੋਰ ਐਗਜ਼ਾਮਪਲ ਇਫ ਅ ਪੇਸ਼ੈਂਟ ਇਜ਼ ਇਨ ਅ ਹਸਪੀਟਲ, ਹੀ ਕਾਂਟ ਕਮ ਟੂ ਮੀ, ਹੀ ਇਜ਼ ਐਡਮਿਟਡ ਦੇਅਰ, ਸੋ ਫਾਈਨ ਦੇਰ ਆਰ ਵੇਜ਼ ਜਿੱਦਾਂ ਅਸੀਂ ਡਿਸਟੈਂਟਲੀ ਹੀਲ ਕਰੀਦਾ, ਲੇਕਿਨ ਉਹਦੇ ਵਿੱਚ ਸਾਡੇ ਕੁਝ ਪੈਰਾਮੀਟਰਸ ਨੇ। ਉਸ ਪੈਰਾਮੀਟਰਸ ਦੇ ਉੱਤੇ ਉਹਦੇ ਇਮੋਸ਼ਨਸ, ਉਹਦੇ ਪੇਨ, ਉਹਦਾ ਹਰਟ, ਉਹਦਾ ਤਾਈਓ ਮੈਂ ਕਿਹਾ ਡਾਕਟਰਸ ਨਾਲ ਚੱਲੀਦਾ। ਉਹ ਰਿਪੋਰਟਸ ਸਾਨੂੰ ਰੋਜ਼ ਮਿਲਦੀਆਂ ਹੈ ਔਰ ਪੇਸ਼ੈਂਟ ਹੀਲ ਹੁੰਦਾ ਜਾ ਰਿਹਾ ਔਰ ਸਾਨੂੰ ਵੀ ਦਿਖ ਰਿਹਾ ਉਹ ਹੀਲ ਹੋ ਰਿਹਾ। ਬਟ ਆਈ ਰੀਅਲੀ ਡੋਂਟ ਨੋ ਕਿ ਇਸ ਨੂੰ ਬਾਕੀ ਜਿਹੜੀਆਂ ਹੀਲਿੰਗ ਮੋਡੈਲਿਟੀਜ਼ ਨੇ ਉਹ ਕਿਵੇਂ ਲੈ ਕੇ ਚੱਲ ਰਹੇ ਆ, ਕਿਉਂਕਿ ਅਸੀਂ ਤਾਂ ਸੈਲੂਲਰ ਲੈਵਲ, ਆਰਗਨ ਲੈਵਲ ਜੋ ਵੀ ਹੀਲ ਕਰ ਰਹੇ ਹਾਂ ਉਹਦੀ ਰਿਪੋਰਟਸ ਲੈ ਰਹੇ ਹਾਂ ਵਾਪਸ।
So we know things are changing, right? So we have data with us कि okay, if we are healing for spondylitis कितना फर्क पिया, if we are healing for herniated disc कितना फर्क पिया. So the patient can see, so can we, even if they're distant. ਅਗੇਨ ਵੀ ਟਾਕ ਅਬਾਊਟ ਲਾਈਕ એનર્ਜੀਜ਼ ਤੋਂ ਹੀ ਫੀਲ ਹੋਏਗਾ ਇਹ ਚੀਜ਼. ਬਿਕਾਜ਼ ਜਦੋਂ ਮੈਂ ਰਿਪਲੇਸ ਕੀਤਾ ਉਹਦਾ ਉਹ ਪੇਨ ਨੂੰ, ਔਰ ਉਹ ਪਰਸਨ ਤੁਹਾਨੂੰ ਵਾਪਸ ਕਾਲ ਬੈਕ ਕਰਕੇ ਕਹਿ ਰਿਹਾ ਕਿ ਮੈਨੂੰ ਫਰਕ ਹੈਗਾ ਔਨ ਅ ਸਕੇਲ ਆਫ 10 to 2, ਜੇ 10 ਵਰਸਟ ਹੈ 10 to 0 ਸੌਰੀ, ਤੇ ਉਹ ਕਹਿੰਦਾ ਮੈਂ 5 ਤੇ ਆ ਗਿਆ, ਮੈਂ 4 ਤੇ ਆ ਗਿਆ, ਮੈਂ 3 ਤੇ ਆ ਗਿਆ, ਮੈਂ 2 ਤੇ ਆ ਗਿਆ, ਐਂਡ ਸੇਮ ਚੀਜ਼ ਉਹ ਡਾਕਟਰ ਨੂੰ ਕਹਿੰਦਾ ਮੈਨੂੰ ਪੇਨ 'ਚ ਫਰਕ ਆ ਗਿਆ, ਕਿਉਂਕਿ ਉਹ ਦਵਾਈ ਲੈਣ ਨੂੰ ਨਹੀਂ ਨਾ ਰੁਕ ਰਿਹਾ, ਉਹ ਹਸਪੀਟਲ 'ਚ ਹੈਗਾ, ਉੱਥੇ ਲੈ ਹੀ ਰਿਹਾ. ਤਾਂ ਕਈ ਵਾਰੀ ਡਾਕਟਰਸ ਇਹ ਵੀ ਕਹਿੰਦੇ ਨੇ ਕਿ ਮਿਰਾਕਲਸਲੀ ਚੇਂਜ ਹੋ ਗਿਆ ਭਾਈ, ਤੇ ਬਹੁਤ ਛੇਤੀ ਤੈਨੂੰ ਫਰਕ ਪੈ ਗਿਆ, ਰਾਈਟ. ਇਟ ਇਜ਼ ਨਾਟ ਅ ਪ੍ਰੋਸੈਸ, ਕਿਉਂਕਿ ਡਾਕਟਰਸ ਨੂੰ ਪਤਾ ਹੈ ਕਿ ਇੰਨਾ ਲੈਵਲ ਹੈ ਕਿ ਇੰਨਾ ਟਾਈਮ ਲੱਗਣਾ ਹੈ. ਇਟ ਸਪੀਡਸ ਅਪ ਦ ਪ੍ਰੋਸੈਸ. ਹੀਲਿੰਗ ਮੈਜਿਕ ਨਹੀਂ ਹੈ, ਬਟ ਉਹ ਇਮੋਸ਼ਨਲ ਅਵੇਅਰਨੈਸ ਕਿਵੇਂ ਹੈਲਪ ਕਰ ਰਿਹਾ ਆਪਾਂ ਨੂੰ? ਇਮੋਸ਼ਨਲੀ ਮੈਨੂੰ ਸਟਰੋਂਗ ਕਰ ਰਿਹਾ, ਮੇਰੇ ਅੰਦਰੋਂ ਉਹ ਨੈਗੇਟਿਵ ਥਾਟਸ ਕੱਢ ਰਿਹਾ ਇਮੋਸ਼ਨਲ ਹੀਲਿੰਗ ਦੇ ਵਿੱਚ. ਮੇਰੇ ਅੰਦਰ ਰੈਸਟਲੈਸਨੈਸ, ਪੈਨਿਕ ਅਟੈਕਸ, ਮੇਰੇ ਅੰਦਰੋਂ ਕ੍ਰੋਨਿਕ ਪੇਨਸ, ਮੇਰੇ ਅੰਦਰੋਂ ਨੈਗੇਟਿਵ ਓਬਸੈਸਿਵਨੈਸ, ਹੈ ਨਾ, ਓਬਸੈਸਡ ਹੋ ਜਾਈਦਾ ਉਹ ਸੀਰੀਜ਼ ਦੇ ਉੱਤੇ, ਵਹਿਮਾਂ ਦੇ ਵਿੱਚ, ਰਿਲੀਜੀਅਸ ਕੈਲਸੀਫਾਈਡ ਆਈਡੀਆਜ਼, ਨਾਟ ਦੈਟ ਵੀ ਕੈਨ ਕੱਟ ਦਿਸ, ਕੈਲਸੀਫਾਈਡ ਆਈਡੀਆਜ਼ ਵਿੱਚ ਅਸੀਂ ਕਈ ਵਾਰੀ ਫਸ ਜਾਈਦਾ ਕਿ ਨਹੀਂ ਐਵੇਂ ਹੀ ਚੱਲਣਾ, ਹੈ ਨਾ, ਔਰ ਅਸੀਂ ਹਰ ਇੱਕ ਨੂੰ ਇਨਸਿਸਟ ਕਰੀਦਾ ਕਿ ਨਹੀਂ ਤੂੰ ਐਵੇਂ ਹੀ ਚੱਲ, ਇਸ ਤਰ੍ਹਾਂ ਨਹੀਂ ਹੈ. ਸੋ ਕੈਲਸੀਫਾਈਡ ਆਈਡੀਆਜ਼ ਕੱਢਣਾ, ਓਬਸੈਸਿਵ ਥਾਟਸ ਕੱਢਣਾ, ਕ੍ਰੋਨਿਕ ਪੇਨਸ ਨੂੰ ਕੱਢਣਾ, ਕ੍ਰੋਨਿਕ ਐਂਗਜ਼ਾਈਟੀ ਕੱਢਣੀ, ਜਦੋਂ ਇਹ ਨਿਕਲਦੀ ਹੈ ਸਾਡੇ ਸਰੀਰ ਤੋਂ ਸਾਨੂੰ ਹਲਕਾ ਲੱਗਦਾ. ਇਨਰ ਪੀਸ ਬਿਲਡ ਕਰਨ ਲਈ ਵਨ ਡੇਲੀ ਪ੍ਰੈਕਟਿਸ, ਗ੍ਰੈਟੀਟਿਊਡ ਕਰੋ, ਖੁਦ ਨੂੰ ਮਾਫ ਕਰੋ, smile every day when you look at yourself in the mirror and say I am the best, I love myself, you are happy. time लगे तो meditation कर लो, फिर जड़ी भी करनी है. you do healing for profession, but apart from that why do you want to do healing and ਹੋਰ ਕੀ ਚੀਜ਼ਾਂ? I do healing. Healing started not as a profession. Healing started as a source of happiness for me when I saw people getting healed. When I saw people getting, you know, the results where they survived, ਭਾਵੇਂ ਇਮੋਸ਼ਨਲੀ ਸਟਰੋਂਗਰ ਹੋ ਗਏ, ਭਾਵੇਂ ਫਿਜ਼ੀਕਲੀ ਸਟਰੋਂਗ ਹੋ ਕੇ ਚੱਲੇ ਜੀਵਨ ਦੇ ਵਿੱਚ, ਤੇ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਬਹੁਤ ਥੈਂਕਫੁਲ ਹੋ ਗਈ ਕਿ ਮੇਰਾ ਪਰਸਨ ਜਿਹੜਾ ਹੈਗਾ ਉਹ ਚੱਲ ਰਿਹਾ ਮੇਰੇ ਨਾਲ, ਕੋਈ ਠੀਕ ਹੁੰਦਾ. ਕਰੈਕਟ. So it has become now a part of my life. I'm very happy to see one person healing and I say thank you Baba ji. A person ਖੁਸ਼ ਹੋ ਗਿਆ, person hospital ਤੋਂ ਬਾਹਰ ਆ ਗਿਆ. ਬਾਕੀ ਤਾਂ ਦੇਖੋ ਸਮੇਂ, ਸਥਾਨ, ਸਵਾਸ ਉਹਦੇ ਆਪਣੇ ਲਿਖੇ ਹੋਏ ਨੇ, but at least the family is happy now. So now it's kind of is there in my blood that I feel very happy if somebody comes and says I'm good. Yeah, that's very great. One piece of advice or key takeaway for the audience ਅੱਜ ਦੇ ਐਪੀਸੋਡ ਤੋਂ? I'll only say this, that whichever form of healing you're doing, healing ਦੇ ਬਹੁਤ ਤਰੀਕੇ ਨੇ, ਹੈ ਨਾ. We are listening to somebody, the person is getting healed because ਅਸੀਂ ਉਹਨੂੰ ਸੁਣ ਪਾ ਰਹੇ ਹਾਂ, ਉਹਦੇ ਕੋਲ ਸੁਣਨ ਵਾਲਾ ਕੋਈ ਨਹੀਂ ਹੈ. Do that. If you have somebody in your circle ਜਿਹੜਾ ਕਹਿ ਹੀ ਨਹੀਂ ਪਾਉਂਦਾ, ਹੈ ਨਾ, another thing you can do is give them a healing touch, smile at them. ਅਸੀਂ ਅਕਸਰ ਇੱਕ ਦੂਜੇ ਨੂੰ ਦੇਖ ਕੇ, strangers ਨੂੰ ਦੇਖ ਕੇ smile ਹੀ ਨਹੀਂ ਕਰੀਦਾ, right? ਅੱਖਾਂ, kindness. ਸੋ ਆਪਾਂ ਸਮਾਈਲ ਕਰੀਏ, how are you, how was your day, ਇਹਨਾਂ 'ਤੇ ਆਪਾਂ ਪੁੱਛ ਸਕਦੇ ਹਾਂ ਇੱਕ ਦੂਜੇ ਨੂੰ, ਹੈ ਨਾ, ਜਦੋਂ ਘਰੇ ਵੀ ਵਾਪਸ ਆਈਦਾ, how was your day. Do that. And most importantly, hug one another, ਹੈ ਨਾ, forgive ਕਰਕੇ ਇੱਕ ਦੂਜੇ ਨੂੰ, ਜਦੋਂ ਤੁਹਾਡੀ forgiveness ਪੂਰੀ ਹੋ ਜਾਂਦੀ ਹੈ, ਉਹਨੂੰ ਹੱਥ 'ਤੇ ਕਰ ਲਓ ਯਾਰ, ਉਹ ਤੁਹਾਡੀ ਲਾਈਫ 'ਚ ਹੈਗਾ. ਜੇ ਉਹਨੇ ਨਹੀਂ ਗਿਆ ਫਿਰ ਉਹ ਤੁਹਾਡੀ ਲਾਈਫ 'ਚ ਹੈਗਾ, ਉਹ ਇੰਪੋਰਟੈਂਟ ਹਿੱਸਾ ਤੁਹਾਡੇ ਪਰਿਵਾਰ ਦਾ. ਕੰਮ ਨਾ, ਇਟਸ ਓਕੇ. ਅੱਜ ਦੀ ਕਨਵਰਸੇਸ਼ਨ ਤੋਂ ਇਹ ਜ਼ਰੂਰ ਪਤਾ ਲੱਗਦਾ ਕਿ ਇਟਸ ਨਾਟ ਓਨਲੀ ਅਬਾਊਟ ਦ ਸਿਚੁਏਸ਼ਨਸ ਜਾਂ ਪ੍ਰੋਬਲਮਸ ਜੋ ਆਪਾਂ ਫੇਸ ਕਰ ਰਹੇ ਹਾਂ, ਇਟ ਇਜ਼ ਮੋਸਟਲੀ ਅਬਾਊਟ ਦ ਐਨਰਜੀਜ਼ ਜੋ ਆਪਾਂ ਹੋਲਡ ਕਰਕੇ ਰੱਖੀਆਂ ਹੋਈਆਂ ਅਤੇ ਰਿਲੀਜ਼ ਨਹੀਂ ਕਰ ਰਹੇ ਹਾਂ. ਥੈਂਕ ਯੂ ਤਰੁਣ ਮੈਮ, ਤੁਸੀਂ ਬਹੁਤ ਜ਼ਿਆਦਾ ਸਾਨੂੰ ਐਡਵਾਈਸ ਐਂਡ ਟੈਕਨੀਕਸ ਦੱਸੀਆਂ ਈਜ਼ੀਲੀ, ਜਿਸ ਤੋਂ ਆਪਾਂ ਆਪਣੇ ਇਮੋਸ਼ਨਸ ਰਿਲੀਜ਼ ਕਰ ਸਕਦੇ ਹਾਂ, ਐਂਡ ਅਦਰ ਵੇ ਅਰਾਊਂਡ ਆਲਸੋ ਅਸੀਂ ਬਹੁਤ ਚੀਜ਼ਾਂ 'ਤੇ ਗੱਲ ਕੀਤੀ. ਥੈਂਕ ਯੂ ਸੋ ਮਚ ਫॉर ਗਿਵਿੰਗ ਯੋਰ ਇਨਸਾਈਟ. ਥੈਂਕ ਯੂ ਮੁਸਕਾਨ, ਐਂਡ ਆਈ ਲਵ ਯੂ ਫॉर ਦਿਸ. I love you, Tarun ma'am. Thank you.